YouTube ਦੀ ਇਸ ਵੀਡੀਓ ਤੋਂ ਆਉਣ ਵਾਲਾ ਰੈਵਨਿਊ ਕਰੋਨਾ ਪੀੜਤਾਂ ਦੀ ਮਦਦ ਲਈ ਵਰਤਿਆ ਜਾਵੇਗਾ। ਇਸ ਕਰਕੇ ਤੁਸੀਂ ਵੀ ਇਸ ਦੇ ਹਿੱਸੇਦਾਰ ਬਣੋ। ਇਸ ਖਬਰ ਨੂੰ ਵੱਧ ਤੋਂ ਵੱਧ ਲਾਈਕ ਕਰੋ, ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਦੇਸ਼ ਜਿੱਤੇ ਅਤੇ ਕਰੋਨਾ ਹਾਰੇ। ਸਾਂਝਾ ਟੀਵੀ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਬਲਜਿੰਦਰ ਕੌਰ ਵੱਲੋਂ ਪਿਆਰ ਸਹਿਤ ਸਤਿ ਸ਼੍ਰੀ ਅਕਾਲ ਤੇ ਨਿੱਘੀ ਜੀ ਆਇਆਂ ਨੂੰ ਤੁਹਾਨੂੰ ਸਾਡੇ ਅੱਜ ਦੇ ਲਾਈਵ ਟਾਕ ਸ਼ੋਅ ਵਿੱਚ, ਜਿਸ ਦਾ ਮੇਰਾ ਤੇ ਤੁਹਾਡਾ ਸਾਥ ਹਰ ਬੁੱਧਵਾਰ ਹੁੰਦਾ ਹੈ 7 ਵਜੇ ਤੋਂ ਲੈ ਕੇ 8 ਵਜੇ ਤੱਕ। ਸੋ ਇਸ ਵਿੱਚ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਹਮੇਸ਼ਾ ਆਪਣੀ ਕਮਿਊਨਿਟੀ ਤੋਂ ਸ਼ਖਸੀਅਤਾਂ ਨੂੰ ਲਿਆ ਕੇ ਤੁਹਾਡੇ ਰੂਬਰੂ ਕਰਾਈਏ ਤਾਂ ਕਿ ਅਸੀਂ ਜਾਣਕਾਰੀ ਲੈ ਸਕੀਏ ਕਿ ਸਾਡੀ ਕਮਿਊਨਿਟੀ ਦੇ ਵਿੱਚ, ਸਾਡੇ ਆਲੇ ਦੁਆਲੇ ਦੇ ਵਿੱਚ, ਸਾਡੇ ਪੰਜਾਬੀ ਭਾਈਚਾਰੇ ਦੇ ਵਿੱਚ ਕੀ ਕੁਝ ਹੋ ਰਿਹਾ ਹੈ। ਔਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕੋਵਿਡ-19 ਨੂੰ ਲੈ ਕੇ ਪੂਰੇ ਦੁਨੀਆ ਭਰ ਦੇ ਵਿੱਚ ਲੋਕੀ ਬੜਾ ਪਰੇਸ਼ਾਨ ਨੇ, ਬਹੁਤ ਕੁਝ ਸਾਡੇ ਆਲੇ ਦੁਆਲੇ ਹੋ ਰਿਹਾ। ਪਰ ਜਦੋਂ ਅਸੀਂ ਪੰਜਾਬੀ ਕਮਿਊਨਿਟੀ ਦੀ ਗੱਲ ਕਰਦੇ ਹਾਂ ਤੇ ਹਮੇਸ਼ਾ ਹੀ ਅੱਗੇ ਵੱਧ ਕੇ ਹਰ ਇੱਕ ਕੰਮ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਆ। ਸੋ ਇਹੋ ਜਿਹੀਆਂ ਸ਼ਖਸੀਅਤਾਂ ਅੱਜ ਸਾਡੇ ਨਾਲ 1 ਨਹੀਂ 2 ਨਹੀਂ 3 ਗੈਸਟ ਹੋਣਗੇ, ਪਰ ਅਸੀਂ ਥੋੜ੍ਹੇ ਸਮੇਂ ਬਾਅਦ ਗੈਸਟ ਤੁਹਾਡੇ ਨਾਲ ਬਦਲਾਂਗੇ ਕਿਉਂਕਿ ਸੋਸ਼ਲ ਡਿਸਟੈਂਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਇਆਂ ਅਸੀਂ ਸਾਰੇ ਗੈਸਟ ਜਿਹੜੇ ਇਕੱਠੇ ਨਹੀਂ ਲੈ ਸਕਾਂਗੇ ਇੱਥੇ ਸਟੂਡੀਓ ਦੇ ਵਿੱਚ, ਤੇ ਅਸੀਂ ਉਹਨਾਂ ਨੂੰ ਥੋੜ੍ਹੇ ਸਮੇਂ ਦੇ ਬਾਅਦ ਤੁਹਾਡੇ ਤੋਂ ਬ੍ਰੇਕ ਲੈ ਕੇ ਉਹਨਾਂ ਨੂੰ ਚੇਂਜ ਕਰਾਂਗੇ। ਪਰ ਗੱਲਾਂ ਬਾਤਾਂ ਅੱਜ ਬੜੀਆਂ ਇੰਟਰਸਟਿੰਗ ਹੋਣ ਵਾਲੀਆਂ ਆ ਕਿਉਂਕਿ ਬਹੁਤ ਜਾਣਕਾਰੀ ਹੁੰਦੀ ਸਾਡੇ ਆਲੇ ਦੁਆਲੇ, ਪਰ ਕਈ ਵਾਰੀ ਸਾਡਾ ਧਿਆਨ ਨਹੀਂ ਇਹਨਾਂ ਗੱਲਾਂ ਵੱਲ ਜਾਂਦਾ। ਪਰ ਹੁਣ ਸਮਾਂ ਵੀ ਆ ਤੇ ਸਾਡਾ ਵੀ ਮੀਡੀਆ 'ਚ ਫਰਜ਼ ਬਣਦਾ ਕਿ ਅਸੀਂ ਅਜਿਹੀਆਂ ਗੱਲਾਂ ਨੂੰ ਤੁਹਾਡੇ ਸਾਹਮਣੇ ਲੈ ਕੇ ਆਈਏ। ਸੋ ਸਕਰੀਨ ਤੇ ਨੰਬਰ ਆ ਰਹੇ ਨੇ, ਕੋਈ ਵੀ ਤੁਹਾਡਾ ਸਵਾਲ ਆ, ਤੁਸੀਂ ਕੋਈ ਸਵਾਲ ਕਰਨਾ ਚਾਹੁੰਦੇ ਹੋ, ਤੁਸੀਂ ਸਾਨੂੰ ਫੋਨ ਕਰ ਸਕਦੇ ਹੋ। ਔਰ ਸਾਰੇ ਹੀ ਸਾਡੇ ਸਪਾਂਸਰਸ ਜਿਨ੍ਹਾਂ ਦੇ ਕਰਕੇ ਅਸੀਂ ਤੁਹਾਡੇ ਰੂਬਰੂ ਹੁੰਦੇ ਆ, ਉਹਨਾਂ ਦਾ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ। ਸੋ ਇੱਕ ਵਾਰੀ ਫੇਰ ਦੱਸਣਾ ਚਾਹੁੰਦੀ ਹਾਂ ਕਿ BNB ਟਰਸਟ, ਖਾਲਸਾ ਲਾਇਬ੍ਰੇਰੀ, FYI ਮੀਡੀਆ, ਸਾਂਝਾ ਟੀਵੀ ਔਰ ਦੂਖ ਨਿਵਾਰਨ ਗੁਰਦੁਆਰਾ ਸਾਹਿਬ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਨੇ। ਫ੍ਰੀ ਗਰੋਸਰੀ ਦਿੱਤੀ ਜਾ ਰਹੀ ਹੈ ਜ਼ਰੂਰਤਮੰਦਾਂ ਨੂੰ, ਫ੍ਰੀ ਮੀਲ ਪ੍ਰੋਵਾਈਡ ਕੀਤੇ ਜਾ ਰਹੇ ਹੈਗੇ ਆ। ਇਸ ਤੋਂ ਇਲਾਵਾ ਫ੍ਰੀ ਮਾਸਕ ਵੀ ਦਿੱਤੇ ਜਾ ਰਹੇ ਆ। ਸੋ ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੋਵੇ ਸੋ ਹਮੇਸ਼ਾ ਦੀ ਤਰ੍ਹਾਂ 604 200 0692 604 200 0692 ਤੇ ਫੋਨ ਕਰਕੇ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ। ਸੋਸ਼ਲ ਮੀਡੀਆ ਦੇ ਰਾਹੀਂ ਤੁਸੀਂ ਮੈਨੂੰ ਮੈਸੇਜ ਕਰਕੇ ਮੇਰੇ ਕੋਲੋਂ ਵੀ ਇਨਫੋਰਮੇਸ਼ਨ ਲੈ ਸਕਦੇ ਹੋ। ਔਰ ਸਾਨੂੰ ਵੋਲੰਟੀਅਰ ਵੀ ਚਾਹੀਦੇ ਆ। ਜੇ ਤੁਸੀਂ ਸਾਡੀ ਟੀਮ ਦੇ ਨਾਲ ਰਲ ਕੇ ਇਹਨਾਂ ਸੇਵਾਵਾਂ ਦੇ ਵਿੱਚ ਸਾਡਾ ਹੱਥ ਵਡਾਉਣਾ ਚਾਹੁੰਦੇ ਹੋ ਤੇ ਜੀ ਆਇਆਂ ਨੂੰ, ਤੁਸੀਂ ਜ਼ਰੂਰ ਸਾਡੀ ਟੀਮ ਨੂੰ ਜੁਆਇਨ ਕਰ ਸਕਦੇ ਹੋ। ਸੋ ਸਾਡੇ ਨਾਲ ਅੱਜ 3 ਗੈਸਟ ਨੇ, ਪਰ ਪਹਿਲੇ ਗੈਸਟ ਜਿਹੜੇ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਨੇ, ਤੁਸੀਂ ਇਹਨਾਂ ਨੂੰ ਬਹੁਤ ਸਾਰੇ ਕਮਿਊਨਿਟੀ ਦੇ ਇਵੈਂਟ ਵਿੱਚ ਦੇਖਿਆ ਹੋਵੇਗਾ। ਜਦੋਂ ਹਾਕੀ ਦੀ ਗੱਲ ਕਰਦੇ ਹਾਂ ਤੇ ਹਾਕੀ ਦੀਆਂ ਗਰਾਊਂਡਾਂ ਵਿੱਚ ਵੀ ਤੁਸੀਂ ਇਹਨਾਂ ਨੂੰ ਜਾਣਦੇ ਹੋ ਔਰ ਤੁਸੀਂ ਇਹਨਾਂ ਨੂੰ ਬਾਖੂਬ ਜਾਣਦੇ ਹੋ। ਸਾਰੇ ਹੀ ਕਿਸੇ ਜਾਣਕਾਰੀ ਦੇ ਮੁਹਤਾਜ ਨਹੀਂ, ਪਰ ਹਰ ਇਨਸਾਨ ਦੀ ਇੱਕ ਵੱਖਰੀ ਪਹਿਚਾਣ ਹੁੰਦੀ ਆ ਕਮਿਊਨਿਟੀ ਦੇ ਵਿੱਚ। ਸੋ ਹੁਣ ਮੇਰੇ ਨਾਲ ਜਿਹੜੇ ਇਸ ਵਕਤ ਗੈਸਟ ਸਟੂਡੀਓ ਦੇ ਵਿੱਚ ਨੇ, ਜਸਵੀਰ ਸਿੰਘ ਸਰਾਂ ਸੀਨੀਅਰ ਮਾਰਕੀਟਿੰਗ ਡਾਇਰੈਕਟਰ ਨੇ WFG ਦੇ ਨਾਲ, ਬੜੇ ਲੰਬੇ ਸਮੇਂ ਤੋਂ ਨੇ। ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਜੀ ਆਇਆਂ ਕਹਿੰਦੇ ਆ ਤੇ ਇਹਨਾਂ ਦੇ ਕੋਲੋਂ ਅੱਜ ਅਸੀਂ ਬਹੁਤ ਹੀ ਵੱਡਮੁੱਲੀ ਜਾਣਕਾਰੀ ਲੈਂਦੇ ਹਾਂ। ਸੋ ਜਸਵੀਰ ਜੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਤੁਹਾਨੂੰ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਭ ਤੋਂ ਪਹਿਲਾਂ ਧੰਨਵਾਦ ਤੁਹਾਡਾ, ਤੁਸੀਂ ਆਪਣੇ ਦਰਸ਼ਕਾਂ ਦੇ ਰੂਬਰੂ ਸਾਨੂੰ ਕਰ ਰਹੇ ਹੋ ਜੀ। ਤੇ ਨਾਲ ਦੀ ਨਾਲ ਮੈਂ ਸਾਡੇ ਜੀਵਨ ਸਿੱਧੂ ਹੋਣਾ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਤੁਹਾਡੇ ਰੂਬਰੂ ਕਰਾਇਆ ਇੱਥੇ ਜੀ। ਬਿਲਕੁਲ ਜੀ, ਵੈਸੇ ਜਸਵੀਰ ਸਿੰਘ ਸਰਾਂ ਤਾਂ ਲੋਕਾਂ ਲਈ ਆ, ਸਾਡੇ ਲਈ ਤੇ ਜੱਸਾ ਜੀ ਆ, ਜੱਸਾ ਭਾਜੀ, ਸਾਰੇ ਇਸੇ ਨਾਂ ਨਾਲ ਹੀ ਤੁਹਾਨੂੰ ਜਾਣਦੇ ਨੇ। ਔਰ ਜਦੋਂ ਅਸੀਂ ਗੱਲ ਕਰਦੇ ਹਾਂ ਅੱਜ ਜਿਹੜੀ ਇੱਕ ਪ੍ਰੈਸ ਕਾਨਫਰੰਸ ਕਹਿ ਲਓ ਕਿ ਪੂਰੀ ਜਿਹੜੀ ਕਹਿ ਲਓ ਕਿ ਕੈਨੇਡਾ ਵਾਈਡ ਜਿਹੜੀ ਇੱਕ ਪ੍ਰੈਸ ਕਾਨਫਰੰਸ ਆਰਗੇਨਾਈਜ਼ ਕੀਤੀ ਗਈ WFG ਵੱਲੋਂ, ਥੋੜੀ ਜਿਹੀ ਉਹਦੀ ਸਾਨੂੰ ਡੀਟੇਲ ਦਿਓ ਤੁਸੀਂ ਅੱਜ ਦੀ ਪ੍ਰੈਸ ਕਾਨਫਰੰਸ ਬਾਰੇ। ਠੀਕ ਹੈ ਭੈਣ ਜੀ, ਜਿਹੜਾ ਅੱਜ ਆਪਾਂ ਇਵੈਂਟ ਕੀਤਾ ਸੀ ਆਨਲਾਈਨ, ਵਰਚੁਅਲ ਇਵੈਂਟ ਸੀਗਾ ਜਿਹਦੇ ਵਿੱਚ ਆਲ ਓਵਰ ਕੈਨੇਡਾ ਤੇ US ਦੇ ਵਿੱਚੋਂ ਪਾਰਟਿਸਿਪੇਟ ਕੀਤਾ ਸੀਗਾ ਸਾਰਿਆਂ ਨੇ ਜੀ। ਸੋ ਇਹ ਜਿਹੜਾ ਇਵੈਂਟ ਸੀਗਾ ਸਾਡੇ ਐਗਜ਼ੀਕਿਊਟਿਵ ਚੇਅਰਮੈਨ ਨੇ ਜਿਹੜੇ ਵਰਲਡ ਫਾਈਨੈਂਸ਼ੀਅਲ ਗਰੁੱਪ ਦੇ ਰਾਜਾ ਧਾਲੀਵਾਲ ਹੋਰਾਂ ਨੇ ਤੇ ਉਹਨਾਂ ਦੀ ਟੀਮ ਨੇ ਸਾਰਾ ਇਹ ਹੋਸਟ ਕੀਤਾ ਤੇ ਉਹਨਾਂ ਦੇ ਨਾਲ ਜਿਹੜੇ ਦੂਸਰੇ ਐਗਜ਼ੀਕਿਊਟਿਵ ਚੇਅਰਮੈਨ ਨੇ ਰਿਆਲ ਮਿਸ਼ੋ ਜੀ। ਸੋ ਸਾਡੀ ਇਸੇ ਟੀਮ ਨੇ ਇਹ ਸਾਰਾ ਇਵੈਂਟ ਆਰਗੇਨਾਈਜ਼ ਕੀਤਾ ਸੀਗਾ। ਸੋ ਇਹਦਾ ਜਿਹੜਾ ਮੇਨ ਪਰਪਸ ਸੀਗਾ ਅੱਜ ਇਵੈਂਟ ਕਰਨ ਦਾ, ਕਿਉਂਕਿ ਪਿਛਲੇ ਸਮੇਂ ਤੋਂ ਆਪਾਂ ਦੇਖਦੇ ਸੀਗੇ ਵੀ ਜਿਹੜੇ ਸਮੇਂ ਹਾਲਾਤਾਂ ਦੇ ਵਿੱਚ ਇਸ ਟਾਈਮ ਆਪਣੀ ਕਿ ਸਾਰੀ ਦੁਨੀਆ ਇਸ ਟਾਈਮ ਗੁਜ਼ਰ ਰਹੀ ਹੈ, ਕੋਵਿਡ-19 ਇੱਕ ਜਿਹੜੀ ਮਹਾਮਾਰੀ ਸਾਰੇ ਫੈਲੀ ਹੋਈ ਆ, ਉਹਦੇ ਨਾਲ ਹਰ ਇੱਕ ਬੰਦਾ ਫਾਈਟ ਕਰ ਰਿਹਾ ਜੀ। ਬਿਲਕੁਲ। ਸੋ ਸਾਰਿਆਂ ਨਾਲੋਂ ਜ਼ਿਆਦਾ ਜਿਹੜਾ ਇਸ ਟਾਈਮ ਆਪਾਂ ਦੇਖ ਰਹੇ ਹਾਂ ਵੀ ਜਿਹੜੇ ਫਾਈਟ ਕਰ ਰਹੇ ਉਹ ਹੈਗੇ ਸਾਡੇ ਫਰੰਟ ਲਾਈਨਰ ਫਾਈਟਰਸ ਜਿਹੜੇ ਹੈਗੇ ਹਸਪੀਟਲ ਦੇ ਵਿੱਚ ਜਿਹੜੇ ਕੰਮ ਕਰ ਰਹੇ ਆ, ਮੈਡੀਕਲ ਸਟਾਫ ਆ ਜਿਹੜਾ। ਸੋ ਉਹਨਾਂ ਨੂੰ ਦੇਖਦੇ ਹੋਏ ਸਾਰਿਆਂ ਦਾ ਸੀਗਾ ਵੀ ਆਪਾਂ ਕੁਛ ਨਾ ਕੁਛ ਕਰੀਏ ਵੀ ਤਾਂ ਕਿ ਉਹਨਾਂ ਨੂੰ ਵੀ ਇਹ ਅਹਿਸਾਸ ਹੋਵੇ ਵੀ ਸਾਡੇ ਨਾਲ ਵੀ ਲੋਕ ਖੜੇ ਹਨ ਜੀ। ਸੋ ਇਸ ਕਰਕੇ ਇਹ ਸਾਰਾ ਇਵੈਂਟ ਆਰਗੇਨਾਈਜ਼ ਕੀਤਾ ਸੀਗਾ ਜੀ। ਸੋ ਜਦੋਂ ਅਸੀਂ WFG ਦੀ ਗੱਲ ਕਰਦੇ ਹਾਂ, ਪਹਿਲਾਂ ਵੀ ਬਹੁਤ ਸਾਰੀਆਂ ਸੰਸਥਾਵਾਂ ਨੂੰ ਤੁਹਾਡੇ ਵੱਲੋਂ ਜਿਹੜੇ ਦਾਨ ਦਿੱਤੇ ਜਾ ਰਹੇ ਨੇ ਬੜੀ ਵੱਡੀ ਮਾਤਰਾ ਦੇ ਵਿੱਚ। ਜੇ ਖਾਲਸਾ ਏਡ ਦੀ ਗੱਲ ਕਰੀਏ ਤੇ ਪਿਛਲੇ ਵਰੇ ਰਵੀ ਹੁਣੀ ਜਦੋਂ ਇੱਥੇ ਆਈ ਸੀ, ਰਵੀ ਸਿੰਘ, ਤੇ ਬਹੁਤ ਵਧੀਆ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਸੀ, ਬੜੀ ਫੰਡਿੰਗ ਦਿੱਤੀ ਗਈ ਸੀ ਜਦੋਂ ਪੰਜਾਬ ਦੇ ਵਿੱਚ ਹੜ੍ਹ ਆਏ ਸੀ।
ਤੇ ਹੁਣ ਕੋਵਿਡ-19 ਦੇ ਕਰਕੇ ਪੂਰੀ ਦੁਨੀਆ ਹੀ ਇਸ ਤੋਂ ਪਰੇਸ਼ਾਨ ਹੋਈ ਆ। ਹਰ ਇੱਕ ਮੁਲਕ ਦੇ ਵਿੱਚ ਇਕਨੋਮੀ ਡਿੱਗ ਰਹੀ ਆ, ਲੋਕੀ ਕੰਮਾਂ ਕਾਰਾਂ ਤੋਂ ਘਰ ਬੈਠੇ ਆ। ਕਹਿ ਲਓ ਕਿ ਬਹੁਤ ਸਾਰੇ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ ਇਸ ਕੋਵਿਡ-19 ਦੇ ਕਰਕੇ। ਸੋ WFG ਨੇ ਬਹੁਤ ਵਧੀਆ ਉਦਮ ਕੀਤਾ, ਜਿਹੜੀ ਤੁਸੀਂ ਪ੍ਰੈਸ ਕਾਨਫਰੰਸ ਅੱਜ ਕੀਤੀ ਸੀ। ਸੋ 1 ਘੰਟਾ ਲਾਈਵ ਕੀਤਾ ਤੁਸੀਂ, $2,80,000 ਜਿਹੜਾ ਤੁਸੀਂ ਇਹੋ ਇਕੱਠਾ ਕੀਤਾ। ਕਿ ਇਹੋ ਜਿਹਾ ਤੁਸੀਂ ਹੋਰ ਵੀ ਅੱਗੇ ਕੁਝ ਕਰੋਗੇ ਕਿ ਸਿਰਫ ਅੱਜ ਹੀ 1 ਘੰਟਾ ਤੁਸੀਂ ਇਹ ਕੀਤਾ ਸੀ? ਹਾਂਜੀ, ਇਹਦੇ ਵਿੱਚ ਭੈਣ ਜੀ ਜਿਹੜਾ ਈਵੈਂਟ ਅੱਜ ਕੀਤਾ ਸੀਗਾ ਇਹ ਸਿਰਫ ਆਪਾਂ ਇਸ ਕਰਕੇ ਰੱਖਿਆ ਸੀਗਾ ਵੀ ਆਪਾਂ ਵੀ ਸਾਰਿਆਂ ਨੂੰ ਇਹ ਜਿਹੜਾ ਪ੍ਰੈਜੈਂਟੇਸ਼ਨ ਆ ਜਿਹੜੀ ਆਪਾਂ ਵੀ ਸਪੋਰਟ ਦੀ ਉਹ ਕਰ ਸਕੀਏ, ਕਿਉਂਕਿ ਜਿਹੜੀ ਕਲੈਕਸ਼ਨ ਹੈਗੀ ਉਹ ਅਸੀਂ ਪਹਿਲਾਂ ਪਿਛਲੇ ਲਾਸਟ ਵੀਕ ਸਾਡੇ ਐਗਜ਼ੈਕਟਿਵਸ ਨੇ ਸਾਰਿਆਂ ਨੇ ਇਕੱਠੇ ਕਰ ਲਈ ਸੀਗੀ। ਜਿਹੜੀ ਕਲੈਕਸ਼ਨ ਅਸੀਂ ਬਾਹਰੋਂ ਕਲੈਕਟ ਨਹੀਂ ਕੀਤਾ, ਵਰਲਡ ਫਾਈਨੈਂਸ਼ੀਅਲ ਗਰੁੱਪ ਦੇ ਜਿਹੜੇ ਐਗਜ਼ੈਕਟਿਵ ਲੈਵਲ ਦੇ ਸਾਰੀ ਟੀਮ ਨੇ ਨਹੀਂ ਕੀਤੀ ਕਲੈਕਸ਼ਨ। ਇਹ ਜਿਹੜੀ ਡੋਨੇਸ਼ਨ ਇਕੱਠੀ ਕੀਤੀ ਆ ਸਿਰਫ ਜਿਹੜੇ ਵਰਲਡ ਫਾਈਨੈਂਸ਼ੀਅਲ ਗਰੁੱਪ ਦੇ ਰਾਜਾ ਧਾਲੀਵਾਲ ਤੇ ਰਿਆਲ ਮੀਸ਼ੋ ਦੇ ਐਗਜ਼ੈਕਟਿਵ ਲੈਵਲ ਦੇ ਜਿਹੜੇ ਇਸ ਟਾਈਮ ਬਿਜ਼ਨਸ ਕਰ ਰਹੇ ਆ, ਉਹਨਾਂ ਨੇ ਥੋੜੇ ਇੱਕ ਗਰੁੱਪ ਆ, ਛੋਟਾ ਗਰੁੱਪ ਆ ਜਿਹੜਾ ਜਿਹਨੇ ਇਹ ਸਿਰਫ ਸੋ ਉਹਨਾਂ ਵੱਲੋਂ ਇਹੋ ਆਈ ਹੈ। ਬਾਕੀ ਹੋਰ ਬਾਹਰੋਂ ਕਿਸੇ ਤੋਂ ਨਹੀਂ ਇਹ ਕੀਤੀ ਹੈਗੀ। ਸਿਰਫ ਉਹ ਤਾਂ ਈਵੈਂਟ ਰੱਖਿਆ ਸੀਗਾ ਵੀ ਆਪਾਂ ਕਿਉਂਕਿ ਅਦਰਵਾਈਜ਼ ਇਹ ਜਿਹੜਾ ਈਵੈਂਟ ਆ ਨਹੀਂ ਤਾਂ ਆਪਾਂ ਇੱਥੇ ਆਪ ਆ ਕੇ ਪਰਸਨਲੀ ਜਾ ਕੇ ਹੈਂਡ ਓਵਰ ਕਰਕੇ ਆਉਂਦੇ, ਨਾਲੇ ਉਹਨਾਂ ਦਾ ਧੰਨਵਾਦ ਕਰਦੇ ਆਪਾਂ ਹਸਪੀਟਲਸ ਦਾ। ਪਰ ਹੁਣ ਜਿਵੇਂ ਆਪਾਂ ਨੂੰ ਪਤਾ ਹਾਲਾਤ ਆਪਾਂ ਨਹੀਂ ਕਰ ਸਕਦੇ, ਇਸ ਕਰਕੇ ਫਿਰ ਆਨਲਾਈਨ ਰੱਖ ਕੇ ਸਾਰੇ ਜਿਹੜੇ ਹਸਪੀਟਲ ਦੇ ਰੈਪ ਸੀਗੇ ਤੇ ਕੁਝ ਆਪਣੇ ਕਮਿਊਨਿਟੀ ਦੇ ਲੀਡਰ ਸੀਗੇ, ਉਹ ਸਾਰੇ ਆਨਲਾਈਨ ਆਏ ਤੇ ਉਹਨਾਂ ਨੇ ਆਪਦੇ ਵਿਚਾਰ ਰੱਖੇ ਤੇ ਉਸ ਸਮੇਂ ਤੇ ਅਸੀਂ ਜਿਹੜਾ ਆਨਲਾਈਨ ਪ੍ਰੈਜੈਂਟੇਸ਼ਨ ਉਹਨਾਂ ਨੂੰ ਜਿਹੜੀ ਆਪਣੇ ਚੈੱਕ ਸੀਗੇ ਆਨਲਾਈਨ ਉਹਨਾਂ ਨੂੰ ਦਿੱਤੇ ਸੀਗੇ ਜੀ। ਸੋ $2,80,000 ਜਿਹੜਾ 1 ਘੰਟੇ ਦੇ ਵਿੱਚ ਜਿਹੜਾ ਇਕੱਠਾ ਕੀਤਾ ਗਿਆ, ਕੁਝ ਇੱਕ ਮੈਂਬਰਾਂ ਵੱਲੋਂ ਇੱਕ ਗਰੁੱਪ ਸੀਗਾ, ਔਰ ਉਸ ਮਨੀ ਨੂੰ ਤੁਸੀਂ, ਉਸ ਪੈਸੇ ਨੂੰ $2,80,000 ਨੂੰ ਤੁਸੀਂ ਕਿੱਥੇ ਕਿਵੇਂ ਡਿਵਾਈਡ ਕੀਤਾ? ਹਾਂਜੀ, ਸੋ ਜਿਹੜੀ ਇਹ ਕਲੈਕਸ਼ਨ ਸੀਗੀ ਭੈਣ ਜੀ ਇਹ ਲਾਸਟ ਵੀਕ ਡਨ ਹੋ ਗਈ ਸੀਗੀ। ਉਹਦੇ ਵਿੱਚ ਪਹਿਲਾਂ ਹੀ ਡਿਸਾਈਡ ਕਰ ਲਿਆ ਸੀਗਾ ਵੀ ਆਪਾਂ ਜਿਹੜੀ ਮਨੀ ਹੈਗੀ ਆ ਇਹ ਉਹਦੇ ਵਿੱਚੋਂ ਮੌਂਟਰੀਅਲ ਦੇ ਵਿੱਚ ਆਪਣੇ ਜਨਰਲ ਹਸਪੀਟਲ ਆ ਉਹਨੂੰ $25,000 ਆਪਾਂ ਦਿੱਤਾ ਸੀਗਾ ਐਜ਼ ਅ ਸਪੋਰਟ ਜੀ। ਤੇ ਦੂਸਰਾ ਮੌਂਟਰੀਅਲ ਯੂਨੀਵਰਸਿਟੀ ਆਫ ਮੌਂਟਰੀਅਲ ਹਸਪੀਟਲ ਆ 25,000 ਉਹਨੂੰ, ਟੋਟਲ ਜਾਨੀ 50,000 ਆਪਾਂ ਮੌਂਟਰੀਅਲ ਦੇ ਵਿੱਚ ਉੱਥੇ ਸਪੋਰਟ ਦਿੱਤੀ ਆ ਜੀ। ਤੇ ਉਸ ਤੋਂ ਬਾਅਦ ਆਪਣੇ ਜਿਹੜਾ ਆਪਣੇ ontario ਦੇ ਵਿੱਚ ਹੈਗਾ ਵਿਲੀਅਮ ਆਸਕਰ ਫਾਊਂਡੇਸ਼ਨ ਹੈਗੀ ਆ, ਸੋ ਬਰੈਂਪਟਨ ਦੇ ਵਿੱਚ ਉਹਨਾਂ ਨੂੰ $100,000 ਦੀ ਸਪੋਰਟ ਕੀਤੀ ਆ। ਉਸ ਤੋਂ ਬਾਅਦ ਅਲਬਰਟਾ ਦੇ ਵਿੱਚ ਹੈਗੀ ਆਪਣੇ ਮੀਲਸ ਔਨ ਵੀਲ ਇੱਕ ਸੁਸਾਇਟੀ ਆ ਜਿਹੜੀ ਕਿ ਹੋਮਲੈਸ ਨੂੰ ਫੂਡ ਪ੍ਰੋਵਾਈਡ ਕਰਾਉਂਦੀ ਆ ਜੀ। ਸੋ ਬੜੀ ਮਿਹਨਤ ਨਾਲ ਬੜਾ ਵਧੀਆ ਕੰਮ ਕਰ ਰਹੇ ਆ। ਸੋ $25,000 ਜਿਹੜੀ ਉਹਨਾਂ ਨੂੰ ਡੋਨੇਸ਼ਨ ਦਿੱਤੀ ਆ। ਤੇ ਉਸ ਤੋਂ ਬਾਅਦ ਆਪਣੇ ਅਲਬਰਟਾ ਕਮਿਊਨਿਟੀ ਫਾਊਂਡੇਸ਼ਨ ਆ ਉਹਨਾਂ ਨੂੰ $50,000 ਦਿੱਤੀ ਆ। ਤੇ ਅਖੀਰ ਦੇ ਵਿੱਚ ਆਪਣੇ ਸਰੀ ਆਪਣੇ ਸ਼ਹਿਰ ਦੇ ਵਿੱਚ ਜਿਹੜਾ ਹਸਪੀਟਲ ਹੈਗਾ ਤੇ ਸਰੀ ਮੈਮੋਰੀਅਲ ਹਸਪੀਟਲ ਤੇ $55,000 ਜਿਹੜੇ ਹੈਗੇ ਆਪਾਂ ਸਰੀ ਹਸਪੀਟਲ ਨੂੰ ਸਪੋਰਟ ਕੀਤੀ ਆ ਜੀ। ਸੋ ਇਸ ਕਰਕੇ ਕਲੈਕਟਿਵਲੀ ਜਿਹੜਾ ਹੈਗਾ $2,80,000 ਹੈਗਾ ਜਿਹੜਾ ਆਪਾਂ ਅੱਜ ਆਪਾਂ ਕਮਿਊਨਿਟੀ ਨੂੰ ਪੇ ਬੈਕ, ਮੈਂ ਇਹਨੂੰ ਦਾਨ ਨਹੀਂ ਕਹਿੰਦਾ, ਕੋਈ ਡੋਨੇਸ਼ਨ ਨਹੀਂ ਕਹਿੰਦਾ, ਕਿਉਂਕਿ ਇਹ ਕਮਿਊਨਿਟੀ ਦੇ ਸਿਰ ਤੇ ਹੀ ਜਿਹੜੀ ਵਰਲਡ ਫਾਈਨੈਂਸ਼ੀਅਲ ਗਰੁੱਪ ਹੈ ਇਸ ਟਾਈਮ ਇਸ ਲੈਵਲ ਤੇ ਪਹੁੰਚੀ ਆ। ਕਿਉਂਕਿ ਉਹੀ ਜਿਹੜਾ ਹੈਗਾ ਜਿਹੜਾ ਅਸੀਂ ਇਸ ਜਿਹੜੀ ਸਕਸੈਸ ਮਿਲੀ ਹੈ ਇਸ ਕਮਿਊਨਿਟੀ ਉਹਨੂੰ ਪੇ ਬੈਕ ਕਰ ਰਹੇ ਹਾਂ। ਸੋ ਉਹਨਾਂ ਨੂੰ ਹੀ ਅਸੀਂ ਇਹ ਬੈਕ ਕੀਤਾ ਕਿਉਂਕਿ ਉਹਨਾਂ ਦੇ ਸਿਰ ਤੇ ਹੀ ਅਸੀਂ ਸਾਰਾ ਕੁਝ ਕੀਤਾ ਸੀ ਜੀ। ਬਹੁਤ ਵਧੀਆ ਤੁਸੀਂ ਕਿਹਾ ਕਿ ਕਮਿਊਨਿਟੀ ਦੇ ਕੋਲੋਂ ਹੀ ਤੁਸੀਂ ਵਰਲਡ ਫਾਈਨੈਂਸ ਨੇ ਜਿਹੜਾ ਇਹੋ ਇੱਕ ਆਪਣੀ ਕਹਿ ਲਓ ਕਿ ਮੰਜ਼ਿਲ ਤੈਅ ਕੀਤੀ ਹੈ, ਜਿਹੜੇ ਇੱਕ ਵਧੀਆ ਆਪਣਾ ਨਾਮ ਨਾ ਖੱਟਿਆ ਹੈਗਾ। ਸੋ ਲੋਕਾਂ ਦੇ ਸਿਰ ਤੋਂ ਹੀ ਬਣ ਕੇ ਤੇ ਲੋਕਾਂ ਨੂੰ ਪੇ ਬੈਕ ਕੀਤਾ ਹੈ। ਜ਼ਰੂਰਤ ਦੇ ਸਮੇਂ ਤੁਸੀਂ ਲੋੜਵੰਦਾਂ ਤੱਕ ਇਹ ਜਿਹੜਾ ਪੈਸਾ ਕਲੈਕਟ ਕੀਤਾ। ਸੋ ਥੋੜੇ ਮੈਂਬਰਾਂ ਨੇ ਇਹ ਜਿਹੜਾ ਉਪਰਾਲਾ ਕੀਤਾ, ਪਰ ਬਾਕੀ ਤੇ ਬਹੁਤ ਵੱਡਾ ਇਸ ਦਾ ਦਾਇਰਾ ਹੈਗਾ ਕਿ ਬਾਕੀ ਹੁਣ ਮੈਂਬਰ ਵੀ ਤੁਹਾਡੇ ਤੱਕ ਅਪਰੋਚ ਕਰ ਰਹੇ ਨੇ ਕਿ ਆਉਣ ਵਾਲੇ ਸਮੇਂ 'ਚ ਤੁਸੀਂ ਇਹੋ ਜਿਹਾ ਕੁਝ ਕਰੋਗੇ ਹੋਰ? ਹਾਂਜੀ ਬਿਲਕੁਲ, ਵਰਲਡ ਫਾਈਨੈਂਸ਼ੀਅਲ ਗਰੁੱਪ ਦਾ ਜਿਹੜਾ ਮੇਨ ਮਕਸਦ ਆ, ਜਿਹੜਾ ਮੋਟੋ ਆ, ਉਹ ਇਹੀ ਆ ਵੀ ਨੋ ਫੈਮਿਲੀ ਲੈਫਟ ਬਿਹਾਈਂਡ। ਇਹ ਸਾਡਾ ਮਿਸ਼ਨ ਆ ਜਿਹਨੂੰ ਲੈ ਕੇ ਅਸੀਂ ਚੱਲਦੇ ਹਾਂ। ਉਹਦੇ ਵਿੱਚ ਅਸੀਂ ਹਰ ਇੱਕ ਪਰਿਵਾਰ ਨੂੰ ਹਰ ਤਰ੍ਹਾਂ ਦੀ ਹੈਲਪ ਕਰਦੇ ਹਾਂ। ਸੋ ਇਸ ਦੇ ਵਿੱਚ ਵੀ ਜਿਹੜਾ ਦੂਸਰੇ ਸਾਡੇ ਜਿੰਨੇ ਵੀ ਐਸੋਸੀਏਟਸ ਹੈਗੇ ਆ, ਜਿਵੇਂ ਹੁਣ ਜਿਹੜੇ ਲਾਇਸੈਂਸ ਐਸੋਸੀਏਟ ਨੇ ਇਕੱਲੇ ਉਹ ਆਲਮੋਸਟ 12,000 ਨੇ ਵਰਲਡ ਫਾਈਨੈਂਸ਼ੀਅਲ ਗਰੁੱਪ ਦੇ ਕੈਨੇਡਾ ਦੇ ਵਿੱਚ। ਸੋ ਇਕੱਲੇ ਕੈਨੇਡਾ ਦੇ ਵਿੱਚ 12,000 ਹਾਂਜੀ। ਤੇ ਜਿਹੜੇ ਬਾਈ ਸਾਡੇ ਐਗਜ਼ੈਕਟਿਵ ਚੇਅਰਮੈਨ ਰਾਜਾ ਧਾਲੀਵਾਲ ਹੋਣੀ ਆ, ਉਹਨਾਂ ਦੀ ਟੀਮ ਦੇ ਵਿੱਚ ਆਲਮੋਸਟ ਕਲੋਜ਼ ਟੂ 6,000 ਜਿਹੜੇ ਹੈਗੇ ਆ ਲਾਇਸੈਂਸਡ ਬਜ਼ਰ, ਸਿਰਫ ਉਹਨਾਂ ਦੀ ਟੀਮ ਹੈਗੀ ਆ। ਸੋ ਬੜਾ ਵੱਡਾ ਇੱਕ ਦਾਇਰਾ ਹੈਗਾ ਜਿਹਦੇ ਵਿੱਚ ਇੱਕ ਬੜੀ ਵੱਡੀ ਸਾਡੀ ਟੀਮ ਹੈਗੀ ਆ ਜਿਹੜੀ ਰਲ ਕੇ ਇਹ ਕੰਮ ਕਰ ਰਹੀ ਆ। ਸੋ ਉਹਦੇ ਵਿੱਚ ਹਾਂ ਹਰ ਇੱਕ ਬੰਦਾ ਚਾਹੁੰਦਾ ਵੀ ਅਸੀਂ ਪਾਰਟਿਸਿਪੇਟ ਕਰੀਏ, ਤੇ ਪਰ ਕਹਾਂ ਸਮੇਂ ਨੂੰ ਦੇਖਦੇ ਹੋਏ ਜਿਵੇਂ ਵੀ ਲੋੜ ਪਈ ਹੈਗੀ ਆ ਤੇ ਵਰਲਡ ਫਾਈਨੈਂਸ਼ੀਅਲ ਗਰੁੱਪ ਹਮੇਸ਼ਾ ਉੱਥੇ ਉਸ ਸਮੇਂ ਤੇ ਨਾਲ ਖੜੂਗਾ ਜਿੱਥੇ ਵੀ ਕਮਿਊਨਿਟੀ ਨੂੰ ਲੋੜ ਹੋਊਗੀ ਜੀ। ਤੇ ਤੁਸੀਂ ਫਰੰਟ ਲਾਈਨ ਦੀ ਗੱਲ ਕੀਤੀ ਆ, ਹਸਪੀਟਲ ਤੇ ਫੂਡ ਬੈਂਕਾਂ ਨੂੰ ਤੁਸੀਂ ਇਹ ਜਿਹੜੇ ਪੈਸੇ ਪ੍ਰੋਵਾਈਡ ਕੀਤੇ ਆ, ਹੋਰ ਵੀ ਕੋਈ ਸੋਚ ਆ ਕਿ ਹੋਰ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਬਹੁਤ ਹਾਲੇ ਕੋਵਿਡ-19 ਨੇ ਐਡੀ ਛੇਤੀ ਜਿਹੜਾ ਸਾਡੇ ਪਿੱਛੋਂ ਲੈਣਾ ਨਿਗਾ, ਇਹਦੇ ਨਾਲ ਸਾਨੂੰ ਫਾਈਟ ਬਹੁਤ ਸਟਰੋਂਗਲੀ ਕਰਨੀ ਪੈਣੀ ਹੈ। ਸੋ ਹੋਰ ਤੁਹਾਡੇ ਕੀ ਪਲਾਨਸ ਨੇ, ਕੀ ਸੋਚ ਰਹੇ ਆਉਣ ਵਾਲੇ ਸਮੇਂ 'ਚ? ਬਿਲਕੁਲ ਜੀ, ਅਸੀਂ ਚਾਹੁੰਦੇ ਹਾਂ ਵੀ ਜਿਵੇਂ ਹੁਣ ਆਪਾਂ ਦੇਖਦੇ ਹਾਂ ਵੀ
ਇਨਸਾਨ ਹੀ ਇਨਸਾਨ ਦੀ ਦਵਾ ਆ। ਸਾਰਿਆਂ ਨਾਲੋਂ ਵੱਡੀ ਗੱਲ ਤਾਂ ਇਹ ਆ, ਜਦੋਂ ਵੀ ਕਿਤੇ ਕੋਈ ਵੀ ਵਿਪਤਾ ਪੈਂਦੀ ਆ, ਜੇ ਅਸੀਂ ਇੱਕ ਦੂਜੇ ਦੀ ਸਪੋਰਟ ਕਰਦੇ ਆ, ਇੱਕ ਦੂਜੇ ਦੇ ਨਾਲ ਖੜਦੇ ਆ, ਚਾਹੇ ਉਹ ਪਰਿਵਾਰਕ ਆ ਚਾਹੇ ਕਮਿਊਨਿਟੀ ਦਾ ਹੈਗਾ, ਤਾਂ ਉਹ ਸਮਾਂ ਸੌਖਾ ਨਿਕਲ ਜਾਂਦਾ। ਸੋ ਇਹ ਸਮਾਂ ਵੀ ਨਿਕਲ ਜਾਣਾ, ਇਹ 'ਚ ਕੋਈ ਇਹ ਨਹੀਂ ਹੈਗਾ ਵੀ ਇਹ ਪਰਮਾਨੈਂਟ ਸਮਾਂ ਹੈ, ਇਹ ਵੀ ਨਿਕਲ ਜਾਣਾ। ਪਰ ਜੇ ਹੁਣ ਆਪਾਂ ਗੱਲ ਕਰਦੇ ਆ ਵੀ ਸਾਡਾ ਇਹ ਜਿਹੜਾ ਸੋਚ ਆ, ਸਾਡੇ ਜਿਹੜੇ ਐਗਜ਼ੀਕਟਿਵ ਚੇਅਰਮੈਨ ਨੇ ਬਈ ਰਾਜਾ ਧਾਲੀਵਾਲ ਹੋਣੀ, ਉਹਨਾਂ ਦੀ ਜਿਹੜੀ ਸੋਚ ਆ ਉਹ ਇਹ ਆ ਵੀ ਕਿਤੇ ਵੀ ਜਦੋਂ ਕਮਿਊਨਿਟੀ ਲੋੜ ਪੈਂਦੀ ਆ ਆਪਾਂ ਪਿੱਛੇ ਨਾ ਹਟੀਏ। ਜਿਵੇਂ ਹੁਣ ਤੁਸੀਂ ਆਪਾਂ ਗੱਲ ਪਹਿਲਾਂ ਜ਼ਿਕਰ ਕਰਦੇ ਸੀਗੇ ਵੀ ਪੰਜਾਬ ਦੇ ਵਿੱਚ ਉਦੋਂ ਵਿਪਤਾ ਆਈ ਸੀ, ਫਲੱਡ ਆਏ ਸੀਗੇ, ਉਸ ਸਮੇਂ ਖਾਲਸਾ ਏਡ ਜਿਹੜੀ ਕਿ ਸਾਨੂੰ ਪਤਾ ਵੀ ਸਾਡੀ ਕੌਮ ਦੀ ਇੱਕ ਨਾਮੀ ਸੰਸਥਾ ਬਣ ਚੁੱਕੀ ਹੈ, ਇੱਕ ਵਰਲਡ ਦੇ ਵਿੱਚ ਉਹਦਾ ਨਾਮ ਬਣ ਚੁੱਕਿਆ ਵੀ ਉਹ ਕਿੰਨੀ ਸੇਵਾ ਕਰ ਰਹੀ ਹੈ ਕਮਿਊਨਿਟੀ ਦੀ। ਤੇ ਉਹਨਾਂ ਦੇ ਥਰੂ ਅਸੀਂ ਪੰਜਾਬ ਦੇ ਵਿੱਚ ਸਪੋਰਟ ਕੀਤੀ ਸੀਗੀ ਉਦੋਂ ਆਲਮੋਸਟ $1,85,000 ਜਿਹੜਾ ਹੈਗਾ ਉਹਦੇ ਥਰੂ ਕੀਤਾ ਸੀਗਾ, ਤੇ 15,000 ਸੀਗਾ ਜਿਹੜਾ ਯੂਨਾਈਟਿਡ ਸਿੱਖ ਇੱਕ ਹੋਰ ਆਪਣੀ ਕਮਿਊਨਿਟੀ ਦੀ ਆਰਗੇਨਾਈਜੇਸ਼ਨ ਹੈ ਜਿਹੜੀ ਉਹ ਹੈਲਪ ਕਰਦੀ ਆ। ਸੋ ਉਦੋਂ ਆਪਾਂ ਉਹਨਾਂ ਨੂੰ ਕੀਤਾ ਸੀਗਾ। ਸੋ ਇਸ ਸਮੇਂ ਦੇ ਵਿੱਚ ਹੈਗਾ ਵੀ ਹੁਣ ਇਸ ਸਮੇਂ ਦੀ ਆਪਾਂ ਨੂੰ ਕੈਨੇਡਾ 'ਚ ਲੋੜ ਆ, ਤਾਂ ਹੁਣ ਇੱਥੇ ਆਪਾਂ ਇਹ ਕੀਤੀ ਆ, ਤੇ ਆਉਂਦੇ ਸਮੇਂ ਦੇ ਅਕੋਰਡਿੰਗਲੀ ਜਿਵੇਂ ਵੀ ਸਿਚੁਏਸ਼ਨ ਬਣੂਗੀ ਉਹਦੇ ਅਕੋਰਡਿੰਗਲੀ ਤੇ ਜਿਵੇਂ ਸਾਡੀ ਲੀਡਰਸ਼ਿਪ ਡਿਸਾਈਡ ਕਰੂਗੀ ਉਹਦੇ ਅਕੋਰਡਿੰਗਲੀ ਅਸੀਂ ਜ਼ਰੂਰ ਗਾਹਾਂ ਦੀ ਗਾਹਾਂ ਆਪਦੇ ਜਿਹੜੇ ਹੈਗੇ ਆ ਸਟੈਪਸ ਲੈਂਦੇ ਰਵਾਂਗੇ ਤੇ ਕਮਿਊਨਿਟੀ ਦੇ ਨਾਲ ਖੜਦੇ ਰਵਾਂਗੇ। ਜੀ, ਅਸੀਂ ਤੁਹਾਨੂੰ ਹਾਕੀ ਦੀਆਂ ਗਰਾਊਂਡਾਂ 'ਚ ਟੂਰਨਾਮੈਂਟਾਂ ਤੇ ਬੜਾ ਦੇਖਿਆ ਹੈਗਾ, ਪਰ ਵਰਲਡ ਫਾਈਨੈਂਸ ਦੇ ਨਾਲ ਤੁਸੀਂ ਕਿੰਨੇ ਕੁ ਸਮੇਂ ਤੋਂ ਜੁੜੇ ਹੋ ਜੀ? ਹਾਂਜੀ, ਸੋ ਇਹ ਬੜੀ ਵਧੀਆ ਤੁਸੀਂ ਗੱਲ ਪੁੱਛੀ ਜੀ। ਮੇਰੀ ਜਿਹੜਾ ਪਿਛੋਕੜ ਹੈਗਾ ਉਹ ਇੱਕ ਸਪੋਰਟਸਮੈਨ ਦਾ ਇੰਡੀਆ ਤੋਂ ਹੀ, ਮੈਂ ਫੀਲਡ ਹਾਕੀ ਜਿਵੇਂ ਕਹਿੰਦੇ ਵੀ ਸਕੂਲ ਟਾਈਮ ਤੋਂ ਲੱਗਣ ਲੱਗ ਗਈ ਸੀਗੀ, ਤੇ ਇਸੇ ਪਾਸੇ ਨੂੰ ਲੱਗੇ ਰਹੇ। ਤੇ ਉਸ ਤੋਂ ਬਾਅਦ ਨੈਸ਼ਨਲ ਕੈਂਪ, ਇੰਟਰਨੈਸ਼ਨਲ ਕੈਂਪ ਤੱਕ ਇੰਡੀਆ ਨੂੰ ਰਿਪਰੈਜ਼ੈਂਟ ਕਰਨ ਦਾ ਚਾਂਸ ਸੀਗਾ, ਉੱਥੇ ਤੱਕ ਪਹੁੰਚੇ ਸੀਗੇ। ਸਿਡਨੀ ਓਲੰਪਿਕਸ ਦੇ ਕੈਂਪ ਦੇ ਵਿੱਚ ਸੀਗਾ ਮੈਂ ਇੰਡੀਆ ਟੀਮ ਦੇ। ਸੋ ਉਸੇ ਸਮੇਂ ਤੇ ਜਿਵੇਂ ਮਹਾਰਾਜ ਨੇ ਇੱਥੇ ਲੈ ਆਂਦਾ ਕੈਨੇਡਾ ਦੇ ਵਿੱਚ, ਹੁਣ ਸਾ ਟਰਕਿੰਗ ਦੇ ਵਿੱਚ ਫਸ ਗਏ। ਟਰਕਿੰਗ 14 ਸਾਲ ਕੀਤੀ, ਫਿਰ ਕੰਸਟਰਕਸ਼ਨ ਘਰ ਬਣਾਉਣ ਲੱਗ ਗਏ। ਸੋ ਆਲਰੇਡੀ ਫੀਲਡ ਦੇ ਵਿੱਚ ਕੰਮ ਕਰਦੇ, ਪਰ ਇਹ ਕਦੇ ਸੋਚਿਆ ਨਹੀਂ ਸੀ ਕਦੇ ਫਾਈਨੈਂਸ਼ੀਅਲ ਇੰਡਸਟਰੀ ਦੇ ਵਿੱਚ ਵੀ ਆ ਸਕਦੇ ਆ। ਮੈਨੂੰ ਪਹਿਲਾਂ 2-4 ਵਾਰੀ ਮਿਲਣ ਦਾ ਮੌਕਾ ਮਿਲਿਆ ਇਸ ਆਰਗੇਨਾਈਜੇਸ਼ਨ ਦੇ ਬੰਦਿਆਂ ਨਾਲ ਬੈਠੇ, ਪਰ ਉਦੋਂ ਮੈਨੂੰ ਲੱਗਦਾ ਸੀਗਾ ਵੀ ਸ਼ਾਇਦ ਵੀ ਮੈਂ ਨਹੀਂ ਕੰਮ ਕਰ ਸਕਦਾ ਨਾ, ਕਿਉਂਕਿ ਫਾਈਨੈਂਸ਼ੀਅਲ ਫੀਲਡ ਦੇ ਵਿੱਚ ਤੁਸੀਂ ਕੰਮ ਕਰਨਾ। ਤੇ ਫਿਰ ਜਦੋਂ ਤੋਂ ਮੈਂ ਸੰਪਰਕ ਕੀਤਾ ਸਾਡੇ ਐਗਜ਼ੀਕਟਿਵ ਚੇਅਰਮੈਨ ਰਾਜਾ ਧਾਲੀਵਾਲ ਹੋਣੀ, ਮੇਰੀ ਖੁਸ਼ਕਿਸਮਤੀ ਆ ਵੀ ਅਸੀਂ ਬੈਕ ਹੋਮ ਇਕੱਠੇ ਸਕੂਲ ਪੜ੍ਹਦੇ ਰਹੇ ਹਾਂ। ਤਾਂ ਉਹਨਾਂ ਨੇ ਜਦੋਂ ਮੈਨੂੰ ਇਹਦੇ ਵਿੱਚ ਦੱਸਿਆ ਤੇ ਮੈਂ ਬੜਾ ਹੈਜ਼ੀਟੇਟ ਸੀਗਾ। ਮੈਂ ਕਿਹਾ ਵੀ ਸ਼ਾਇਦ ਉਹਨਾਂ ਨੂੰ ਮੈਂ ਦੱਸਿਆ, ਉਹ ਕਹਿੰਦੇ ਵੀ ਨਹੀਂ ਇਦਾਂ ਨਹੀਂ, ਇਹ ਇੱਕ ਬਿਜ਼ਨਸ ਡਿਫਰੈਂਟ ਤਰੀਕੇ ਦਾ, ਵੀ ਆਪਣੇ ਲੋਕਾਂ ਨੂੰ ਹਜੇ ਇਹਦੀ ਅੰਡਰਸਟੈਂਡਿੰਗ ਹੈ ਨਹੀਂ, ਪਰ ਜੇ ਇਹਨੂੰ ਆਪਾਂ ਅੰਡਰਸਟੈਂਡ ਕਰ ਲਈਏ ਤੇ ਬੜਾ ਪਾਵਰਫੁਲ ਬਿਜ਼ਨਸ ਦਾ ਮਾਡਲ ਹੈਗਾ, ਜਿਹਦੇ ਵਿੱਚ ਆਪਾਂ ਤੇ ਆਪਦੀ ਬੱਚਿਆਂ ਲਈ, ਆਉਣ ਵਾਲੀ ਜਨਰੇਸ਼ਨ ਲਈ ਇੱਕ ਵਧੀਆ ਫਿਊਚਰ ਵਧੀਆ ਬਣਾ ਸਕਦੇ ਹਾਂ ਜੀ। ਸੋ ਉਹਨਾਂ ਨੇ ਫਿਰ ਮੈਨੂੰ ਕਲੈਰਿਟੀ ਦਿੱਤੀ ਜਦ ਉਹਨਾਂ ਨੇ ਸਮਝਾਈ, ਤੇ ਜਿਹੜੀਆਂ ਗੱਲਾਂ ਮੈਂ ਪਹਿਲਾਂ ਸਮਝਦਾ ਸੀ ਬਿਜ਼ਨਸ ਬਾਰੇ ਉਹ ਟੋਟਲੀ ਡਿਫਰੈਂਟ ਨਿਕਲੀਆਂ। ਉਸ ਤੋਂ ਬਾਅਦ ਫਿਰ ਮੈਂ 2015 ਤੋਂ ਫਿਰ ਫੁੱਲ ਟਾਈਮ ਇਸ ਆਰਗੇਨਾਈਜੇਸ਼ਨ ਨਾਲ ਕੰਮ ਕਰ ਰਿਹਾ ਜੀ। ਸੋ ਇੱਥੇ ਸਰੀ ਦੇ ਵਿੱਚ ਹੈਗੇ ਆ, ਐਬਸਫੋਰਡ ਆਪਣਾ ਆਫਿਸ ਹੈਗਾ ਜਿਹਨੂੰ ਮੈਂ ਪਰਸਨਲੀ ਰਨ ਕਰਦਾ, ਫਿਰ ਵਿਕਟੋਰੀਆ ਤੇ ਨਨੈਮੋ। ਸੋ 2015 ਤੋਂ ਤੁਸੀਂ ਫੁੱਲ ਟਾਈਮ ਇਹੀ ਕਰ ਰਹੇ ਹੋ? ਹਾਂਜੀ, ਫਿਰ ਮੈਂ ਫੁੱਲ ਇੱਧਰ ਹੋ ਗਈ ਸੀ ਜੀ। ਤੇ ਕੋਵਿਡ-19 ਨੂੰ ਲੈ ਕੇ ਕਮਿਊਨਿਟੀ ਦੇ ਵਿੱਚ ਤੁਹਾਨੂੰ ਪਤਾ ਕਿ ਲੋਕੀ ਬੜੇ ਪੈਨਿਕ ਹੋਏ ਆ, ਬਹੁਤ ਸਾਰੀਆਂ ਸੰਸਥਾਵਾਂ, ਜੇ ਅਸੀਂ ਦੇਸੀ ਬਾਈਟਸ ਦੀ ਗੱਲ ਕਰੀਏ ਉਹਨਾਂ ਵੱਲੋਂ ਵੀ ਫੂਡ ਮੀਲ ਪ੍ਰੋਵਾਈਡ ਕੀਤੇ ਜਾਂਦੇ। ਜੀਵਨ ਸਿੱਧੂ, ਮਾਵੀ ਹੁਣੀ ਬਹੁਤ ਵਧੀਆ ਕੰਮ ਕਰ ਰਹੇ ਹੈਗੇ ਆ, ਹੋਰ ਵੀ ਕਮਿਊਨਿਟੀ ਬਹੁਤ ਸਾਰੇ ਇਹੋ ਜਿਹੇ ਕਦਮ ਚੁੱਕ ਰਹੀ ਹੈਗੀ ਆ। ਗੁਰਦੁਆਰਾ ਸਾਹਿਬ ਨੇ ਵੀ ਆਪਣੀਆਂ ਗੋਲਕਾਂ ਖੋਲ ਦਿੱਤੀਆਂ ਆ ਲੋਕਾਂ ਦੀ ਮਦਦ ਦੇ ਲਈ। ਸੋ ਪਰ ਤੁਸੀਂ ਆਪਣੇ ਵੱਲੋਂ ਬੜਾ ਵਧੀਆ ਇੱਕ ਉਦਮ ਕੀਤਾ, ਬੜਾ ਸ਼ਲਾਘਾਯੋਗ ਕਦਮ ਹੈ ਜਿਹੜਾ ਤੁਸੀਂ ਅੱਜ 2,80,000 ਇੱਕ ਘੰਟੇ ਦੇ ਵਿੱਚ ਵਰਲਡ ਫਾਈਨੈਂਸ ਗਰੁੱਪ ਨੇ ਜਿਹੜਾ ਤੁਸੀਂ ਇਕੱਠਾ ਕੀਤਾ ਆ ਤੇ ਫਰੰਟ ਲਾਈਨ ਦੇ ਵਰਕਰਸ ਨੂੰ ਦਿੱਤਾ, ਹਸਪੀਟਲਸ ਨੂੰ, ਫੂਡ ਬੈਂਕਸ ਨੂੰ ਤੁਸੀਂ ਦਿੱਤਾ ਆ। ਬੜਾ ਸਿਰ ਫਖਰ ਦੇ ਨਾਲ ਉੱਚਾ ਹੁੰਦਾ ਕਿ ਪੰਜਾਬੀ ਅਸੀਂ, ਜੇ ਅਸੀਂ ਇਹਨਾਂ ਮੁਲਕਾਂ 'ਚ ਆ ਕੇ ਮਿਹਨਤਾਂ ਕਰਕੇ ਇੰਨਾ ਕਮਾਇਆ ਆ ਤੇ ਜਦੋਂ ਵਿਪਤਾ ਪੈਂਦੀ ਆ, ਬੇਸ਼ੱਕ ਉਹ ਕਿਸੇ ਨੇਸ਼ਨ ਦਾ ਬੰਦਾ ਹੋਵੇ, ਤੇ ਅਸੀਂ ਸਿਰ ਡਾਹ ਦਿੰਦੇ ਆ, ਉੱਥੇ ਪਹੁੰਚ ਜਾਂਦੇ ਆ ਇੱਕ ਦੂਜੇ ਦੀ ਮਦਦ ਕਰਨ ਦੇ ਲਈ। ਪਰ ਤੁਸੀਂ ਆਪਣੇ ਵੱਲੋਂ ਕਮਿਊਨਿਟੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਵੀ ਕਿਵੇਂ ਉਹ ਸੇਫ ਰਹਿ ਸਕਦੇ ਆ, ਕਿਹੜੀਆਂ ਗੱਲਾਂ ਦਾ ਉਹ ਖਿਆਲ ਰੱਖਣ, ਕਿਵੇਂ ਅਸੀਂ ਰਲ ਮਿਲ ਕੇ ਇਹਦੇ ਨਾਲ ਲੜ ਸਕਦੇ ਹਾਂ ਕੋਵਿਡ-19 ਦੇ ਨਾਲ? ਭੈਣ ਜੀ, ਮੈਂ ਇਹਦੇ ਵਿੱਚ ਇੰਨਾ ਜ਼ਰੂਰ ਜ਼ਿਕਰ ਕਰਨਾ ਚਾਹੁੰਦਾ ਵੀ ਜਿਵੇਂ ਅਸੀਂ ਹੁਣ ਬਾਹਰਾਂ ਦਾ ਮੈਨੂੰ ਪਤਾ ਨਹੀਂ ਹੈਗਾ ਦੂਸਰੇ ਆਰਗੇਨਾਈਜੇਸ਼ਨ ਕਿਵੇਂ ਕਰਦੀਆਂ, ਪਰ ਜਿਹੜੀ ਸਾਡੀ ਆਰਗੇਨਾਈਜੇਸ਼ਨ ਦੇ ਵਿੱਚ ਅਸੀਂ ਜਿਹੜੇ ਸਟੈਪਸ ਲਏ ਆ ਉਹ ਮੈਂ ਜ਼ਰੂਰ ਸ਼ੇਅਰ ਕਰ ਦਿੰਦਾ ਵੀ ਅਸੀਂ ਸੋਸ਼ਲ ਡਿਸਟੈਂਸਿੰਗ ਹੈ ਜਿਹੜੀ ਉਹਨੂੰ ਮੇਨਟੇਨ ਰੱਖੀਏ ਜੀ। ਸਾਰਿਆਂ ਨਾਲੋਂ ਇੰਪੋਰਟੈਂਟ ਪਾਰਟ ਹੈ ਕਿਉਂਕਿ ਸਾਨੂੰ ਪਤਾ ਵੀ ਉਹਦੇ ਥਰੂ ਹੀ ਇਹ ਸਪਰੈਡ ਹੁੰਦਾ ਜੀ। ਸੋ ਇੱਕ ਦੂਜੇ ਤੋਂ ਅਸੀਂ ਇੱਕ ਰੱਖੀਏ ਤੇ ਜਿੰਨਾ ਵੀ ਅਸੀਂ, ਕਿਉਂਕਿ ਅਸੀਂ ਹਦਾਇਤਾਂ ਦਿੱਤੀਆਂ ਵੀ ਸਾਰੇ ਆਫਿਸ ਦੇ ਵਿੱਚ ਇਹ ਚੀਜ਼ ਬੰਦ ਕਰਤੀ ਆ ਤੇ ਆਨਲਾਈਨ ਅਸੀਂ ਸਿਸਟਮ ਕਰਤਾ ਤੇ ਆਨਲਾਈਨ ਹੀ ਸਾਰਾ ਕੁਝ, ਜਿਵੇਂ ਤੁਹਾਨੂੰ ਦੱਸਿਆ ਜੀ ਈਵੈਂਟ ਜਿਹੜਾ ਸੀਗਾ ਆਲਮੋਸਟ ਸਾਰੇ ਕੈਨੇਡਾ ਤੇ US ਦੇ ਵਿੱਚ ਲੱਗੇ, ਉਹ ਆਨਲਾਈਨ ਕਰਤਾ। ਉਸੇ ਤਰੀਕੇ ਨਾਲ ਜਿਹੜਾ ਸਾਡਾ ਮੀਟਿੰਗਸ ਹੈਗੀਆਂ ਸਾਰਾ ਕੁਝ ਅਸੀਂ ਆਨਲਾਈਨ ਸੈਟਅਪ ਕਰਤਾ। ਸੋ ਸਾਰਿਆਂ ਨਾਲ ਜ਼ਰੂਰੀ ਆ ਵੀ ਅਸੀਂ ਆਪ ਦਾ ਖਿਆਲ ਰੱਖੀਏ। ਜੇ ਅਸੀਂ ਆਪ ਸੇਫ ਆ ਤਾਂ ਫਿਊਚਰ ਅਸੀਂ ਆਪੇ ਬਿਲਡ ਕਰ ਲਾਂਗੇ।
ਪਰ ਐਂ ਨਾ ਹੋਵੇ ਵੀ ਅਸੀਂ ਅਲਗਰਜੀ ਕਰੀਏ ਜਾਂ ਸ਼ਾਰਟ ਟਾਈਮ ਗਰੀਡ ਕਰਕੇ ਅਸੀਂ ਕੁਛ ਇਦਾਂ ਦੇ ਸਟੈਪ ਲੈ ਲਈਏ ਤਾਂ ਕਿ ਸਾਡੇ ਪਰਿਵਾਰ ਨੂੰ ਉਹਦਾ ਨੁਕਸਾਨ ਝੱਲਣਾ ਪਵੇ। ਸੋ ਇਸ ਕਰਕੇ ਮੈਂ ਚਾਹੁੰਦਾ ਵੀ ਸਾਰੀ ਕਮਿਊਨਿਟੀ ਆ, ਅਸੀਂ ਇੱਕ ਦੂਜੇ ਨੂੰ ਅਸੀਂ ਆਪ ਦਾ ਖਿਆਲ ਰੱਖੀਏ, ਆਪਦੇ ਖਿਆਲ ਦੇ ਰੱਖਣ ਨਾਲ ਅਸੀਂ ਕਮਿਊਨਿਟੀ ਦਾ ਖਿਆਲ ਰੱਖ ਸਕਦੇ ਹਾਂ। ਸੋ ਆਪਦੇ ਆਪ ਨੂੰ ਸੇਫ ਰੱਖੀਏ, ਕਮਿਊਨਿਟੀ ਨੂੰ ਸੇਫ ਰੱਖੀਏ। ਸੋ ਇਹ ਸਾਡਾ ਮੇਨ ਹੈਗਾ ਵੀ ਆਪਾਂ ਇਸ ਚੀਜ਼ ਨੂੰ ਸਟ੍ਰਿਕਟਲੀ ਫੋਲੋ ਕਰੀਏ ਜਦ ਤੱਕ ਇਹਦਾ ਕੋਈ ਪਰਮਾਨੈਂਟ ਸੋਲੂਸ਼ਨ ਨਹੀਂ ਨਿਕਲਦਾ। ਬਹੁਤ ਵਧੀਆ ਤੁਸੀਂ ਸਾਨੂੰ ਇਨਫੋਰਮੇਸ਼ਨ ਦਿੱਤੀ ਕਿ ਫੰਡਿੰਗ ਕਿਹੜੇ ਹਸਪੀਟਲ ਨੂੰ ਤੁਸੀਂ ਦਿੱਤੀ ਹੈ। ਸੋ ਸਾਡੇ BC ਦੇ ਵਿੱਚ ਤੁਸੀਂ ਸਰੀ ਮੈਮੋਰੀਅਲ ਹਸਪੀਟਲ ਨੂੰ ਫੰਡਿੰਗ ਦਿੱਤੀ ਹੈ, ਇਸ ਤੋਂ ਇਲਾਵਾ ਹੋਰ ਵੀ ਕਿਤੇ ਦਿੱਤੀ ਹੈ ਫੰਡਿੰਗ? ਹਾਂਜੀ, ਉਹ ਮੈਂ ਤੁਹਾਨੂੰ ਪਹਿਲਾਂ ਜ਼ਿਕਰ ਕੀਤਾ ਸੀ ਮੌਂਟਰੀਅਲ ਤੇ ਸਾਰੇ ਨੋ ਸਰੀ BC ਦੀ ਜੇ ਮੈਂ ਗੱਲ ਕਰਾਂ। ਨਹੀਂ, BC ਦੇ ਵਿੱਚ ਨਹੀਂ, ਹੋਰ ਆਪਣੇ ਸਿਰਫ ਆਪਣੇ ਸਰੀ ਮੈਮੋਰੀਅਲ ਹਸਪੀਟਲ ਨੂੰ ਦਿੱਤੀ ਹੈ ਜੀ। ਔਰ ਬਹੁਤ ਵਧੀਆ ਤੁਸੀਂ ਸਾਨੂੰ ਇਨਫੋਰਮੇਸ਼ਨ ਦਿੱਤੀ ਹੈ। ਔਰ ਅੱਜ ਦੀ ਜਿਹੜੀ ਕਾਨਫਰੰਸ ਕੀਤੀ ਗਈ ਹੈ ਔਰ ਸਾਰੇ ਕੰਮ ਆਨਲਾਈਨ ਹੋ ਰਹੇ ਆ, ਸੋਸ਼ਲ ਡਿਸਟੈਂਸ ਰੱਖਣ ਕਰਕੇ ਸਾਰੇ ਆਪਣੀ ਸੇਫਟੀ ਦਾ ਖਾਸ ਕੰਸਰਨ ਆ, ਖਾਸ ਖਿਆਲ ਰੱਖਦੇ ਆ। ਸੋ ਬੜਾ ਵਧੀਆ ਤੁਸੀਂ ਅੱਜ ਇੱਥੇ ਪਹੁੰਚੇ ਸਟੂਡੀਓ ਦੇ ਵਿੱਚ, ਤੁਸੀਂ ਇੰਨੀ ਵਧੀਆ ਸਾਨੂੰ ਇਨਫੋਰਮੇਸ਼ਨ ਦਿੱਤੀ। ਸੋ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਕਿਉਂਕਿ WFG ਤੋਂ ਸਾਡੇ ਨਾਲ ਹੋਰ 2 ਗੈਸਟ ਵੀ ਆ। ਔਰ ਮੈਂ ਚਾਹੂੰਗੀ ਕਿ ਕਿਸੇ ਦਿਨ ਅਸੀਂ ਤੁਹਾਡੀ ਲਾਈਫ ਜਰਨੀ ਦੇ ਉੱਤੇ ਜ਼ਰੂਰ ਗੱਲਬਾਤ ਕਰੀਏ ਕਿਉਂਕਿ ਹਾਕੀ ਦੇ ਵਿੱਚ ਤੁਸੀਂ ਬੜੇ ਬਿਗ ਲੈਵਲ ਤੱਕ ਪਲੇ ਕੀਤਾ ਆ, ਬੜੇ ਵਧੀਆ ਟੂਰਨਾਮੈਂਟ ਵੀ ਤੁਸੀਂ ਕਰਵਾ ਰਹੇ ਹੋ ਆਏ ਸਾਲ, ਤੇ ਮੈਨੂੰ ਲੱਗਦਾ ਸ਼ਾਇਦ ਇਸ ਵਾਰੀ ਅਸੀਂ ਉਹ ਟੂਰਨਾਮੈਂਟ ਨਹੀਂ ਦੇਖ ਸਕਾਂਗੇ। ਸੋ ਇਹ ਵੀ ਇੱਕ ਬੜਾ ਦਿਲ ਨੂੰ ਲੱਗਦਾ ਆ, ਪਰ ਕੁਛ ਨਾ ਕੁਛ ਕਰਾਂਗੇ। ਪਿਛਲੇ ਸਾਲ ਵਾਲੇ ਟੂਰਨਾਮੈਂਟ ਜ਼ਰੂਰ ਅਸੀਂ ਸ਼ੇਅਰ ਕਰਾਂਗੇ, ਉਹ ਦਿਖਾਵਾਂਗੇ ਲੋਕਾਂ ਨੂੰ। ਪਰ ਕੀ ਜਾਂਦੇ ਤੁਸੀਂ ਕਹਿਣਾ ਚਾਹੁੰਦੇ ਇਸ ਤੋਂ ਪਹਿਲਾਂ ਕਿ ਅਸੀਂ ਤੁਹਾਤੋਂ ਇਜਾਜ਼ਤ ਲਈਏ? ਸਾਡੇ ਨਾਲ ਹੋਰ ਵੀ ਗੈਸਟ ਨੇ। ਥੈਂਕ ਯੂ ਭੈਣ ਜੀ। ਮੈਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹੁੰਦਾ ਵੀ ਸਾਡੇ ਜਿਹੜੇ ਆਰਗੇਨਾਈਜੇਸ਼ਨ ਦੇ ਲੀਡਰਸ ਹੈਗੇ ਆ, ਜਿਨ੍ਹਾਂ ਦੇ ਵਿੱਚ ਸਾਰਿਆਂ ਨੂੰ ਸਾਡੇ ਵੱਡੇ ਵੀਰ ਧਾਲੀਵਾਲ, ਹਾਂਜੀ, ਉਹਨਾਂ ਦੇ ਨਾਲ ਟੈਰੀ ਜੋਹਲ, ਹਰਿੰਦਰ ਸਿੰਘ ਸੁਖੀਜਾ, ਕਮਲ ਸੰਧੂ ਜਿਹੜੇ ਮੇਰੇ ਤੋਂ ਬਾਅਦ ਇੱਥੇ ਆਪਣੇ ਨਾਲ ਹੀ ਹੈਗੇ ਆ, ਤੇ ਹੋਰ ਬਹੁਤ ਲੀਡਰਸ ਜਿਹੜੇ ਹੈਗੇ ਆ, ਉਹਨਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਇਨੀਸ਼ੀਏਟਿਵ ਲਿਆ ਤੇ ਇੱਕ ਰਾਈਟ ਵੇ ਡਿਸੀਜਨ ਬਣਾ ਕੇ ਕਮਿਊਨਿਟੀ ਦੇ ਲਈ ਉਹ ਬਰਾਬਰ ਖੜੇ ਹੈਗੇ। ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦ। ਤੇ ਨਾਲ ਦੀ ਨਾਲ ਜਿਹੜੇ ਅੱਜ ਬੁਲਾਰੇ ਸੀਗੇ, ਜਿਹੜੇ ਆਪਣੇ ਈਵੈਂਟ ਤੇ ਆਏ ਸੀਗੇ, ਜਿਨ੍ਹਾਂ ਦੇ ਵਿੱਚ ਮੈਂ ਜ਼ਿਕਰ ਕਰਨਾ ਚਾਹੁੰਦਾ ਅੰਟਾਰੀਓ ਦੇ ਪ੍ਰੀਮੀਅਰ, ਉਹਨਾਂ ਨੇ ਮੈਸੇਜ ਭੇਜਿਆ ਸੀਗਾ ਤੇ ਨਾਲ ਡਗ ਫੋਰਡ ਉਹਨਾਂ ਨੇ, ਹਾਂਜੀ, ਤੇ ਨਾਲ ਉੱਥੋਂ ਦੇ ਮੇਅਰ ਸੀਗੇ ਪੈਟਰਿਕ ਬਰਾਊਨ, ਉਹਨਾਂ ਨੇ ਮੈਸੇਜ ਆਨਲਾਈਨ ਆ ਕੇ ਦਿੱਤਾ। ਆਪਣੇ ਮੈਂ ਧੰਨਵਾਦ ਕਰਨਾ ਚਾਹੁੰਦਾ ਸਰੀ ਦੇ ਮੇਅਰ ਜਿਹੜੇ ਡਗ ਮਕੱਲਮ, ਉਹਨਾਂ ਨੇ ਇਸ ਸਮੇਂ ਦੇ ਆ ਕੇ ਸਾਨੂੰ ਐਪਰੀਸ਼ੀਏਟ ਕੀਤਾ, ਸਾਡਾ ਹੌਸਲਾ ਵਧਾਇਆ। ਉਹਨਾਂ ਨੇ ਆਨਲਾਈਨ ਆ ਕੇ ਸਾਡੇ ਲਈ ਪਿਆਰ ਦੇ ਸ਼ਬਦ ਬੋਲੇ। ਤੇ ਸਾਡੇ ਲੋਕਲ MP ਸਾਡੇ ਵੀਰ ਸੁਖ ਧਾਲੀਵਾਲ, ਉਹਨਾਂ ਨੇ ਆ ਕੇ ਸਾਨੂੰ ਐਪਰੀਸ਼ੀਏਟ ਕੀਤਾ। ਸੋ ਇਹਨਾਂ ਸਾਰੇ ਵੀਰਾਂ ਦਾ, ਤੇ ਨਾਲ ਦੀ ਨਾਲ ਅਲਬਰਟਾ ਤੋਂ 3 ਮਿਨਿਸਟਰ ਸੀਗੇ ਜਿਹੜੇ ਉਹਨਾਂ ਨੇ ਆ ਕੇ ਐਪਰੀਸ਼ੀਏਟ ਕੀਤਾ। ਸਾਰਿਆਂ ਦਾ ਮੈਂ ਧੰਨਵਾਦ ਕਰਦਾ। ਤੇ ਨਾਲ ਤੁਹਾਡਾ ਭੈਣ ਜੀ ਬਹੁਤ ਧੰਨਵਾਦ, ਸਾਂਝਾ TV ਦਾ ਬਹੁਤ ਧੰਨਵਾਦ, ਤੇ ਸਾਰਿਆਂ ਨੂੰ ਵੱਡਾ ਧੰਨਵਾਦ ਇਸ ਕਮਿਊਨਿਟੀ ਦਾ ਜਿਨ੍ਹਾਂ ਨੇ ਸਾਨੂੰ ਇਸ ਕਾਬਿਲ ਬਣਾਇਆ ਜੀ। ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ, ਤੁਹਾਡਾ ਸਾਨੂੰ ਸਮਾਂ ਦਿੱਤਾ। ਥੈਂਕ ਯੂ ਵੈਰੀ ਮਚ। ਮੇਰੇ ਵੱਲੋਂ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸੋ ਬਿਲਕੁਲ ਜੀ, ਇਹ ਸਨ ਸਾਡੇ ਨਾਲ ਜਸਵੀਰ ਸਿੰਘ ਸਰਾਂ। ਬਹੁਤ ਹੀ ਵਧੀਆ ਇਨਫੋਰਮੇਸ਼ਨ ਇਹਨਾਂ ਨੇ ਸਾਨੂੰ ਦਿੱਤੀ, ਤੇ ਬਿਲਕੁਲ 1 ਘੰਟਾ ਲਾਈਵ ਕਰਕੇ $2,80,000 ਜਿਹੜਾ ਇਕੱਠਾ ਕੀਤਾ ਗਿਆ WFG ਵੱਲੋਂ। ਔਰ ਹੋਰ ਇਨਫੋਰਮੇਸ਼ਨ ਲੈ ਕੇ ਤੁਹਾਡੇ ਰੂਬਰੂ ਹੁੰਦੇ ਆ, ਸਾਡੇ ਨਾਲ ਗੈਸਟ ਹੋਰ ਨੇ, ਉਹਨਾਂ ਦੇ ਨਾਲ ਵੀ ਇੰਟਰੋਡਕਸ਼ਨ ਕਰਾਉਂਦੇ ਆ। ਪਰ ਰੁਕਦੇ ਆ ਛੋਟੀ ਜਿਹੀ ਬ੍ਰੇਕ ਦੇ ਲਈ। ਤੁਸੀਂ ਕਿਤੇ ਨਹੀਂ ਜਾਣਾ, ਦੇਖਦੇ ਰਹੋ ਸਾਂਝਾ TV। ਸੋ ਬ੍ਰੇਕ ਤੋਂ ਬਾਅਦ ਮੁੜ ਤੋਂ ਸਵਾਗਤ ਹੈ। ਜਿਵੇਂ ਮੈਂ ਤੁਹਾਡੇ ਨਾਲ ਪਹਿਲਾਂ ਸ਼ੋਅ ਸਟਾਰਟ ਹੋਣ ਸਮੇਂ ਦੱਸਿਆ ਸੀ ਕਿ ਸਾਡੇ ਨਾਲ WFG ਤੋਂ ਗੈਸਟ ਪਹੁੰਚੇ ਹੋਏ ਨੇ। ਬਹੁਤ ਹੀ ਵਧੀਆ ਅੱਜ ਇੱਕ ਇਹਨਾਂ ਨੇ ਉਪਰਾਲਾ ਕੀਤਾ COVID-19 ਦੇ ਨਾਲ ਫਾਈਟ ਕਰਨੀ ਹੈ, ਰਲ ਕੇ ਫਰੰਟ ਲਾਈਨ ਵਰਕਰਸ ਦੀ ਹੈਲਪ ਦੇ ਲਈ ਮੈਦਾਨ ਦੇ ਵਿੱਚ ਨਿੱਤਰੇ ਨੇ। ਔਰ ਇਹਨਾਂ ਨੇ ਅੱਜ 1 ਘੰਟਾ ਲਾਈਵ ਕਰਕੇ ਆਨਲਾਈਨ WFG ਨੇ ਇੱਕ ਛੋਟਾ ਇਹਨਾਂ ਦਾ ਗਰੁੱਪ ਸੀ, ਵੈਸੇ ਤਾਂ ਬਹੁਤ ਸਾਰੇ ਮੈਂਬਰ ਆ ਇਹਨਾਂ ਦੇ, ਔਰ ਇਹਨਾਂ ਨੇ ਜਿਹੜਾ $2,80,000 ਇਕੱਠਾ ਕੀਤਾ ਔਰ ਉਹ ਹਸਪੀਟਲਸ ਤੱਕ ਪਹੁੰਚਦਾ ਕੀਤਾ। ਸੋ ਸਾਡੇ ਨਾਲ ਜਿਹੜੇ ਪਹਿਲੇ ਗੈਸਟ ਸੀ ਜਸਵੀਰ ਸਿੰਘ ਸਰਾਂ, ਉਹਨਾਂ ਨੇ ਸਾਨੂੰ ਦੱਸਿਆ ਕਿ ਕਿੱਥੇ ਉਹ ਜਿਹੜਾ ਫੰਡਿੰਗ ਦਿੱਤੀ ਗਈ। ਤੇ ਹੁਣ ਮੇਰੇ ਨਾਲ ਕਮਲਦੀਪ ਸਿੰਘ ਸੰਧੂ ਐਗਜ਼ੈਕਟਿਵ ਵਾਈਸ ਚੇਅਰਮੈਨ ਨੇ। ਔਰ ਜੇ ਮੈਂ ਇਹਨਾਂ ਦੇ ਕਿੱਤੇ ਦੀ ਗੱਲ ਕਰਾਂ ਤੇ ਪਹਿਲਾਂ ਇਹੋ ਟੀਚਰ ਰਹਿ ਚੁੱਕੇ ਨੇ, ਪ੍ਰਿੰਸੀਪਲ ਰਹਿ ਚੁੱਕੇ ਨੇ। ਸੋ ਇਹਨਾਂ ਦਾ ਪ੍ਰੋਫੈਸ਼ਨ ਹੋਰ ਸੀ, ਤੇ WFG ਨੂੰ ਇਹਨਾਂ ਨੇ ਕਿਵੇਂ ਜੁਆਇਨ ਕੀਤਾ ਤੇ ਕਿਵੇਂ ਇਹਨਾਂ ਦੀ ਲਾਈਫ ਦੇ ਵਿੱਚ ਚੇਂਜ ਆਈ, ਸੋ ਇਹ ਅਸੀਂ ਇਹਨਾਂ ਤੋਂ ਜਾਣਦੇ ਹਾਂ ਤੇ ਇਹਨਾਂ ਨੂੰ ਜੀ ਆਇਆਂ ਕਰਦੇ ਹਾਂ ਜੀ। ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਜੀ ਤੁਹਾਨੂੰ। ਥੈਂਕ ਯੂ, ਤੁਸੀਂ ਆਪਣਾ ਟਾਈਮ ਕੱਢਿਆ। ਥੈਂਕ ਯੂ ਜੀ, ਧੰਨਵਾਦ ਜੀ, ਸਾਂਝਾ TV ਦਾ ਤੁਸੀਂ ਮੌਕਾ ਦਿੱਤਾ ਜੀ। ਔਰ ਮੈਨੂੰ ਬੜਾ ਵਧੀਆ ਲੱਗਦਾ ਜੀ ਜਦੋਂ ਕਿ ਕੋਈ ਇਨਸਾਨ ਆਪਣੀ ਲਾਈਫ ਜਰਨੀ ਸਾਡੇ ਨਾਲ ਸਾਂਝੀ ਕਰਦਾ। ਅਕਸਰ ਹਰ ਕਿਸੇ ਨੇ ਕਿਸੇ ਨਾ ਕਿਸੇ ਫੀਲਡ ਦੇ ਵਿੱਚ ਮੱਲਾਂ ਮਾਰੀਆਂ ਹੁੰਦੀਆਂ, ਹਰ ਇੱਕ ਦਾ ਆਪਣਾ ਹੀ ਪ੍ਰੋਫੈਸ਼ਨ ਆ। ਤੁਸੀਂ ਟੀਚਰ ਵੀ ਰਹਿ ਚੁੱਕੇ ਹੋ, ਪ੍ਰਿੰਸੀਪਲ ਵੀ ਸਕੂਲ ਦੇ ਵਿੱਚ ਰਹਿ ਚੁੱਕੇ ਹੋ, ਪਰ ਤੁਸੀਂ WFG ਨੂੰ ਕਦੋਂ ਜੁਆਇਨ ਕੀਤਾ? ਕਾਰਨ ਕੀ ਸੀ ਤੁਹਾਡਾ ਇੱਧਰ ਆਉਣ ਦਾ? ਕਿਵੇਂ ਪ੍ਰਭਾਵਿਤ ਹੋਏ? ਕਿਉਂਕਿ ਇੱਕ ਟੀਚਰ, ਇੱਕ ਪ੍ਰਿੰਸੀਪਲ, ਇੱਕ ਵੱਖਰੇ ਫੀਲਡ ਤੋਂ ਤੁਸੀਂ ਇੱਕ ਵੱਖਰੇ ਫੀਲਡ 'ਚ ਆ ਕੇ ਕਿਵੇਂ ਆਲ ਅ ਸਡਨ ਚੇਂਜ ਕਿਵੇਂ ਹੋਈ?
ਦੇਖੋ ਜੀ, ਬੜੀ ਸਪੈਸ਼ਲ ਤਰੀਕੇ ਦੇ ਨਾਲ ਇਹ ਜਰਨੀ ਬਿਗਨ ਹੋਈ ਹੈ। ਸੋ ਉਹਦੇ ਵਿੱਚ ਮੇਨ 2014 ਚ ਮੈਂ ਇਸ ਕੰਪਨੀ ਦੇ ਕਨੈਕਸ਼ਨ ਦੇ ਵਿੱਚ ਆਇਆ। ਸੋ ਪਹਿਲਾਂ ਮੈਂ ਆਪਣੇ ਮਾਈਂਡ ਦੇ ਵਿੱਚ ਕਈ ਪਰਸੈਪਸ਼ਨਸ ਬਣਾਈ ਬੈਠਾ ਸੀਗੀਆਂ, ਜਿਹੜੀਆਂ ਕਿ ਬਹੁਤਾਤ ਗਲਤ ਹੁੰਦੀਆਂ, ਕਿਉਂਕਿ ਕਿਸੇ ਵੀ ਚੀਜ਼ ਨੂੰ ਜਿੰਨੀ ਦੇਰ ਤੱਕ ਆਪਾਂ ਗਹਿਰਾਈ ਤੱਕ ਸਮਝਦੇ ਨਹੀਂ, ਉਨੀ ਦੇਰ ਤੱਕ ਅਸੀਂ ਉਹਨੂੰ ਪ੍ਰੋਪਰ ਜਾਣਕਾਰੀ ਨਹੀਂ ਲੈ ਸਕਦੇ। ਸੋ ਮੈਂ ਵੀ ਉਹਨਾਂ ਬੰਦਿਆਂ ਦੇ ਵਿੱਚੋਂ ਸੀ ਜਿਹੜੀ ਕਿ ਅਧੂਰੀ ਜਾਣਕਾਰੀ ਕਰਕੇ ਆਪਣੇ ਪਰਸੈਪਸ਼ਨਸ ਬਣਾ ਕੇ ਬੈਠਾ ਹੋਇਆ ਸੀ। ਪਰ ਜਦੋਂ ਮੈਨੂੰ ਮੌਕਾ ਮਿਲਿਆ ਕੰਪਨੀ ਦੇ ਵੱਡੇ ਲੀਡਰ ਸਾਹਿਬਾਨ ਦੇ ਨਾਲ ਬੈਠਣ ਦਾ, ਸੋ ਉਹਨਾਂ ਨੂੰ ਜਦੋਂ ਮੈਂ ਕੁਝ ਸਵਾਲ ਡੂੰਘੇ ਪੁੱਛੇ, ਮੈਂ ਕਿਹਾ ਵੀ ਮੈਨੂੰ ਇਹ ਦੱਸੋ ਟੈਕਨੀਕਲ ਵੇ ਦੇ ਨਾਲ, ਸੁਣਿਆ ਮੈਂ ਪਹਿਲਾਂ ਬਹੁਤ ਹੈ, ਪਰ ਮੈਨੂੰ ਇਹ ਦੱਸੋ ਵੀ ਇਹ ਕੰਪਨੀ ਕਰਦੀ ਕੀ ਹੈ, ਮੇਨ ਮੁੱਦਾ ਕੀ ਹੈ, ਤੇ ਜੇ ਮੈਂ ਅੱਜ ਇਸ ਬਿਜ਼ਨਸ ਦੇ ਵਿੱਚ ਆ ਜੰਨਾ ਆ ਤੇ ਮੈਨੂੰ ਕੀ ਬਣੇਗਾ, ਤੇ ਮੈਂ ਇਸ ਬਿਜ਼ਨਸ 'ਚ ਆ ਕੇ ਕਮਿਊਨਿਟੀ ਨੂੰ ਕੀ ਪੇ ਬੈਕ ਕਰ ਸਕਦਾ। ਸੋ ਜਦੋਂ ਮੇਰੇ ਸਾਰੇ ਕੁਐਸਚਨਸ ਦੇ ਮੈਨੂੰ ਆਨਸਰ ਮਿਲੇ, ਉਹਦੇ ਵਿੱਚ ਫਿਰ ਮੇਰਾ ਡਿਸੀਜਨ ਬਣਾਉਣਾ ਥੋੜਾ ਸੌਖਾ ਹੋ ਗਿਆ। ਪਰ ਨਾਲ ਦੀ ਨਾਲ ਜਦੋਂ ਮੈਂ ਬਤੌਰ ਐਜ਼ ਅ ਟੀਚਰ ਕੰਮ ਕਰ ਰਿਹਾ ਸੀਗਾ ਇੱਥੇ ਸਰੀ ਦੇ ਸਕੂਲ ਦੇ ਵਿੱਚ ਹੀ ਲੋਕਲ 'ਚ, ਉੱਥੇ ਮੈਂ ਇਹ ਦੇਖਿਆ ਸੀਗਾ ਵੀ ਬਹੁਤ ਪੇਰੈਂਟਸ ਜਿਹੜੇ ਸੀਗੇ ਉਹ ਬੱਚਿਆਂ ਨੂੰ ਪ੍ਰੋਪਰ ਟਾਈਮ ਨਹੀਂ ਦੇ ਪਾ ਰਹੇ। ਠੀਕ ਹੈ ਜੀ, ਕਈ ਵਾਰੀ ਅਸੀਂ ਪੇਰੈਂਟ ਟੀਚਰ ਮੀਟਿੰਗਸ ਤੇ ਵੀ ਦਿਖਣਾ ਵੀ ਉਹ ਪੇਰੈਂਟ ਸੀਗੇ ਜਿਹੜੇ ਕੀ ਨਾ ਲੈਂਦੇ ਸਾਰਾ ਸਾਲ ਸਾਨੂੰ ਮਿਲਣ ਨਹੀਂ ਸੀ ਆਉਂਦੇ। ਪਰ ਉੱਥੇ ਜਦੋਂ ਬੇਸਿਕ ਅੰਡਰਸਟੈਂਡਿੰਗ ਸਾਨੂੰ ਇਹ ਹੋਈ ਵੀ ਪੇਰੈਂਟ ਰਾਤ ਦਿਨ ਪੈਸੇ ਲਈ ਭੱਜ ਰਹੇ ਨੇ, ਉਹਨਾਂ ਨੂੰ ਇਹ ਨਹੀਂ ਪਤਾ ਵੀ ਪੈਸਾ ਸਾਡੇ ਲਈ ਕਿੱਦਾਂ ਕੰਮ ਕਰ ਸਕਦਾ। ਸੋ ਲੈਕ ਆਫ ਅਵੇਅਰਨੈਸ ਦੇ ਨਾਲ ਪ੍ਰਾਈਸ ਬੱਚਿਆਂ ਨੂੰ ਪੇ ਕਰਨੀ ਪੈ ਰਹੀ ਹੈ। ਠੀਕ ਹੈ ਜੀ, ਸੋ ਉਸ ਅੰਡਰਸਟੈਂਡਿੰਗ ਨੂੰ ਦੇਖਿਆ, ਮੈਂ ਕਿਹਾ ਬੱਚੇ ਤੇ ਅਸੀਂ ਪੜ੍ਹਾ ਰਹੇ ਹਾਂ, ਪਰ ਜਿਹੜੀ ਜਾੜਾ ਪਿੱਛੇ ਜਿਹੜੇ ਬੱਚਿਆਂ ਨੂੰ ਰੋਜ਼ ਤਿਆਰ ਕਰਕੇ ਭੇਜ ਰਹੇ ਨੇ, ਉਹ ਜਿਹੜੀ ਪਾਰਟ ਮਿਸਿੰਗ ਸੀ, ਪਹਿਲਾਂ ਉਹਨਾਂ ਨੂੰ ਐਜੂਕੇਟ ਕਰੀਏ। ਸੋ ਇਸ ਕੰਪਨੀ ਦੇ ਥਰੂ ਮੈਨੂੰ ਮੌਕਾ ਮਿਲਿਆ ਹੈ। ਅੱਜ ਵੀ ਮੈਂ ਟੀਚਿੰਗ ਪ੍ਰੋਫੈਸ਼ਨ 'ਚ ਹੀ ਹਾਂ, ਪਰ ਅੱਗੇ ਬੱਚੇ ਪੜ੍ਹਾਉਂਦਾ ਸੀ, ਹੁਣ ਮੈਂ ਜਿਹੜਾ ਆ ਕਹਿ ਲਓ ਵੀ ਵੱਡਿਆਂ ਨੂੰ ਪੜ੍ਹਾ ਰਿਹਾ। ਸੋ ਉਹਨਾਂ ਨੂੰ ਜਾਣੂ ਕਰਾ ਰਹੇ ਆ ਵੀ ਜਿਹੜੇ ਕੰਟਰੀ 'ਚ ਅਸੀਂ ਸਾਰੀ ਉਮਰ ਰਹਿਣਾ ਆ, ਪਹਿਲਾਂ ਇਸ ਕੰਟਰੀ ਦੇ ਫਾਈਨੈਂਸ਼ੀਅਲ ਢਾਂਚੇ ਨੂੰ ਸਮਝੋ। ਠੀਕ ਹੈ ਜੀ, ਜਿੰਨੀ ਦੇਰ ਤੱਕ ਤੁਸੀਂ ਕਿਸੇ ਵੀ ਚੀਜ਼ ਨੂੰ ਬਰੀਕੀ ਨਾਲ ਸਮਝੋਗੇ ਨਹੀਂ, ਤੁਸੀਂ ਉਨੀ ਦੇਰ ਤੱਕ ਉਹ 'ਚ ਕਾਮਯਾਬ ਨਹੀਂ ਹੋ ਸਕਦੇ। ਹੁਣ ਆਪਾਂ ਇਸ ਦੇਸ਼ ਨੂੰ ਆਪਣਾ ਪਰਮਾਨੈਂਟ ਘਰ ਬਣਾਇਆ, ਪਰ ਇਸ ਫਾਈਨੈਂਸ਼ੀਅਲ ਢਾਂਚੇ ਨੂੰ ਕਿੰਨਾ ਕੁ ਜਾਣਦੇ ਆ? ਬਹੁਤ ਘੱਟ ਲੋਕ। ਆਪਣੇ ਕੋਲ ਸਮਾਂ ਹੀ ਹੈ ਨਹੀਂਗਾ, ਰਾਤ ਦਿਨ ਅਸੀਂ ਪੈਸੇ ਲਈ ਭੱਜ ਰਹੇ ਹਾਂ। ਕਈ ਵਾਰੀ ਇਹ ਵੀ ਸਵਾਲ ਆਉਂਦਾ ਆ ਵੀ ਵਰਲਡ ਫਾਈਨੈਂਸ਼ੀਅਲ ਗਰੁੱਪ ਜਿਹੜਾ ਆ ਬਹੁਤ ਡਿਫਰੈਂਟ ਕਹਿ ਲਓ ਵੀ ਕਰੀਅਰਸ ਦੇ ਵਿੱਚੋਂ ਲੋਕਾਂ ਨੂੰ ਇਸ ਬਿਜ਼ਨਸ ਦੇ ਵਿੱਚ ਲੈ ਕੇ ਆਉਂਦਾ, ਵੀ ਸ਼ਾਇਦ ਇਹ ਜਿਹੜਾ ਆ ਸਿਰਫ ਪ੍ਰੋਫੈਸ਼ਨਲ ਲੋਕਾਂ ਲਈ ਹੀ ਕਰੀਅਰ ਹੈ। ਨੋ, ਅਸੀਂ ਜਿਹੜੀ ਮੇਰੀ ਅੰਡਰਸਟੈਂਡਿੰਗ ਹੈ, ਡਜ਼ਨਟ ਮੈਟਰ ਕੋਈ ਕਿਸੇ ਵੀ ਪ੍ਰੋਫੈਸ਼ਨ 'ਚ ਹੈ, ਭਾਵੇਂ ਟ੍ਰੇਡ 'ਚ ਹੈ, ਭਾਵੇਂ ਲੇਬਰ 'ਚ ਹੈ, ਕੋਈ ਗ੍ਰੀਨ ਹਾਊਸ 'ਚ ਹੈ, ਸਾਰਿਆਂ ਨੂੰ ਸਲੂਟ ਹੈ। ਪਰ ਇੰਡਾਇਰੈਕਟਲੀ ਉਹ ਕੰਮ ਕਾਹਦੇ ਲਈ ਕਰ ਰਿਹਾ? ਪੈਸੇ ਲਈ। ਪਰ ਉਹਨੂੰ ਜ਼ਰੂਰੀ ਇਹ ਸਮਝ ਹੋਣੀ ਚਾਹੀਦੀ ਹੈ ਵੀ ਪੈਸਾ ਸਾਂਭਣਾ ਕਿੱਦਾਂ। ਠੀਕ ਹੈ ਜੀ, ਮੈਂ ਤਾਂ ਇਹ ਕਹਿਣਾ ਹੁੰਦਾ ਵੀ ਜੇ ਕਿਤੇ ਸਾਨੂੰ ਪੈਸਾ ਸਾਂਭਣਾ ਆ ਜੇ ਤੇ ਸ਼ਾਇਦ ਅਸੀਂ ਮਹੀਨੇ 'ਚ 2 ਦਿਨ ਛੁੱਟੀਆਂ ਵੱਧ ਕਰ ਸਕਦੇ ਹਾਂ, ਜੇ ਪੈਸੇ ਕੋ ਕੰਮ ਲੈਣਾ ਸਿੱਖ ਲਈਏ, ਨਾ ਕਿ ਸਾਰੀ ਉਮਰ ਪੈਸੇ ਲਈ ਕੰਮ ਕਰੀ ਜਾਈਏ। ਉਹ ਸਮਝ, ਉਹ ਜਿਹੜੀ ਇੱਥੇ ਅੰਡਰਸਟੈਂਡਿੰਗ ਹੋਈ, ਪਹਿਲਾਂ ਆਪਣੇ ਲਈ ਫਿਰ ਉਹ ਅੱਜ ਅੰਡਰਸਟੈਂਡਿੰਗ ਆ ਪਰਿਵਾਰਾਂ ਨੂੰ ਵੰਡ ਰਹੇ ਆ, ਤੇ ਜਿਹਦੇ ਵਿੱਚ ਬੜਾ ਸਕੂਨ ਮਿਲ ਰਿਹਾ ਜਦੋਂ ਅਸੀਂ ਪਰਿਵਾਰਾਂ ਨੂੰ ਪ੍ਰੋਟੈਕਟ ਕਰਕੇ ਆਉਂਦੇ ਆ। ਰੱਬ ਨਾ ਕਰੇ ਕਿਸੇ ਪਰਿਵਾਰ 'ਚ ਮਿਸ ਹੈਪਨ ਹੋਵੇ, ਜਦੋਂ ਅਸੀਂ ਉਹਨਾਂ ਪਰਿਵਾਰਾਂ ਦੇ ਵਿੱਚ ਜਾ ਕੇ ਚੈੱਕ ਡਿਲੀਵਰ ਕਰਨ ਜਾਂਦੇ ਆ, ਅਸੀਂ ਉਹਨਾਂ ਬੱਚਿਆਂ ਦੀਆਂ ਅੱਖਾਂ 'ਚ ਦੇਖਦੇ ਆ ਵੀ ਸ਼ੁਕਰ ਆ ਪਰਮਾਤਮਾ ਤੂੰ ਸਾਨੂੰ ਮੌਕਾ ਦਿੱਤਾ। ਡੈਥ ਤੇ ਅਸੀਂ ਨਹੀਂ ਸੀ ਰੋਕ ਸਕਦੇ, ਪਰ ਇਹਨਾਂ ਬੱਚਿਆਂ ਦਾ ਜਿਹੜਾ ਫਿਊਚਰ ਸੀ ਉਹ ਅਸੀਂ ਰੁੱਲੋਂ ਬਚਾ ਲਿਆ। ਜਿਹੜਾ ਕੀ ਨਾ ਲੈਂਦੇ ਉਹਨਾਂ ਦਾ ਪੇਰੈਂਟ ਉਹਨਾਂ ਨੂੰ ਬੱਚਿਆਂ ਨੂੰ ਐਜੂਕੇਸ਼ਨ ਦੇਣਾ ਚਾਹੁੰਦੇ ਸੀ, ਉਹ ਅੱਜ ਵੀ ਦੇ ਪਾਉਣਗੇ। ਠੀਕ ਹੈ ਜੀ, ਜਿਹੜਾ ਉਹਨਾਂ ਨੂੰ ਲਾਈਫ ਸਟਾਈਲ ਫਾਦਰ ਦੇਣਾ ਚਾਹੁੰਦਾ ਸੀ, ਉਹ ਅੱਜ ਵੀ ਮਦਰ ਕੱਲੀ ਐਜ਼ ਅ ਸਿੰਗਲ ਮਦਰ ਦੇ ਪਾਏਗੀ, ਕਿਉਂਕਿ ਅਸੀਂ ਉਸ ਪਰਿਵਾਰ ਨੂੰ ਪ੍ਰੋਟੈਕਟ ਕਰ ਪਾਏ। ਸੋ ਬਹੁਤ ਕਾਰਨ ਸੀਗੇ ਜਿਹਦੇ ਵਿੱਚ ਕਿ ਮੈਨੂੰ ਇਹਦਾ ਡਿਸੀਜਨ ਬਣਾਉਣ ਲਈ ਸੌਖਾ ਹੋਇਆ, ਕਿਉਂਕਿ ਇੱਥੇ ਮੈਨੂੰ ਲੱਗਾ ਵੀ ਮੇਰਾ ਕੰਮ ਹੀ ਚੈਰਿਟੀ ਹੈ। ਸੋ ਉਸ ਕਰਕੇ ਇਸ ਬਿਜ਼ਨਸ ਦੇ ਵਿੱਚ ਆਉਣਾ ਹੋਇਆ ਜੀ। ਸੋ ਕਿੰਨੇ ਕੁ ਵਾਰੇ ਹੋ ਗਏ ਹੁਣ ਤੁਹਾਨੂੰ ਇਸ ਪਾਸੇ? ਆਲਮੋਸਟ ਜੀ 6 ਸਾਲ ਹੋ ਗਏ ਮੈਨੂੰ ਇਸ ਇੰਡਸਟਰੀ 'ਚ ਫੁੱਲ ਟਾਈਮ ਆਏ ਹੋਏ ਨੂੰ। ਪਰ ਤੁਸੀਂ ਬੜੀ ਵਧੀਆ ਪੋਸਟ ਤੇ ਪਹੁੰਚ ਚੁੱਕੇ ਹੋ, 6 ਸਾਲਾਂ ਦੇ ਵਿੱਚ ਬੜੀ ਤਰੱਕੀ ਕੀਤੀ ਹੈ। ਕੀ ਮਹਿਸੂਸ ਕਰਦੇ ਹੋ? ਬਹੁਤ ਵੱਡੀ ਚਲੋ ਅਚੀਵਮੈਂਟ ਹੈ, ਪਰ ਉਹ ਵੀ ਇੱਕ ਪ੍ਰਮਾਤਮਾ ਦੀ ਦਾਤ ਹੈ ਜੀ। ਆਪਾਂ ਮਿਹਨਤ ਕਰ ਸਕਦੇ ਆ, ਪਰ ਜਿਹੜੀ ਉਹ ਚੀਜ਼ ਬਖਸ਼ਿਸ਼ ਜਿਹੜੀ ਕਰਨੀ ਆ ਉਹ ਪ੍ਰਮਾਤਮਾ ਹੀ ਕਰਦਾ ਆ। ਪਰ ਜਿਹੜੀ ਇਸ ਬਿਜ਼ਨਸ ਦੇ ਵਿੱਚ ਕਾਮਯਾਬੀ ਦਾ ਕਾਰਨ ਹੋਇਆ, ਕਿਉਂਕਿ ਜਿੱਦਾਂ ਆਪਾਂ ਕਹਿ ਦਿੰਦੇ ਵੀ ਗੁਰੂ ਬਿਨਾਂ ਗਤ ਨਹੀਂ। ਠੀਕ ਹੈ ਜੀ, ਹਰ ਇੱਕ ਫੀਲਡ ਦੇ ਵਿੱਚ ਤੁਹਾਨੂੰ ਉਸਤਾਦ ਚਾਹੀਦਾ। ਸੋ ਇਸ ਇੰਡਸਟਰੀ ਦੇ ਵਿੱਚ ਵੀ ਮੇਰੀ ਕਿਸਮਤ ਚੰਗੀ ਸੀਗੀ ਵੀ ਮੈਨੂੰ ਇੱਕ ਬੜਾ ਪਾਵਰਫੁਲ ਉਸਤਾਦ ਮਿਲਿਆ ਰਾਜਾ ਧਾਲੀਵਾਲ ਦੇ ਰੂਪ ਦੇ ਵਿੱਚ, ਜਿਹੜੇ ਮੈਨੂੰ ਦਿਸ਼ਾ ਦਿਖਾਉਂਦੇ ਗਏ ਤੇ ਮੈਂ ਉਹਦੇ ਉੱਤੇ ਪੈਰ ਪੱਟ ਕੇ ਤੁਰਦਾ ਰਿਹਾ। ਸੋ ਇਸ ਕਰਕੇ ਕਾਮਯਾਬੀ ਛੇਤੀ ਮਿਲ ਜਾਂਦੀ ਹੈ ਜੇ ਤੁਹਾਡੇ ਕੋਲ ਲੀਡਰ ਤਗੜੇ ਹੋਣ ਤੇ ਜੇ ਤੁਹਾਡੇ ਕੋਲ ਅੰਡਰਸਟੈਂਡਿੰਗ ਵਾਲਾ ਵਿਜ਼ਨ ਹੋਵੇ। ਪਰ ਜਿਹੜੀ ਅੱਜ ਦੀ ਤਰੀਕ ਦੇ ਵਿੱਚ ਵਰਲਡ ਫਾਈਨੈਂਸ਼ੀਅਲ ਗਰੁੱਪ ਦੇ ਵਿੱਚ ਕਲੈਰਿਟੀ ਹੈ, ਜਿਹੜੀ ਅੰਡਰਸਟੈਂਡਿੰਗ ਹੈ, ਜਿਹੜੀ ਲੀਡਰਸ਼ਿਪ ਹੈ, ਉਹ ਇੱਕ ਵੱਖਰੀ ਹੀ ਮਿਸਾਲ ਹੈ। ਬਹੁਤ ਸਾਰੇ ਲੋਕ ਆਉਂਦੇ ਆ, ਬਿਲਕੁਲ ਤੁਸੀਂ ਬਹੁਤ ਸਾਫ਼ ਦੱਸਿਆ ਕਿ ਤੁਹਾਨੂੰ ਜਿਹੜੇ ਤੁਹਾਡੇ ਟੀਚਰ, ਤੁਹਾਨੂੰ ਗਾਈਡ ਕਰਨ ਵਾਲੇ, ਤੁਹਾਡੇ ਜਿਹੜੇ ਰੋਲ ਮਾਡਲ ਸੀ, ਜਿਨ੍ਹਾਂ ਦੇ
ਕਦਮਾਂ ਦੇ ਨਾਲ ਕਦਮ ਮਿਲਾ ਕੇ ਤੁਸੀਂ ਚੱਲਦੇ ਰਹੇ ਹੋ। ਬੜੇ ਲੱਕਲੀ ਤੁਹਾਨੂੰ ਵਧੀਆ ਲੋਕਾਂ ਦਾ ਸੰਗਤ ਮਿਲੀ ਤੇ ਤੁਸੀਂ ਆਪਣੀ ਸਕਸੈਸ ਵੱਲ ਵੱਧ ਗਏ। ਪਰ ਅਕਸਰ ਮੈਂ ਦੇਖਿਆ, ਕਿਉਂਕਿ ਇਸੇ ਕਮਿਊਨਿਟੀ 'ਚ ਰਹਿੰਦੇ ਆ, ਜਦੋਂ WFG ਦਾ ਨਾਂ ਆਉਂਦਾ ਆ ਲੋਕੀ ਆਉਂਦੇ ਆ ਇਸ ਪਾਸੇ ਨੂੰ, ਕਿਉਂਕਿ ਲੋਕਾਂ ਨੇ ਤੁਹਾਨੂੰ ਸਾਰਿਆਂ ਨੂੰ ਸਕਸੈਸ ਹੁੰਦੇ ਦੇਖਿਆ ਆ। ਬਹੁਤ ਸਾਰੇ ਲੋਕ ਆ ਜਿਨ੍ਹਾਂ ਨੂੰ ਮੈਂ ਜਾਣਦੀ ਆ ਜਿਹੜੇ ਆਪਣੇ ਬਿਜ਼ਨਸ ਬੰਦ ਕਰਕੇ ਫੁੱਲ ਟਾਈਮ ਇੱਧਰਲੇ ਪਾਸੇ ਆ ਗਏ। ਬਿਲਕੁਲ ਜੀ। ਔਰ ਉਹਨਾਂ ਨੂੰ ਮਿਲਦੇ, ਪਰ ਕਿਸੇ ਨੂੰ ਕਈ ਵਾਰੀ ਇੰਜ ਹੁੰਦਾ ਕਿ ਲੋਕ ਆਉਂਦੇ ਹੈਗੇ ਆ ਪਰ ਉਹ ਥੋੜੇ ਕੁ ਸਮੇਂ ਬਾਅਦ ਨਿਰਾਸ਼ ਹੋ ਕੇ ਚਲੇ ਜਾਂਦੇ ਆ। ਉਹਦਾ ਕੀ ਕਾਰਨ ਹੁੰਦਾ ਕਿ ਉਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਨਹੀਂ ਮਿਲਦੀ, ਕਿ ਜਾਂ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਗਾਈਡ ਨਹੀਂ ਕੀਤਾ ਜਾਂਦਾ, ਕਿ ਜਾਂ ਉਹਨਾਂ ਨੂੰ ਇਹ ਸਮਝ ਹੀ ਨਹੀਂ ਆਉਂਦੀ ਕਿ ਉਹਨਾਂ ਨੇ ਇਹਨੂੰ ਗਾਂਹ ਲੈ ਕੇ ਕਿਵੇਂ ਜਾਣਾ ਹੈਗਾ। ਸੋ ਕਿਵੇਂ ਉਹ ਸਾਰਾ ਹੋ ਜਾਂਦਾ ਕਿ ਲੋਕੀ ਹਟ ਕਿਉਂ ਜਾਂਦੇ, ਵਿੱਚੋਂ ਨਿਕਲ ਕਿਉਂ ਜਾਂਦੇ? ਸੋ ਬੇਸਿਕਲੀ ਜਿਹੜਾ ਮੇਰਾ ਨਿੱਜੀ ਤਜਰਬਾ ਹੈ 6 ਸਾਲਾਂ ਦੇ ਵਿੱਚ, ਮੇਰੇ ਨਾਲ ਵੀ ਬਹੁਤ ਬੰਦੇ ਜੁੜੇ, ਕਈ ਛੱਡ ਵੀ ਗਏ, ਠੀਕ ਹੈ, ਕਈ ਕਾਮਯਾਬ ਵੀ ਹੋ ਗਏ। ਪਰ ਜੇ ਮੈਂ ਉਸੇ ਸਾਰੀ ਚੀਜ਼ ਦਾ ਇੱਕ ਸਰਵੇਖਣ ਕਰਾਂ ਧਿਆਨ ਦੇ ਨਾਲ, ਮੈਂ ਇਹ ਚੀਜ਼ ਅਬਜ਼ਰਵ ਕੀਤੀ ਹੈ ਵੀ ਜਿਹੜਾ ਛੱਡਣ ਦਾ ਕਾਰਨ ਹੈ ਉਹ ਲੈਕ ਆਫ ਡਿਸਪਲਿਨ ਹੈ, ਲੈਕ ਆਫ ਫੋਕਸ ਹੈ। ਉੱਥੇ ਵਰਲਡ ਫਾਈਨੈਂਸ਼ੀਅਲ ਕੋ ਬਿਜ਼ਨਸ ਦਾ ਮੁੱਦਾ ਨਹੀਂ ਹੈ। ਆਪਾਂ ਜ਼ਿੰਦਗੀ ਦੇ ਵਿੱਚ ਡਿਸਪਲਿਨ ਹੋਰ ਰਸਤਿਆਂ ਚੀਜ਼ਾਂ 'ਚ ਵੀ ਗਵਾ ਚੁੱਕੇ ਹਾਂ। ਅਸੀਂ ਆਪਣਾ ਫੋਕਸ ਜ਼ਿੰਦਗੀ ਦੇ ਵਿੱਚ ਆਲਰੇਡੀ ਹੋਰ ਚੀਜ਼ਾਂ 'ਚ ਵੀ ਗਵਾ ਚੁੱਕੇ ਹਾਂ। ਜਦੋਂ ਲੋਕ ਇਸ ਬਿਜ਼ਨਸ ਦੇ ਵਿੱਚ ਆਉਂਦੇ ਆ, ਲੈਕ ਆਫ ਡਿਸਪਲਿਨ ਦੇ ਕਾਰਨ ਇਸ ਚੀਜ਼ ਬਿਜ਼ਨਸ ਤੋਂ ਬਾਹਰ ਜਾਂਦੇ ਨੇ, ਠੀਕ ਹੈ ਜੀ। ਹੁਣ ਜਿੱਦਾਂ ਤੁਸੀਂ ਕਹਿ ਲਓ ਵੀ ਕਲਾਸ ਹੈ, ਇੱਕ ਟੀਚਰ ਪੜ੍ਹਾ ਰਿਹਾ, ਕਿਉਂਕਿ ਮੈਂ ਟੀਚਿੰਗ ਬੈਕਗ੍ਰਾਉਂਡ ਹੋਣ ਕਰਕੇ ਟੀਚਿੰਗ ਦੀ ਐਗਜ਼ਾਮਪਲ ਦਊਂਗਾ। ਹੁਣ ਉਸੇ ਕਲਾਸ ਦੇ ਵਿੱਚ ਬੱਚੇ ਨੇ ਜਿਹੜੇ 95% ਨੰਬਰ ਨਾਲ ਪਾਸ ਹੋ ਰਹੇ ਨੇ, ਉਸੇ ਕਲਾਸ ਦੇ ਵਿੱਚ ਬੱਚੇ ਨੇ ਜਿਹੜੇ 35 ਨੰਬਰਾਂ ਦੇ ਨਾਲ ਪਾਸ ਹੋ ਰਹੇ ਨੇ, ਤੇ ਉਸੇ ਕਲਾਸ ਦੇ ਵਿੱਚ ਕੁਝ ਬੱਚੇ ਬੈਠੇ ਨੇ ਜਿਨ੍ਹਾਂ ਨੇ ਫੇਲ ਹੋਣਾ ਹੈ, ਠੀਕ ਹੈ ਜੀ। ਸੋ ਟੀਚਰ 'ਚ ਕੋਈ ਕਮੀ ਨਹੀਂ, ਨਾ ਹੀ ਸਕੂਲ 'ਚ ਕਮੀ ਹੈ, ਕਮੀ ਹੁੰਦੀ ਹੈ ਆਪਣੇ ਆਪ 'ਚ। ਜਦੋਂ ਅਸੀਂ ਆਪਣੇ ਆਪ ਨੂੰ ਅੰਦਰੋਂ ਫਿਕਸ ਕਰ ਲੈਂਦੇ ਆ, ਆਪਣੇ ਆਪ ਨੂੰ ਡਿਸਪਲਿਨ 'ਚ ਲੈ ਆਉਂਦੇ ਆ, ਤੇ ਤਰੱਕੀ ਆਪਣੇ ਆਪ ਆਪਾਂ ਨੂੰ ਗਾਂਹ ਦੀ ਗਾਂਹ ਲੈ ਕੇ ਜਾਂਦੀ ਹੈ। ਤੇ ਜੇ ਉਸੇ ਵਿੱਚ ਹੀ ਮੈਂ ਥੋੜੀ ਜਿਹੀ ਗੱਲ ਐਡ ਕਰ ਲਾਂ ਵੀ ਆਪਣੇ ਧਾਰਮਿਕ ਪੱਖੋਂ ਵੀ ਜਦੋਂ ਆਪਾਂ ਜਰਨੀ ਸ਼ੁਰੂ ਕਰਦੇ ਆ, ਜਪਜੀ ਸਾਹਿਬ ਦੇ ਵਿੱਚ ਜਿਹੜੇ 5 ਖੰਡਾਂ ਦੀ ਗੱਲ ਕੀਤੀ ਹੈ, ਸਭ ਤੋਂ ਪਹਿਲਾ ਖੰਡ ਧਰਮ ਖੰਡ ਆਉਂਦਾ, ਜਿਹਦੇ ਵਿੱਚ ਮੁੱਦਾ ਡਿਸਪਲਿਨ, ਠੀਕ ਹੈ ਜੀ। ਉਹ ਕਹਿੰਦੇ ਭਾਵੇਂ ਤੂੰ ਧਾਰਮਿਕ ਪੱਖ ਤੇ ਚੱਲਣਾ ਹੈ, ਉਹ ਵੀ ਡਿਸਪਲਿਨ ਤੇ ਮੁੱਦਾ ਮੁੱਕਣਾ ਹੈ। ਸੋ WFG ਬਿਜ਼ਨਸ ਵੀ ਜਿਹੜਾ ਚੱਲਣਾ ਹੈ, ਇਹ ਵੀ ਡਿਸਪਲਿਨ ਤੇ ਚੱਲਣਾ ਹੈ। ਸੋ ਡਿਸਪਲਿਨ ਦੀ ਕਮੀ ਹੋਣ ਕਰਕੇ ਲੋਕ ਇਸ ਬਿਜ਼ਨਸ ਦੇ ਵਿੱਚੋਂ ਜਿਹੜੇ ਆ ਐਗਜ਼ਿਟ ਕਈ ਵਾਰੀ ਹੋ ਜਾਂਦੇ ਨੇ। ਜੀ, ਸਾਡੇ ਨਾਲ ਇੱਕ ਕਾਲਰ ਨੇ ਜੀ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬੇਟਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਐਡਮਿੰਟਨ ਤੋਂ ਬੋਲਦਾ ਜੀ। ਹਾਂਜੀ। ਉਹ ਇਹਨਾਂ ਬਾਈ ਜੀ ਨੇ ਰਾਜਾ ਧਾਰੀਵਾਲ ਦਾ ਨਾਮ ਲਿਆ ਨਾ ਜੀ। ਹਾਂਜੀ। ਉਹ ਇੱਥੇ ਐਡਮਿੰਟਨ ਨੇ ਮੈਨੂੰ, ਮੈਂ ਸਾਡੇ ਇੱਥੇ ਕਰਦੇ ਰਹਿੰਦੇ ਨੇ। ਉਹਨਾਂ ਨੇ ਨਾ ਕਾਫੀ ਚਿਰ ਹੋਇਆ ਮੇਰੇ ਕੋਲ ਆ ਗਿਆ, 2 ਬੰਦਿਆਂ ਨੂੰ ਨਾਲ ਲੈ ਕੇ ਜੀ। ਹਾਂਜੀ। ਤੇ ਨਾਲ ਲੈ ਕੇ ਆ, ਕਹਿੰਦਾ ਵੀ ਇਹ ਨਵੇਂ ਹਾਇਰ ਹੋਏ ਨੇ, ਵੀ ਤੂੰ ਇਹਨਾਂ ਨੂੰ ਥੋੜਾ ਬਹੁਤਾ ਕਰ ਹਨਾ, ਕਿਵੇਂ ਨਾ ਕਿਵੇਂ ਲੈ ਇੰਸ਼ੋਰੈਂਸ ਲੈ। ਜੀ। ਮੈਂ ਇੰਸ਼ੋਰੈਂਸ ਲੈ ਲਈ ਜੀ, ਤੇ ਮੇਰੀ ਵਾਈਫ ਉਸ ਤੋਂ ਬਾਅਦ ਸੱਟ ਲੱਗ ਗਈ ਹਾਂਜੀ ਕੰਮ ਤੇ ਜੀ। ਵੀ ਕਲੀਨ ਨਾਲ ਕੰਮ ਕਰਦੀ ਸੀਗੀ ਜੀ। ਉਹ ਮੈਨੂੰ ਕਹਿੰਦਾ ਵੀ ਇਹਨੂੰ ਜਿੰਨਾ ਇਹਦਾ ਅਮਾਉਂਟ ਆ ਵੀ ਜੇ ਸਰਟੀਫਿਕੇਟ ਲੱਗ ਗਿਆ ਤਾਂ ਮਿਲੂਗਾ। ਹਾਂਜੀ। ਤੇ ਮੁੜ ਕੇ ਪੇਮੈਂਟਾਂ ਵੀ ਚੱਕੀ ਗਿਆ ਤੇ ਨਾ ਸਾਨੂੰ ਕੋਈ ਪੈਸਾ ਮਿਲਿਆ। ਤੁਸੀਂ ਕੰਪਨੀ ਨਾਲ ਸਿੱਧਾ ਡਾਇਰੈਕਟ ਜੀ, ਤੁਸੀਂ ਕੰਪਨੀ ਦੇ ਨਾਲ ਡਾਇਰੈਕਟ ਗੱਲ ਕੀਤੀ ਸੀ, ਉਹਨਾਂ ਨੂੰ ਇਸ ਗੱਲ ਬਾਰੇ ਦੱਸਿਆ ਸੀ? ਹਾਂਜੀ ਹਾਂਜੀ ਹਾਂਜੀ, ਤਾਂ ਸਾਰਾ ਕੁਝ ਕਰਕੇ ਲਈ ਸੀ ਜੀ ਤੁਸੀਂ। ਤੇ ਗੱਡੀ ਲਈ ਸੀ ਉਹਦੇ ਨਾਂ ਤੇ ਮੇਰੀ ਵਾਈਫ ਦੇ, ਕਹਿੰਦਾ ਉਹਦਾ ਵੀ ਉਹ ਪੇ ਕਰਨਗੇ ਜੀ, ਜਿਹੜੀ ਉਹਨੂੰ ਜਿੰਨੀ ਕੋਈ ਪੇਮੈਂਟ ਆ ਜਾਣੀ ਉਹ ਦੇਣਗੇ ਜੇ ਕੋਈ ਗੱਲਬਾਤ ਹੁੰਦੀ ਹੈ ਇਹਨੂੰ। ਥੈਂਕ ਯੂ, ਤੁਸੀਂ ਸਾਨੂੰ ਫੋਨ ਕੀਤਾ ਜੀ। ਜਿੱਦਾਂ ਤੁਹਾਡੇ ਜਿਹੜੇ ਸਵਾਲ ਵੀ ਤੁਸੀਂ ਸਾਡੇ ਤੱਕ ਰੱਖਿਆ, ਔਰ ਜਰੂਰ ਸਾਡੇ ਨਾਲ ਉਹਨਾਂ ਨੇ ਵੀ ਆਉਣਾ ਹੈਗਾ ਆ, ਤੇ ਅਸੀਂ ਉਹਨਾਂ ਦੇ ਨਾਲ ਜਰੂਰ ਇਹ ਸਵਾਲ ਤੁਹਾਡਾ ਕਰਾਂਗੇ। ਮੇਰਾ ਨਾਮ ਰਜਿੰਦਰ ਸਿੰਘ ਮੰਗਟਾ ਜੀ, ਮੇਰੀ ਵਾਈਫ ਦਾ ਨਾਮ ਸੁਰਿੰਦਰ ਕੌਰ ਮੰਗਟਾ ਜੀ। ਮੈਂ ਤਾਂ ਬੋਲਦਾ ਜੀ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ ਜੀ। ਥੈਂਕ ਯੂ ਜੀ। ਸੋ ਕਈ ਵਾਰੀ ਇਦਾਂ ਦੇ ਸਾਨੂੰ ਸਵਾਲ ਆ ਜਾਂਦੇ ਆ, ਜਿੱਦਾਂ ਹੁਣ ਤੁਸੀਂ ਵੀ ਸੁਣਿਆ ਇਹਨਾਂ ਨੇ ਕੀਤਾ ਹੈਗਾ, ਕਿ ਕੋਈ ਇਹੋ ਜਿਹੀਆਂ ਕੰਪਲਿਕੇਸ਼ਨਸ ਆਉਂਦੀਆਂ ਜਦੋਂ ਕਿਸੇ ਨੇ ਆਪਣੀ ਇੰਸ਼ੋਰੈਂਸ ਕੀਤੀ ਹੋਏ ਦੇ ਬਾਅਦ ਵਿੱਚ ਕੋਈ ਹੈਪਨ ਹੋ ਜਾਵੇ ਕਿਸੇ ਨੂੰ, ਤੇ ਕੋਈ ਕੰਪਲਿਕੇਸ਼ਨਸ ਐਵੇਂ ਆਉਂਦੀਆਂ? ਦੇਖੋ, ਪਹਿਲਾਂ ਤੇ ਆਪਾਂ ਨੂੰ ਇੱਕ ਗੱਲ ਇਹ ਸਮਝਣੀ ਪੈਣੀ ਹੈ ਵੀ ਵਰਲਡ ਫਾਈਨੈਂਸ਼ੀਅਲ ਗਰੁੱਪ ਦਾ ਆਪਣਾ ਕੋਈ ਸਰਵਿਸਿਜ਼ ਨਹੀਂ ਹੈਗੀਆਂ, ਅਸੀਂ ਡਿਸਟ੍ਰੀਬਿਊਟਰ ਹਾਂ, ਠੀਕ ਹੈ ਜੀ। ਅਸੀਂ ਕਿੱਥੋਂ ਸਰਵਿਸਿਜ਼ ਸਟਰਕਚਰ ਕਰਕੇ ਦੇ ਰਹੇ ਹਾਂ? ਕੁਝ ਸਰਵਿਸਿਜ਼ TD ਬੈਂਕ ਤੋਂ ਕਰ ਰਹੇ ਹਾਂ, ਕੁਝ ਰਾਇਲ ਬੈਂਕ ਤੋਂ ਕਰ ਰਹੇ ਹਾਂ। ਰਾਇਲ ਬੈਂਕ ਦੀ ਡਿਸੇਬਿਲਿਟੀ ਸਾਡੇ ਪਲੇਟਫਾਰਮ ਤੇ ਹੈ, ਠੀਕ ਹੈ ਜੀ। ਕੋਈ ਇੰਡਸਟਰੀਅਲ ਅਲਾਈਅੰਸ ਤੋਂ ਆ। ਸੋ ਡਿਫਰੈਂਟ ਕੰਪਨੀ ਸਾਡੇ ਪਲੇਟਫਾਰਮ ਤੇ ਬੈਠੀਆਂ ਆ। ਕਈ ਵਾਰੀ ਕੀ ਹੁੰਦਾ ਆ ਵੀ ਜਦੋਂ ਵੀ ਆਪਣੀਆਂ ਸਰਵਿਸਿਜ਼ ਦੇ ਵਿੱਚ ਕੋਈ ਕਮੀ ਨਹੀਂ, ਕਿਉਂਕਿ ਸਾਰੀਆਂ ਗਵਰਨਮੈਂਟ ਵੱਲੋਂ ਰੈਗੂਲੇਟਿਡ ਸਾਰਾ ਕੁਝ ਹੈਗਾ, ਪਰ ਜਦੋਂ ਅਸੀਂ ਕਈ ਵਾਰੀ ਕਲੇਮ ਪਾਉਂਦੇ ਆ, ਅਸੀਂ ਇਹ ਨਹੀਂ ਦੇਖਦੇ ਵੀ ਜਿਹੜਾ ਸਾਡਾ ਕਲੇਮ ਹੈ ਕਿ ਉਹਦੇ ਵਿੱਚ ਆਪਣਾ ਫਾਲ ਕਰ ਰਿਹਾ ਕ੍ਰਾਈਟੇਰੀਆ ਦੇ ਵਿੱਚ ਕਿ ਨਹੀਂ। ਹੁਣ ਬਹੁਤ ਬੰਦੇ ਨੇ ਮੈਨੂੰ ਫੋਨ ਆਉਂਦੇ ਰਹਿੰਦੇ ਨੇ ਜੀ, ਭਾਜੀ ਆਪਣੇ ਰਿਸ਼ਤੇਦਾਰ ਇੰਡੀਆ ਤੋਂ ਆਏ ਨੇ ਐਜ਼ ਅ ਵਿਜ਼ਟਰ, ਠੀਕ ਹੈ ਜੀ, ਤੇ ਇਹਨਾਂ ਦੀ ਵਿਜ਼ਟਰ ਇੰਸ਼ੋਰੈਂਸ ਕਰ ਦਿਓ। ਅਸੀਂ ਕਹਾਂ ਜੀ ਠੀਕ ਹੈ ਜੀ, ਕਰ ਦਿੰਦੇ ਆ। ਤੇ ਅਸੀਂ ਜਦੋਂ ਪੁੱਛੀਦਾ ਵੀ ਹੈਲਥ ਕਿੱਦਾਂ ਆ, ਹੈਲਥ ਬਿਲਕੁਲ ਠੀਕ ਹੈ, ਬਸ ਇਹਨਾਂ ਦੇ ਜਿਹੜੇ ਮਿਸਿਸ ਨੇ ਉਹਨਾਂ ਦੇ ਬੇਬੀ ਡਿਲੀਵਰ ਹੋਣਾ ਹੈ ਇੱਥੇ, ਸੋ ਅਸੀਂ ਬਸ ਉਹ ਚਾਹੁੰਦੇ ਵੀ ਉਹ ਕਵਰ ਹੋ ਜਾਵੇ।
ਸੋ ਮੈਂ ਕਿਹਾ ਵੀ ਦੇਖੋ ਅਸੀਂ $60 ਦੀ ਟਰੈਵਲ ਇੰਸ਼ੋਰੈਂਸ ਲੈ ਰਹੇ ਹਾਂ ਤੇ ਅਸੀਂ ਚਾਹੁੰਦੇ ਆ ਵੀ ਜਿਹੜੀ ਕੰਪਨੀ ਆਪਾਂ ਨੂੰ 10 ਤੋਂ $15,000 ਪੇ ਕਰਕੇ ਸਾਡਾ ਬੇਬੀ ਨੂੰ ਡਿਲੀਵਰ ਕਰ ਦੇਵੇ ਤੇ ਨਾਲੇ ਸਾਡਾ ਬੇਬੀ ਕੈਨੇਡਾ ਦਾ ਸਿਟੀਜ਼ਨ ਬਣ ਜਾਵੇ, ਠੀਕ ਹੈ। ਉਹ ਕਹਿੰਦੇ ਵੀ ਭਾਜੀ ਇਦਾਂ ਕਿਉਂ ਨਹੀਂ ਹੋ ਸਕਦਾ ਜੀ, ਤੁਸੀਂ ਕਰੋ ਤੇ ਸਹੀ ਇੰਸ਼ੋਰੈਂਸ। ਉਹ ਕਈ ਵਾਰੀ ਜਿਹੜੀਆਂ ਇਹ ਪਰਸੈਪਸ਼ਨਸ ਆਪਾਂ ਬਣਾ ਲੈਂਦੇ ਆ ਉਹਦੇ ਵਿੱਚ ਆਪਾਂ ਜਿਹੜੇ ਆ ਆਪਾਂ ਨੂੰ ਦੇਖੋ ਵਿਦਿਨ ਅ ਲਾਈਨ ਚੱਲਣਾ ਪੈਣਾ, ਠੀਕ ਹੈ ਜੀ। ਉਸ ਕਾਨੂੰਨ ਦੇ ਵਿੱਚ ਜੇ ਚੱਲਾਂਗੇ ਤੇ ਆਪਾਂ ਨੂੰ ਕਵਰੇਜ 100%, ਕਦੀ ਕੋਈ ਬੇਸ਼ੱਕ ਵੀ ਇਹ ਚੀਜ਼ਾਂ ਨੂੰ ਕੁਐਸਚਨ ਮਾਰਕ ਨਹੀਂ ਹੁੰਦਾ, ਬਟ ਜਿਹੜੀਆਂ ਗਾਈਡਲਾਈਨਸ ਨੇ ਉਹਨਾਂ ਦੇ ਵਿੱਚ ਰਹਿਣਾ ਪੈਣਾ ਜੀ। ਬਹੁਤ ਵਧੀਆ ਜੀ, ਤੁਸੀਂ ਸਾਨੂੰ ਇਨਫੋਰਮੇਸ਼ਨ ਦੇ ਰਹੇ ਹੋ ਔਰ ਮੈਂ ਚਾਹਾਂਗੀ ਕਿ ਅਸੀਂ ਕਿਸੇ ਦਿਨ ਲਾਈਕ ਕਹਿ ਲਓ ਕਿ ਇੱਕ ਓਪਨ ਡਿਸਕਸ਼ਨ ਇਹਦੇ ਤੇ ਰੱਖਾਂਗੇ, ਵਾਈਡ ਜ਼ਿਆਦਾ ਟਾਈਮ ਰੱਖ ਕੇ ਲੈ ਕੇ ਆਵਾਂਗੇ, ਕਿਉਂਕਿ ਕਈ ਵਾਰੀ ਲੋਕਾਂ ਦੇ ਸਵਾਲ ਵੀ ਹੁੰਦੇ ਆ। ਜਿਵੇਂ ਤੁਸੀਂ ਦੱਸਿਆ ਕਿ ਇੰਸ਼ੋਰੈਂਸ ਜਿਹੜੀ ਕਈ ਵਾਰੀ ਲੋਕ ਲੈ ਲੈਂਦੇ ਆ ਪਰ ਕਈ ਗੱਲਾਂ ਆਪਣੇ ਕੋਲੋਂ ਵੀ ਹਾਈਡ ਕਰ ਦਿੰਦੇ ਆ, ਬਿਮਾਰੀਆਂ ਨਹੀਂ ਦੱਸੀਆਂ ਜਾਂਦੀਆਂ। ਸੋ ਆਲ ਅ ਸਡਨ ਸਾਲ ਬਾਅਦ ਕੁਝ ਰੱਬ ਨਾ ਕਰੇ ਹੋ ਜਵੇ ਤੇ ਬਿਮਾਰੀ ਕੋਈ ਹੋਰ ਨਿਕਲ ਆਉਂਦੀ ਹੈ। ਸੋ ਬਹੁਤ ਕੁਝ ਹੁੰਦਾ ਰਹਿੰਦਾ ਹੈ। ਸੋ ਇਹਨਾਂ ਗੱਲਾਂ ਦੇ ਉੱਤੇ ਅਸੀਂ ਫਿਰ ਕਿਸੇ ਦਿਨ ਖੁੱਲ ਕੇ ਗੱਲ ਕਰਾਂਗੇ। ਪਰ ਥੈਂਕ ਯੂ ਤੁਸੀਂ ਆਏ। ਪਰ ਹੁਣ ਅਸੀਂ ਸਾਡਾ ਸਮਾਂ ਹੋ ਗਿਆ ਜੀ ਬ੍ਰੇਕ ਦਾ, ਸੋ ਬ੍ਰੇਕ ਲਈ ਰੁਕਦੇ ਹਾਂ ਅਸੀਂ। ਪਰ ਤੁਸੀਂ ਕਿਤੇ ਨਹੀਂ ਜਾਣਾ, ਦੇਖਦੇ ਰਹੋ ਤੁਹਾਡਾ ਆਪਣਾ ਸਾਂਝਾ ਟੀਵੀ। ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ, ਵਾਪਸ ਆ ਕੇ ਅਸੀਂ ਗੱਲਾਂ ਬਾਤਾਂ ਇਸੇ ਤਰ੍ਹਾਂ ਜਾਰੀ ਰੱਖਾਂਗੇ। ਸੋ ਬ੍ਰੇਕ ਤੋਂ ਬਾਅਦ ਮੁੜ ਤੋਂ ਸਵਾਗਤ ਹੈ ਤੁਹਾਡੇ ਆਪਣੇ ਸਾਂਝਾ ਟੀਵੀ ਤੇ। ਮੇਰਾ ਤੇ ਤੁਹਾਡਾ ਸਾਥ ਹਰ ਬੁੱਧਵਾਰ 7 ਵਜੇ ਤੋਂ ਲੈ ਕੇ 8 ਵਜੇ ਤੱਕ ਹੁੰਦਾ ਤੇ ਮੇਰੀ ਕੋਸ਼ਿਸ਼ ਹਮੇਸ਼ਾ ਇਹੀ ਹੁੰਦੀ ਹੈ ਕਿ ਕਮਿਊਨਿਟੀ ਦੇ ਵਿੱਚ ਪੰਜਾਬੀ ਭਾਈਚਾਰੇ ਵੱਲੋਂ ਕੋਈ ਵੀ ਇਵੈਂਟ ਆਰਗੇਨਾਈਜ਼ ਕੀਤਾ ਹੋਵੇ ਜਾਂ ਕਮਿਊਨਿਟੀ ਦੇ ਲਈ, ਆਪਣੇ ਮੁਲਕ ਦੇ ਲਈ ਜਾਂ ਪੂਰੀ ਦੁਨੀਆ ਦੇ ਲਈ ਕੋਈ ਵੀ ਕਦਮ ਚੁੱਕੇ ਹੋਣ, ਅਸੀਂ ਉਹਨਾਂ ਦੀ ਜਾਣਕਾਰੀ ਤੁਹਾਡੇ ਤੱਕ ਲੈ ਕੇ ਆਈਏ। ਸੋ ਜਦੋਂ ਅਸੀਂ ਗੱਲ ਕਰਦੇ ਹਾਂ ਦਾਨੀ ਸੱਜਣਾ ਦੀ, ਤੇ ਬਹੁਤ ਸਾਰੇ ਲੋਕ ਨੇ ਜਿਹੜੇ ਮੁਸੀਬਤ ਵੇਲੇ ਅੱਗੇ ਵੱਧ ਕੇ ਹਰ ਇੱਕ ਦਾ ਹੱਥ ਫੜਦੇ ਨੇ, ਹਰ ਇੱਕ ਦੀ ਮਦਦ ਕਰਦੇ ਨੇ। ਸੋ ਥੋੜੀ ਜਿਹੀ ਪਹਿਲਾਂ ਤੁਹਾਨੂੰ ਮੈਂ ਜਾਣਕਾਰੀ ਦੇਣਾ ਚਾਹੁੰਦੀ ਹਾਂ ਕਿ FYI ਮੀਡੀਆ, ਸਾਂਝਾ ਟੀਵੀ, BNB ਟਰਸਟ, ਬਿਲ ਸੰਧੂ ਜੀ ਔਰ ਖਾਲਸਾ ਲਾਇਬ੍ਰੇਰੀ ਵੱਲੋਂ ਜਿਹੜਾ ਇੱਕ ਉਪਰਾਲਾ ਬੜੇ ਲੰਬੇ ਸਮੇਂ ਤੋਂ ਕੀਤਾ ਜਾ ਰਿਹਾ, COVID-19 ਨੂੰ ਧਿਆਨ 'ਚ ਰੱਖਦਿਆਂ ਹੋਇਆਂ ਜਿਨ੍ਹਾਂ ਲੋਕਾਂ ਨੂੰ ਜ਼ਰੂਰਤ ਆ ਉਹਨਾਂ ਤੱਕ ਗਰੋਸਰੀ ਪਹੁੰਚਦੀ ਕੀਤੀ ਜਾਂਦੀ ਹੈ ਤੇ ਫ੍ਰੀ ਮਾਸਕ ਵੀ ਦਿੱਤੇ ਜਾਂਦੇ ਆ। ਸੋ ਤੁਹਾਨੂੰ ਮਾਸਕ ਚਾਹੀਦੇ ਹੋਣ, ਫਰੰਟ ਲਾਈਨ ਵਰਕਰ ਜਾਂ ਤੁਸੀਂ, ਤੁਹਾਨੂੰ ਮਾਸਕ ਦੀ ਸ਼ਾਰਟੇਜ ਆ, ਤੁਸੀਂ ਸਾਡੇ ਆਫਿਸ 13302 76 ਐਵਨਿਊ ਯੂਨਿਟ ਨੰਬਰ 100 ਆ, ਸਵੇਰ ਦੇ 8 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਤੁਸੀਂ ਆ ਕੇ ਮਾਸਕ ਪਿਕਅਪ ਕਰਕੇ ਲਿਆ ਸਕਦੇ ਹੋ। ਔਰ ਇਸ ਦੇ ਨਾਲ ਨਾਲ ਤੁਸੀਂ ਮੈਨੂੰ ਸੋਸ਼ਲ ਮੀਡੀਆ ਦੇ ਰਾਹੀਂ ਕੰਟੈਕਟ ਕਰਕੇ ਮੈਨੂੰ ਦੱਸ ਸਕਦੇ ਹੋ। ਜੇ ਤੁਸੀਂ ਆ ਨਹੀਂ ਸਕਦੇ ਤੇ ਅਸੀਂ ਤੁਹਾਨੂੰ ਮਾਸਕ ਡਿਲੀਵਰ ਵੀ ਕਰ ਸਕਦੇ ਹਾਂ। ਜੇ ਤੁਹਾਨੂੰ ਵੱਡੀ ਮਾਤਰਾ ਦੇ ਵਿੱਚ ਮਾਸਕ ਚਾਹੀਦੇ ਨੇ, ਸੋ ਤੁਸੀਂ ਸਾਨੂੰ ਥੋੜਾ ਪਹਿਲਾਂ ਦੱਸੋ ਤਾਂ ਕਿ ਸਾਨੂੰ ਉਹ ਰੈਡੀ ਕਰਨ ਦੇ ਲਈ ਟਾਈਮ ਪ੍ਰੋਪਰ ਮਿਲ ਜਾਵੇ। ਸੋ ਸਾਰੀਆਂ ਹੀ ਅਸੀਂ ਉਹਨਾਂ ਲੇਡੀਜ਼ ਦਾ ਥੈਂਕ ਯੂ ਕਰਨਾ ਚਾਹੁੰਦੀ ਹਾਂ ਮੈਂ। ਗਲੈਮਰਸ ਲੇਡੀਜ਼ ਬੁਟੀਕ, ਬਲਵੀਰ ਕੌਰ ਢਿੱਲੋਂ ਔਰ ਮਨਜੀਤ ਕੌਰ ਜੀ ਜਿਹੜੇ ਨਿਸ਼ਕਾਮ ਸੇਵਾ ਕਰ ਰਹੇ ਨੇ, ਦਿਨ ਰਾਤ ਮਾਸਕ ਤਿਆਰ ਕਰ ਰਹੀਆਂ ਨੇ ਭੈਣਾਂ। ਸੋ ਸਾਰਿਆਂ ਦਾ ਹੀ ਧੰਨਵਾਦ। ਔਰ ਸਾਡੇ ਸਾਰੇ ਹੀ ਸਪਾਂਸਰ ਜਿਹੜੇ ਸਾਡਾ ਹਮੇਸ਼ਾ ਸਾਥ ਦਿੰਦੇ ਨੇ, ਉਹਨਾਂ ਦਾ ਵੀ ਧੰਨਵਾਦ। ਤੇ ਹੁਣ ਮੈਂ ਜਿਹੜੀ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਨ ਜਾ ਰਹੀ ਹਾਂ, ਤੁਸੀਂ ਸਾਰੇ ਬਾਖੂਬ ਇਹਨਾਂ ਨੂੰ ਜਾਣਦੇ ਹੋ। ਜਦੋਂ ਪਿਛਲੇ ਵਰੇ ਖਾਲਸਾ ਏਡ ਸਾਡੇ ਆਪਣੇ ਸ਼ਹਿਰ ਰਵੀ ਸਿੰਘ ਆਏ ਸਨ, ਉਸ ਵਕਤ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਾਰਨ ਭਾਰੀ ਨੁਕਸਾਨ ਹੋਇਆ ਸੀ। ਸੋ ਖਾਲਸਾ ਏਡ ਨੇ ਬਹੁਤ ਵਧੀਆ ਕਦਮ ਚੁੱਕਿਆ, ਉੱਥੇ ਲੋਕਾਂ ਤੱਕ ਖਾਣਾ ਪਹੁੰਚਦਾ ਕੀਤਾ, ਹੋਰ ਵੀ ਬਹੁਤ ਸਾਰੇ ਉਪਰਾਲੇ ਕੀਤੇ। ਸੋ ਉਦੋਂ ਵੀ WFG ਨੇ ਵੱਧ ਚੜ੍ਹ ਕੇ ਇਸ ਦੇ ਵਿੱਚ $1,80,000 ਜਿਹੜਾ ਇਹਨਾਂ ਨੇ ਉਹਦੇ ਵਿੱਚ ਆਪਣਾ ਦਸਵੰਧ ਕੱਢ ਕੇ ਪਾਇਆ ਸੀ। ਔਰ ਯੂਨਾਈਟਿਡ ਸਿੱਖ ਜਿਹੜੇ ਹੈਗੇ ਆ ਉਸ ਗਰੁੱਪ ਨੂੰ ਵੀ ਇਹਨਾਂ ਨੇ ਜਿਹੜੀ ਫੰਡਿੰਗ ਦਿੱਤੀ ਸੀਗੀ। ਸੋ ਹੁਣ ਪੂਰੀ ਦੁਨੀਆ ਦੇ ਵਿੱਚ ਕੋਵਿਡ ਨੂੰ ਲੈ ਕੇ ਲੋਕੀ ਪਰੇਸ਼ਾਨ ਨੇ, ਪਰ ਇਹਨਾਂ ਵੱਲੋਂ ਆਨਲਾਈਨ ਇੱਕ ਅੱਜ ਕਾਨਫਰੰਸ ਕੀਤੀ ਗਈ। ਸੋ ਉਸ ਦੇ ਵਿੱਚ $2,80,000 ਇਕੱਠਾ ਕੀਤਾ ਗਿਆ 1 ਘੰਟੇ ਦੇ ਵਿੱਚ। ਸੋ ਅੱਜ ਮੇਰੇ ਨਾਲ ਇਸ ਵਕਤ ਜਿਹੜੇ ਸਾਡੇ ਅਗਲੇ ਗੈਸਟ ਆ ਰਾਜਾ ਧਾਲੀਵਾਲ ਨੇ ਔਰ ਐਗਜ਼ੈਕਟਿਵ ਚੇਅਰਮੈਨ ਐਡਮਿੰਟਨ ਤੋਂ ਨੇ ਜੀ। ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ, ਇਹਨਾਂ ਨੂੰ ਜੀ ਆਇਆਂ ਕਹਿੰਦੇ ਆ। ਸੋ ਰਾਜਾ ਧਾਲੀਵਾਲ ਜੀ, ਜੀ ਆਇਆਂ ਨੂੰ ਤੁਹਾਨੂੰ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਬਲਜਿੰਦਰ ਕੌਰ ਜੀ, ਧੰਨਵਾਦ ਤੁਹਾਡੇ ਦਰਸ਼ਕਾਂ ਦੇ ਰੂਬਰੂ ਕਰਾਉਣ ਲਈ। ਜੀ ਰਾਜਾ ਜੀ, ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣਾ ਸਮਾਂ ਕੱਢਿਆ ਤੇ ਤੁਸੀਂ ਆ ਕੇ ਸਾਡੇ ਨਾਲ ਜਿਹੜੀ ਅੱਜ ਗੱਲਬਾਤ ਕੀਤੀ ਔਰ ਬੜੀ ਗੁੱਡ ਕਾਜ਼ ਦੇ ਲਈ ਤੁਸੀਂ ਅੱਜ ਜਿਹੜੀ ਇੱਕ ਕਾਨਫਰੰਸ ਕੀਤੀ। ਇਹਦੇ ਲਈ ਤੁਸੀਂ ਵਧਾਈ ਦੇ ਪਾਤਰ ਹੋ ਕਿ ਇੰਨਾ ਸ਼ਲਾਘਾਯੋਗ ਕਦਮ ਤੁਸੀਂ ਜਿਹੜਾ ਪੂਰੇ ਕੈਨੇਡਾ ਦੇ ਵਿੱਚ ਫਰੰਟ ਲਾਈਨ ਵਰਕਰ ਦੇ ਲਈ ਜਿਹੜਾ ਤੁਸੀਂ ਚੁੱਕਿਆ। ਹਾਂਜੀ, ਮਹਾਰਾਜ ਦੀ ਬਖਸ਼ਿਸ਼ ਹੈ ਜੀ, ਉਹਦੀ ਕਿਰਪਾ ਦੇ ਨਾਲ ਜੋ ਉਹਨੇ ਸਾਨੂੰ ਜੀਵਨ ਦੇ ਵਿੱਚ ਬਲੈਸਿੰਗਸ ਦਿੱਤੀਆਂ ਨੇ। ਜਿੰਨਾ ਵੀ ਹੋ ਸਕਦਾ ਅਸੀਂ ਕਮਿਊਨਿਟੀ ਦੇ ਆਲਵੇਜ਼ ਹੀ ਨਾਲ ਖੜੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਖੜਾਂਗੇ। ਸੋ ਅੱਜ ਦੀ ਜਿਹੜੀ ਡੋਨੇਸ਼ਨ ਆ ਉਹ $2,80,000 ਅਸੀਂ ਐਗਜ਼ੈਕਟਿਵ ਟੀਮ ਆ ਵਰਲਡ ਫਾਈਨੈਂਸ਼ੀਅਲ ਗਰੁੱਪ ਵੱਲੋਂ ਵੱਖ-ਵੱਖ ਕੈਨੇਡਾ ਦੀਆਂ ਸੰਸਥਾਵਾਂ ਨੂੰ ਭੇਂਟ ਕੀਤੀ ਹੈ। ਸੋ ਇਹ ਆ ਵੀ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਇਹ COVID-19 ਓਵਰ ਹੋਵੇ
ਤੇ ਆਪਾਂ ਫਿਰ ਜਿਹੜਾ ਉਸ ਤਰੀਕੇ ਦਾ ਜੀਵਨ ਜਿਹੜਾ ਜਿਉਂਦੇ ਸੀ ਉਹਦੇ ਵਿੱਚ ਵਾਪਸ ਆ ਸਕੀਏ। ਇਹੀ ਸਾਡੀ ਹਰ ਰੋਜ਼ ਦੀ ਅਰਦਾਸ ਹੈਗੀ ਹੈ ਜੀ। ਜੀ ਜਦੋਂ ਅਸੀਂ ਗੱਲ ਕਰਦੇ ਹਾਂ WFG ਦੀ, ਵਰਲਡ ਫਾਈਨੈਂਸ਼ੀਅਲ ਗਰੁੱਪ ਦੀ, ਜਦੋਂ ਅਸੀਂ ਗੱਲ ਕਰਦੇ ਹਾਂ ਤੇ ਬਹੁਤ ਸਾਰੇ ਇਸ ਦੇ ਮੈਂਬਰ ਨੇ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆ। ਕੈਨੇਡਾ ਦੇ ਵਿੱਚ ਵੀ ਨੇ, USA ਦੇ ਵਿੱਚ ਨੇ। ਸੋ ਇੱਕ ਛੋਟੇ ਗਰੁੱਪ ਵੱਲੋਂ 1 ਘੰਟੇ ਦੇ ਵਿੱਚ $2,80,000 ਇਕੱਠਾ ਕੀਤਾ ਗਿਆ ਫਰੰਟ ਲਾਈਨ ਵਰਕਰ ਦੇ ਲਈ। ਤੇ ਹੁਣ ਅੱਗੇ ਵੀ ਇਹਦੇ ਵਿੱਚ ਤੁਸੀਂ ਕੁਝ ਹੋਰ ਸੋਚਿਆ ਹੈ? ਔਰ ਮੈਂ ਇੱਕ ਜਾਣਨਾ ਚਾਹੂੰਗੀ ਇਸ ਤੋਂ ਪਹਿਲਾਂ ਕਿ ਅੱਗੇ ਬਾਰੇ ਦੱਸੋ ਕਿ ਤੁਹਾਡੇ ਜਹਿਨ ਦੇ ਵਿੱਚ ਇਹ ਸੋਚ ਕਿਵੇਂ ਆਈ, ਕਿਉਂਕਿ ਇਸ ਵਕਤ ਬਹੁਤ ਸਾਰੀਆਂ ਸੰਸਥਾਵਾਂ ਕੰਮ ਕਰ ਰਹੀਆਂ ਨੇ। WFG ਹਮੇਸ਼ਾ ਹਰ ਇੱਕ ਕੰਮ ਦੇ ਵਿੱਚ ਆਪਣਾ ਦਸਵੰਧ ਪਾਉਂਦੀ ਆ, ਪਰ ਇਹ ਆਨਲਾਈਨ ਵਾਲਾ ਜਿਹੜਾ ਕਨਸੈਪਟ ਸੀ ਕਿਵੇਂ ਤੁਹਾਡੇ ਜਹਿਨ ਦੇ ਵਿੱਚ ਆਇਆ ਤੇ ਕਿਵੇਂ ਤੁਸੀਂ ਇਹਨੂੰ ਸਾਰੇ ਨੂੰ ਅੱਗੇ ਲੈ ਕੇ ਆਏ? ਥੋੜਾ ਜਿਹਾ ਇਹਦੇ ਬਾਰੇ ਦੱਸੋ ਜੀ। ਆਨਲਾਈਨ ਤਾਂ ਅਸੀਂ ਐਵਰੀਡੇ ਬੇਸਿਸ ਤੇ ਹੀ ਜਿਹੜੀਆਂ ਮੀਟਿੰਗਸ ਆਪਣੀਆਂ ਰਨ ਕਰ ਰਹੇ ਹਾਂ, ਜਿਹਦੇ 'ਚ ਕਿਸੇ ਕਾਲ ਤੇ 5,000, ਕਿਸੇ ਤੇ 7,000, ਕਿਸੇ 10,000 ਬੰਦਾ ਅਟੈਂਡ ਕਰਦਾ। ਸੋ ਉਹ ਅਸੀਂ ਯੂਜ਼ ਟੂ ਹੈਗੇ ਆ। ਪਰ ਇਹ ਜਿਹੜੀ ਸੋਚ ਆ ਡੋਨੇਸ਼ਨ ਦੀ, ਇਹ ਮਹਾਰਾਜ ਦਾ ਜਿਹੜਾ ਵਿਸਾਖੀ ਦਾ ਦਿਹਾੜਾ ਲੰਘ ਕੇ ਗਿਆ ਤੇ ਖਾਲਸੇ ਦੇ ਦਿਹਾੜੇ ਦੇ ਉੱਤੇ ਸਾਨੂੰ ਸੀਗਾ ਵੀ ਅਸੀਂ ਇਸ ਵਾਰੀ ਜਿਹੜਾ ਹੈਗਾ ਉਹ ਬਾਹਰ ਨਗਰ ਕੀਰਤਨ ਜਾਂ ਹੋਰ ਜਿਹੜੀਆਂ ਇਵੈਂਟਸ ਹੁੰਦੀਆਂ ਨੇ ਇਸ ਮੰਥ ਦੇ ਵਿੱਚ ਉਹ ਨਹੀਂ ਪਾਰਟਿਸਿਪੇਟ ਕਰ ਸਕਾਂਗੇ। ਸੋ ਮਹਾਰਾਜ ਨੇ ਸੋਚ ਦਿੱਤੀ ਵੀ ਇਸ ਸਿਚੁਏਸ਼ਨ ਦੇ ਉੱਤੇ ਕੀ ਕੀਤਾ ਜਾ ਸਕਦਾ। ਸੋ COVID-19 ਤੋਂ ਅਸੀਂ ਸੋਚਿਆ ਵੀ ਚਲੋ ਜੇ ਆਪਾਂ ਕੁਝ ਕਰ ਸਕਦੇ ਹਾਂ ਇਕੱਠੇ ਹੋ ਕੇ ਤਾਂ ਕਿਉਂ ਨਹੀਂ। ਸੋ ਇਹ ਸੋਚ ਤਾਂ ਉੱਥੇ ਹੀ ਸ਼ੁਰੂ ਹੋਈ ਸੀ ਜੀ, ਵਿਸਾਖੀ ਵਾਲੇ ਦਿਨ ਤੋਂ। ਤੇ ਫਿਰ ਇਹ ਰੂਪ ਜਿਹੜਾ ਹੈਗਾ ਉਹ ਡਿਫਰੈਂਟ ਧਾਰ ਗਈ ਬਾਅਦ 'ਚ, ਕਿਉਂਕਿ ਵਰਲਡ ਫਾਈਨੈਂਸ਼ੀਅਲ ਗਰੁੱਪ ਦੀ ਐਗਜ਼ੈਕਟਿਵ ਟੀਮ ਸਾਰੀ ਖੜੀ ਹੋ ਗਈ ਤੇ ਫਿਰ ਅਸੀਂ ਜਿਹੜਾ ਹੈਗਾ ਇਹ ਕੰਪਨੀ ਵੱਲੋਂ ਅੱਜ ਜਿਹੜਾ ਫੰਕਸ਼ਨ ਆਰਗੇਨਾਈਜ਼ ਕੀਤਾ ਸੀਗਾ ਜੀ। ਰਾਜਾ ਧਾਲੀਵਾਲ ਜੀ, ਜਦੋਂ ਅਸੀਂ ਗੱਲ ਕਰਦੇ ਹਾਂ ਕਿ ਇਨਸਾਨ ਦੀ ਕਿਤੇ ਨਾ ਕਿਤੇ ਸ਼ੁਰੂਆਤ ਹੁੰਦੀ ਆ, ਔਰ ਤੁਹਾਡੀ ਜਿਹੜੀ ਸ਼ੁਰੂਆਤ ਸੀ, ਤੁਸੀਂ ਬਹੁਤ ਹਾਰਡ ਵਰਕਿੰਗ ਪਹਿਲਾਂ ਵੀ ਕਰਦੇ ਸੀ ਤੇ ਹੁਣ ਵੀ ਤੁਸੀਂ ਬਹੁਤ ਮਿਹਨਤ ਕਰ ਰਹੇ ਹੋ। ਸੋ ਤੁਸੀਂ ਬਹੁਤ ਨਾਮਣਾ ਖੱਟਿਆ, ਪਰ ਪਹਿਲਾਂ ਤੁਸੀਂ ਸ਼ੁਰੂਆਤੀ ਦੇ ਦਿਨਾਂ ਵਿੱਚ ਜਦੋਂ ਕੈਨੇਡਾ ਦੀ ਧਰਤੀ ਤੇ ਆਏ ਸੀ, ਤੁਸੀਂ ਐਜ਼ ਅ ਟੈਕਸੀ ਵੀ ਡਰਾਈਵ ਕਰਦੇ ਰਹੇ। ਸੋ ਥੋੜਾ ਜਿਹਾ ਆਪਣੀ ਜਰਨੀ ਦੇ ਬਾਰੇ ਦੱਸਿਓ, ਕਿਉਂਕਿ ਜਦੋਂ ਕੋਈ ਇਨਸਾਨ ਮਿਹਨਤ ਦੇ ਨਾਲ ਹੌਲੀ ਹੌਲੀ ਆਪਣੀ ਮੰਜ਼ਿਲ ਵੱਲ ਵੱਧਦਾ ਤੇ ਉਹ ਬਹੁਤ ਸਾਰੇ ਲੋਕਾਂ ਨੂੰ ਇੰਸਪਾਇਰ ਕਰਦਾ, ਬਹੁਤ ਸਾਰੇ ਲੋਕੀ ਬਹੁਤ ਕੁਝ ਉਸ ਇਨਸਾਨ ਤੋਂ ਸਿੱਖਦੇ ਆ। ਸੋ ਥੋੜਾ ਜਿਹਾ ਆਪਣੀ ਜਰਨੀ ਬਾਰੇ ਦੱਸੋਗੇ, ਕਿਉਂਕਿ ਸਮਾਂ ਤੇ ਸਾਨੂੰ ਬਹੁਤ ਚਾਹੀਦਾ ਤੁਹਾਡੀ ਜਰਨੀ ਦੇ ਬਾਰੇ ਜਾਣਨ ਲਈ, ਪਰ ਮੈਂ ਚਾਹੂੰਗੀ ਕਿ ਤੁਸੀਂ ਸ਼ੁਰੂਆਤ ਤੋਂ ਥੋੜਾ ਜਿਹਾ ਸਾਨੂੰ ਦੱਸੋ ਤਾਂ ਕਿ ਸਾਡੇ ਸੁਣਨ ਵਾਲੇ ਜਾਣ ਸਕਣ, ਦੇਖਣ ਵਾਲੇ ਤੁਹਾਡੇ ਕੋਲੋਂ ਕੁਝ ਸਿੱਖ ਸਕਣ। ਹਾਂਜੀ ਬਿਲਕੁਲ। ਜਿਹੜਾ ਹੈਗਾ ਮੇਰੇ ਜੀਵਨ ਦੀ ਸ਼ੁਰੂਆਤ ਜਿਹੜੀ ਕੈਨੇਡਾ ਦੇ ਵਿੱਚ ਆ ਉਹ 2000 ਦੇ ਵਿੱਚ ਹੋਈ ਸੀ। ਤੇ 2000 ਦੇ ਵਿੱਚ ਮੈਂ ਪਹਿਲਾਂ ਆ ਕੇ ਟੈਕਸੀ ਨਹੀਂ ਚਲਾਈ। ਮੈਂ ਜੀਨ ਦੀਆਂ ਪੈਂਟਾਂ ਜਿਹੜੀਆਂ ਨੇ ਇਹਦੇ 'ਚ ਇੱਕ ਵਾਈਟ ਸ਼ੇਡਸ ਹੁੰਦੇ ਆ, ਉਹਨੂੰ ਸਟੋਨ ਦੇ ਨਾਲ ਵਾਸ਼ ਕਰਦੇ ਆ। ਸੋ ਮੈਂ ਜੀਨ ਦੀਆਂ ਪੈਂਟਾਂ ਸਟੋਨ ਵਾਸ਼ ਕੀਤੀਆਂ ਨੇ ਪਹਿਲੇ 6 ਮਹੀਨੇ। ਫਿਰ ਉਦੋਂ ਬਾਅਦ ਮੈਂ 2.5 ਸਾਲ ਗੈਸ ਸਟੇਸ਼ਨ ਤੇ ਗੈਸ ਪਾਈ ਆ ਵਿਨੀਪੈਗ ਮੈਨੀਟੋਬਾ 'ਚ ਜੀ। ਸੋ ਗੈਸ ਪੰਪ ਮੈਂ ਕਰਦਾ ਰਿਹਾ 2.5 ਸਾਲ। ਤੇ ਉੱਥੋਂ ਮੈਨੂੰ ਚਲੋ ਸਾਡੇ ਭਰਾ ਟੈਕਸੀ ਵਾਲੇ ਸਾਰੇ ਜਿਹੜੇ ਗੈਸ ਪਾਉਣ ਰਾਤ ਨੂੰ ਮੇਰੇ ਕੋਲ ਆ ਜਾਂਦੇ ਸੀ ਤੇ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ, ਕਹਿੰਦੇ ਵੀ ਟੈਕਸੀ ਚਲਾ ਲਓ ਤੁਸੀਂ। ਤਾਂ ਟੈਕਸੀ ਚਲਾਉਣ ਦਾ ਉੱਥੇ ਯੂਨੀਵਰਸਿਟੀ ਟੈਕਸੀ ਚਲਾਈ ਹੈ ਮੈਂ ਵਿਨੀਪੈਗ ਦੇ ਵਿੱਚ। ਤੇ ਫਿਰ ਉੱਥੇ ਟੈਕਸੀ ਚਲਾਉਂਦੇ ਚਲਾਉਂਦੇ ਇੱਕ ਦਿਨ ਇਨਸੀਡੈਂਟ ਇੱਦਾਂ ਦਾ, ਕੋਈ ਗਲਤ ਕਸਟਮਰ ਚੱਕਿਆ ਗਿਆ ਜਿਹਨੇ ਨਾਈਫ ਵਗੈਰਾ ਤੇ ਜਿਹੜਾ ਥੋੜਾ ਜਿਹਾ ਉਹਨਾਂ ਕੋਲ ਗਨਜ਼ ਵੀ ਸੀਗੀਆਂ। ਸੋ ਉਸ ਦਿਨ ਇੱਕ ਮਨ ਦੇ ਵਿੱਚ ਖਿਆਲ ਆਇਆ ਵੀ ਇਹਦੇ ਵਿੱਚੋਂ ਨਿਕਲਿਆ ਜਾਵੇ। ਸੋ ਸੋਚ ਲੈ ਕੇ ਅਸੀਂ ਜਿਹੜਾ ਵਿਨੀਪੈਗ ਮੈਨੀਟੋਬਾ ਤੋਂ ਅਲਬਰਟਾ ਮੂਵ ਹੋ ਗਏ ਐਡਮਿੰਟਨ। ਤੇ ਇੱਥੇ ਆ ਕੇ ਮੈਂ ਟੈਕਸੀ ਚੋਂ ਨਿਕਲਣਾ ਚਾਹੁੰਦਾ ਸੀ, ਇਸ ਕਰਕੇ ਅਸੀਂ ਹੋਰ ਕੰਮਾਂ ਦੀ ਥੋੜੀ ਜਿਹੀ ਦੇਖ ਰੇਖ ਕੀਤੀ। ਸੋ ਮੈਂ ਕਾਫੀ ਕੰਮ ਉਹਨਾਂ ਦਿਨਾਂ ਦੇ ਵਿੱਚ ਕੀਤੇ, ਫਰੇਮਿੰਗ ਦਾ ਕੀਤਾ, ਹਾਰਡਵੁੱਡ ਵੀ ਲਾਈ ਘਰਾਂ 'ਚ। ਮੈਂ ਫਿਨਿਸ਼ਿੰਗ ਦਾ ਕੰਮ ਵੀ ਥੋੜਾ ਬਹੁਤਾ ਸਿੱਖਿਆ ਤੇ ਕੀਤਾ। ਸੋ ਫਿਰ ਉਦੋਂ ਬਾਅਦ ਮੈਂ ਆਪਣੇ ਘਰਾਂ ਦੀ ਕੰਪਨੀ, ਕੰਸਟਰਕਸ਼ਨ ਕੰਪਨੀ ਬ੍ਰਦਰ ਕਸਟਮ ਹੋਮਸ ਖੜੀ ਕੀਤੀ। ਸੋ ਅਲਬਰਟਾ ਦੇ ਵਿੱਚ ਮੈਂ ਕਾਫੀ 2 ਸਾਲ ਜਿਹੜੇ ਘਰ ਵੀ ਬਣਾਏ ਨੇ ਜੀ। ਤੇ ਘਰ ਬਣਾਉਂਦੇ ਬਣਾਉਂਦੇ 2008 ਦੇ ਵਿੱਚ ਥੋੜਾ ਜਿਹਾ ਡਾਊਨ ਟਰਨ ਆਇਆ ਇਕਨੋਮੀ 'ਚ। ਤਾਂ ਅਸੀਂ ਥੋੜਾ ਜਿਹਾ ਸ਼ੁਰੂ ਕੀਤਾ ਦੇਖਣਾ ਵੀ ਕੋਈ ਟਿਮ ਹਾਰਟਨ ਦੀ ਫਰੈਂਚਾਈਜ਼ ਜਾਂ ਇਦਾਂ ਦਾ ਕੋਈ ਬਿਜ਼ਨਸ ਲਿਆ ਜਾਵੇ। ਉਹਦੀ ਭਾਲ ਦੇ ਦੌਰਾਨ ਮੈਨੂੰ ਕਿਸੇ ਨੇ ਵਰਲਡ ਫਾਈਨੈਂਸ਼ੀਅਲ ਗਰੁੱਪ ਦੇ ਵਿੱਚ ਇੰਟਰੋਡਿਊਸ ਕੀਤਾ। ਪਹਿਲਾਂ ਮੈਂ ਵੀ ਹੈਜ਼ੀਟੈਂਟ ਸੀਗਾ, ਇਹ ਸੀਗਾ ਵੀ ਕੋਈ ਪਤਾ ਨਹੀਂ ਮੈਂਬਰ ਬਣਾਉਂਦੇ ਆ ਜਾਂ ਕੋਈ ਇੰਸ਼ੋਰੈਂਸ ਵੇਚਣ ਵਾਲਾ ਹੀ ਕੰਮ ਹੈ। ਸੋ ਉਸ ਸੋਚ ਦੇ ਵਿੱਚ ਅਸੀਂ ਵੀ ਦਾਖਲ ਸੀਗੇ ਉਸ ਸਮੇਂ ਦੇ ਵਿੱਚ। ਪਰ ਫਿਰ ਮੈਨੂੰ ਇਹ ਇੱਕ ਕਨਵੈਨਸ਼ਨ ਤੇ ਲੈ ਗਏ ਲਾਸ ਵੇਗਸ, ਜਿੱਥੇ ਤਕਰੀਬਨ 45-50 ਹਜ਼ਾਰ ਬੰਦਾ ਐਵਰੇਜ ਇਕੱਠਾ ਹੁੰਦਾ ਹੈ ਇਹਨਾਂ ਦਾ ਵਰਲਡ ਫਾਈਨੈਂਸ਼ੀਅਲ ਗਰੁੱਪ ਦਾ। ਤਾਂ ਉਸ ਕਨਵੈਨਸ਼ਨ ਤੇ ਮੈਨੂੰ ਉਹਨਾਂ ਨੇ ਅੰਦਰ ਨਹੀਂ ਜਾਣ ਦਿੱਤਾ। ਉਹ ਕਹਿੰਦੇ ਵੀ ਫਾਇਰ ਮਾਰਸ਼ਲ ਕਰਕੇ ਇਹਦੀ ਰਜਿਸਟ੍ਰੇਸ਼ਨ ਨਹੀਂ ਹੋਈ ਤੇ ਇਹਨੂੰ ਬਾਹਰ ਹੀ ਖੜਾਵਾਂਗੇ। ਸੋ ਕਹਿੰਦੇ ਆ ਜੀ ਵੀ ਜਿਹੜਾ ਜੀਵਨ ਆ ਤੁਹਾਡਾ ਇਹ ਸਿਰਫ ਤੁਹਾਡੀ ਸੋਚ ਤੇ ਡਿਪੈਂਡ ਕਰਦਾ। ਜੇ ਸੋਚ ਬਦਲ ਜਾਂਦੀ ਹੈ ਤਾਂ ਜੀਵਨ ਵੀ ਬਦਲ ਜਾਂਦਾ ਹੈ। ਤੇ ਅਸੀਂ ਆਪਣੇ ਥਾਟਸ ਨੂੰ ਜਿਨ੍ਹਾਂ ਨੂੰ ਵੀ ਰਿਐਕਟ ਕਰਦੇ ਆ ਐਵਰੀ ਡੇ,
ਉਹੀ ਜੀਵਨ ਜਿਉਈ ਜਾਂਦੇ ਆ। ਸੋ ਉਸ ਗੇਟ ਤੇ ਖੜੇ ਮੈਨੂੰ ਦੋ ਥਾਟਸ ਸੋਚਾਂ ਆਈਆਂ ਸੀ। ਇੱਕ ਤਾਂ ਇਹ ਸੀਗਾ ਵੀ ਇਹ ਬੰਦਾ ਮੈਨੂੰ ਇੱਥੇ ਲੈ ਆਇਆ, ਪਰ ਇਹਨੂੰ ਇਹ ਪਤਾ ਨਹੀਂ ਸੀ ਵੀ ਮੈਂ ਅੰਦਰ ਜਾ ਸਕਦਾ ਜਾਂ ਨਹੀਂ, ਤਾਂ ਇਹ ਸੋਚ ਨੈਗੇਟਿਵ ਸੋਚ ਸੀ। ਦੂਸਰੀ ਸੋਚ ਆਈ, ਮਹਾਰਾਜ ਨੇ ਬਖਸ਼ਿਸ਼ ਕੀਤੀ, ਉਹ ਕਹਿੰਦੇ ਵੀ ਕੋਈ ਨਹੀਂ ਐਤਕੀ ਯਾਰ ਨਾ ਜਾਣ ਦਿਓ, ਅਗਲੀ ਵਾਰ ਦੱਸਾਂਗੇ ਵੀ ਡੋਰ ਤੇ ਕਿਹੜਾ ਖੜਾ ਸੀ। ਸੋ ਉੱਥੋਂ ਉਹ ਸੋਚ ਨੂੰ ਫੜ ਲਿਆ ਤੇ ਫਿਰ ਆ ਕੇ ਇਹਦੀ ਲਾਇਸੈਂਸਿੰਗ ਵਗੈਰਾ ਜਾਂ ਜਿਹੜਾ ਵੀ ਕੰਮ ਚਾਹੀਦਾ ਸੀ ਉਹ ਸ਼ੁਰੂ ਕੀਤਾ ਜੀ। ਫਿਰ ਸ਼ੁਰੂਆਤ ਐਡਮਿੰਟਨ ਤੋਂ ਹੋਈ ਸੀ, ਪਰ ਇੱਥੇ ਫਿਰ ਨਾਲ ਦੀ ਨਾਲ ਕੈਲਗਰੀ, ਐਂਟਾਰੀਓ, ਇੱਧਰ ਮੌਂਟਰੀਅਲ, ਰਜਾਈਨਾ, ਵਿਨੀਪੈਗ, ਵਿਕਟੋਰੀਆ, ਹੁਣ ਯੂਨਾਈਟਿਡ ਸਟੇਟਸ ਦੇ ਵਿੱਚ ਵੀ ਅਸੀਂ ਵਰਲਡ ਫਾਈਨੈਂਸ਼ੀਅਲ ਗਰੁੱਪ ਨੂੰ ਐਕਸਪੈਂਡ ਕੀਤਾ। ਬੜੀ ਮਹਾਰਾਜ ਦੀ ਬਖਸ਼ਿਸ਼ ਹੈ ਜੀ, ਇਹ ਸਭ ਉਹਦੀ ਦੇਣ ਹੈ। ਜਿਵੇਂ ਉਹ ਕਰਾ ਰਿਹਾ ਅਸੀਂ ਕਰ ਰਹੇ ਹਾਂ, ਤੇ ਕਮਿਊਨਿਟੀ ਦੇ ਸਹਿਯੋਗ ਕਰਕੇ ਐਡਾ ਵੱਡਾ ਬਿਜ਼ਨਸ ਹੈ। ਜੇ ਸਾਡੀ ਕਮਿਊਨਿਟੀ ਸਾਨੂੰ ਸਹਿਯੋਗ ਦਿੰਦੀ ਹੈ ਤਾਂ ਹੀ ਅਸੀਂ ਇੱਥੋਂ ਤੱਕ ਪਹੁੰਚ ਸਕੇ ਹਾਂ। ਸੋ ਓਬਵੀਅਸਲੀ ਅੱਜ ਜੋ ਕਮਿਊਨਿਟੀ ਨੂੰ ਸਾਡੀ ਨੂੰ ਅਸੀਂ ਕਹਿ ਸਕਦੇ ਹਾਂ ਇੰਡੀਅਨ ਕਮਿਊਨਿਟੀ ਨੂੰ, ਜਿਹਦੇ 'ਚ ਪੰਜਾਬੀ ਵੀ ਆਉਂਦੇ ਨੇ, ਬਾਕੀ ਕਲਚਰਸ ਵੀ ਆਉਂਦੇ ਨੇ, ਜੋ ਵਰਲਡ ਫਾਈਨੈਂਸ਼ੀਅਲ ਗਰੁੱਪ ਦੀ ਦੇਣ ਹੈ ਜੀ, ਉਹ ਇੱਕ ਬਹੁਤ ਵੱਡੀ ਹੈ। ਪਰ ਕਿਤੇ ਨਾ ਕਿਤੇ ਅੱਖੋਂ ਪਰੋਖੀ ਰਹੀ ਹੈ, ਕਿਤੇ ਨਾ ਕਿਤੇ ਆਮ ਲੋਕਾਂ ਦੇ ਇਲੂਜਨ ਰਹੇ ਨੇ ਦਿਮਾਗ ਦੇ ਵਿੱਚ ਬਈ ਸਾਡੇ ਕੰਪਨੀ ਇਦਾਂ ਜਾਂ ਉਦਾਂ। ਸੋ ਉਹ ਸਾਰਾ ਦੇਖਦੇ ਹੋਏ ਅਸੀਂ ਉਸ ਨੈਗੇਟਿਵਿਟੀ ਦੇ ਵਿੱਚੋਂ ਲੰਘੇ ਹਾਂ। ਪਰ ਨੈਗੇਟਿਵਿਟੀ ਇੱਕ ਅਪਰਚੂਨਿਟੀ ਹੈ ਕਿਸੇ ਕੰਮ ਨੂੰ ਜਿਹੜਾ ਗਾਂਹ ਬੁਲੰਦੀਆਂ ਤੱਕ ਲਿਜਾਣ ਲਈ, ਤੇ ਨੈਗੇਟਿਵਿਟੀ ਨੂੰ ਅਸੀਂ ਪਸੰਦ ਵੀ ਕਰਦੇ ਹਾਂ ਕਿਉਂਕਿ ਉਹਦੇ ਨਾਲ ਅਸੀਂ ਐਵਰੀਡੇ ਬੇਸਿਸ ਤੇ ਬੈਟਰ ਹੁੰਨੇ ਆ ਆਪਣੇ ਕੰਮ ਦੇ ਵਿੱਚ ਕਰਨ ਲਈ। ਸੋ ਅਸੀਂ ਜਿਹੜਾ ਹੈਗਾ ਇਸ ਵਕਤ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਇਹਨੂੰ ਬੜੇ ਲਾਰਜ ਸਕੇਲ ਤੇ ਅਸੀਂ ਕਹਿ ਸਕਦੇ ਹਾਂ ਵੀ WFG ਕੈਨੇਡਾ ਦੇ ਵਿੱਚ ਇਸ ਵਕਤ ਜਿਹੜੀ ਆਪਣੀ ਡਿਸਟ੍ਰੀਬਿਊਸ਼ਨ ਹੈਗੀ ਆ ਉਹ ਤਕਰੀਬਨ 60% ਦੇ ਨੇੜੇ, 60-65% ਤੇ ਚਲ ਗਈ ਹੈ। ਜੇ 12,000 ਲਾਇਸੈਂਸ ਹੈਗਾ ਕੰਪਨੀ ਕੋਲੇ ਤਾਂ ਉਹਦੇ ਵਿੱਚੋਂ ਆਲਮੋਸਟ ਜਿਹੜਾ 6500 ਦੇ ਨੇੜੇ ਲਾਇਸੈਂਸ ਉਹ ਸਾਡੀ ਡਿਸਟ੍ਰੀਬਿਊਸ਼ਨ ਦੇ ਵਿੱਚ ਹੈਗਾ। ਤੇ ਇਸ ਵਕਤ ਜੇ ਵਰਲਡ ਫਾਈਨੈਂਸ਼ੀਅਲ ਗਰੁੱਪ $200 ਮਿਲੀਅਨ ਕੈਨੇਡਾ ਦੇ ਵਿੱਚ ਇਕੱਲਾ ਪੇ ਕਰ ਰਿਹਾ ਸਾਲਾਨਾ ਤੌਰ ਤੇ ਕੈਨੇਡਾ ਅਮਰੀਕਾ ਦੇ ਵਿੱਚ ਤਕਰੀਬਨ $800 ਮਿਲੀਅਨ ਸਾਲਾਨਾ ਪੇ ਕਰ ਰਿਹਾ ਲੋਕਾਂ ਨੂੰ। ਤੇ ਉਹਦੇ ਵਿੱਚ ਅਸੀਂ ਕਹਿ ਸਕਦੇ ਵੀ ਜਿਹੜਾ ਸਾਡੀ ਡਿਸਟ੍ਰੀਬਿਊਸ਼ਨ ਉਹ ਕਾਫੀ ਗਰੋ ਹੋਈ ਹੈ। ਸੋ ਆਉਣ ਵਾਲੇ ਸਮਾਂ ਦੱਸੇਗਾ ਜੀ ਵੀ ਵਰਲਡ ਫਾਈਨੈਂਸ਼ੀਅਲ ਗਰੁੱਪ ਨੇ ਲੋਕਾਂ ਦੇ ਭਲੇ ਲਈ ਕੀ ਕੁਛ ਕੀਤਾ ਹੈ। ਅੱਜ ਨਹੀਂ ਪਤਾ ਲੱਗਦਾ ਕਿਉਂਕਿ ਅੱਜ ਕਈ ਵਾਰੀ ਜਿਹੜਾ ਕੁਝ ਅਸੀਂ ਕਰਦੇ ਹਾਂ ਕੋਈ ਪਲਾਨ ਵਗੈਰਾ, ਉਹ ਕਈ ਵਾਰੀ ਦੁੱਖ ਵੀ ਹੁੰਦਾ ਕਿਉਂਕਿ ਪੈਸੇ ਜੇਬ ਚੋਂ ਜਾਣੇ ਹੁੰਦੇ ਆ, ਸਾਡੀ ਸੇਵਿੰਗਸ ਵੱਧ ਰਹੀਆਂ ਹੁੰਦੀਆਂ। ਪਰ ਜਿਹੜਾ ਉਹਦਾ ਫਲ ਹੈ ਜੋ 10-15 ਸਾਲ ਨੂੰ ਕਮਿਊਨਿਟੀ ਦੇ ਵਿੱਚੋਂ ਜਿਹੜਾ ਇਸ ਸਮੇਂ ਦੇ ਵਿੱਚੋਂ ਲੋਕਾਂ ਨੇ ਲੰਘ ਕੇ ਗਾਂਹ ਵਾਲੇ ਪਾਸੇ ਨੂੰ ਜਾਣਾ, ਜਨਰੇਸ਼ਨ ਬਦਲਣੀ ਹੈ, ਤਾਂ ਫਿਰ ਪਤਾ ਲੱਗੇਗਾ ਵੀ ਵਰਲਡ ਫਾਈਨੈਂਸ਼ੀਅਲ ਗਰੁੱਪ ਨੇ ਜੋ ਕੀਤਾ ਸੀ ਉਹ ਜੜ੍ਹਾਂ ਉਹਦੀਆਂ ਕਿੰਨੀਆਂ ਡੂੰਘੀਆਂ ਸੀ। ਸੋ ਆਉਣ ਵਾਲਾ ਸਮਾਂ ਦੱਸੇਗਾ ਜੀ। ਅਸੀਂ ਮਿਹਨਤ ਤੇ ਲੱਗੇ ਹਾਂ, ਮਹਾਰਾਜ ਦੀ ਬਖਸ਼ਿਸ਼ ਹੈ, ਜਿੱਥੇ ਉਹ ਲਿਜਾਏਗਾ ਲੈ ਕੇ ਜਾਵਾਂਗੇ ਜੀ। ਔਰ ਰਾਜਾ ਜੀ, ਜਦੋਂ ਅਸੀਂ ਗੱਲ ਕਰਦੇ ਹਾਂ ਜਿਵੇਂ ਅੱਜ ਤੁਸੀਂ 1 ਘੰਟਾ ਆਨਲਾਈਨ $2,80,000 ਤੁਸੀਂ ਜਿਹੜਾ ਫੰਡਿੰਗ ਇਕੱਠੀ ਕੀਤੀ ਹੈ, ਸਿਰਫ ਇਹ ਤੁਹਾਡੀ ਹੀ ਆਰਗੇਨਾਈਜੇਸ਼ਨ ਵੱਲੋਂ ਕੀਤੀ ਗਈ ਆ, ਤੁਹਾਡੇ ਇੱਕ ਸਮਾਲ ਗਰੁੱਪ ਵੱਲੋਂ ਕੀਤਾ ਗਿਆ। ਕੀ ਤੁਹਾਡੇ WFG ਦੇ ਹੋਰ ਮੈਂਬਰ ਵੀ ਇਹਦੇ ਵਿੱਚ ਆਉਣਾ ਚਾਹੁੰਦੇ ਆ ਆਉਣ ਵਾਲੇ ਸਮੇਂ ਵਿੱਚ? ਕਿਉਂਕਿ COVID-19 ਨੂੰ ਅਸੀਂ ਇਹਦੇ ਨਾਲ ਸਾਨੂੰ ਬਹੁਤ ਜਦੋਜਹਿਦ ਕਰਕੇ ਆਪਣੇ ਪਿੱਛੇ ਇਹਨੂੰ ਲਾਉਣਾ ਪੈਣਾ, ਕਿਉਂਕਿ ਸਾਨੂੰ ਸਟਰੋਂਗ ਹੋ ਕੇ ਇਹਦੇ ਨਾਲ ਫਾਈਟ ਕਰਨੀ ਪੈਣੀ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਹੋਰ ਵੀ ਕੁਝ ਲੀਕ ਰਹੇ ਹੋ ਜੀ? ਤੁਹਾਡੇ ਹੋਰ ਕੋਈ ਪਲਾਨਸ ਨੇ ਕਿ WFG ਕੁਝ ਹੋਰ COVID-19 ਦੇ ਨਾਲ ਫਾਈਟ ਦੇ ਲਈ ਅੱਗੇ ਵਧ ਰਹੀ ਹੈਗੀ ਹੈ? ਸਮੇਂ ਦੇ ਨਾਲ ਹੀ ਜਿਹੜਾ ਜਿਉਂ ਚੇਂਜਸ ਇਹਦੇ 'ਚ ਆਉਣਗੀਆਂ, ਜੋ ਅਸੀਂ ਸਪੋਰਟ ਕਰ ਸਕਦੇ ਹਾਂ ਕਮਿਊਨਿਟੀ ਵਾਈਜ਼ ਵੀ ਜਾਂ ਕੈਨੇਡੀਅਨ ਫੈਮਲੀਜ਼ ਦੀ, ਕਿਉਂਕਿ ਕੈਨੇਡਾ ਸਾਡਾ ਘਰ ਹੈ ਜੀ, ਇੱਥੇ ਹੀ ਹੁਣ ਜੋ ਕਰਨਾ ਹੈ ਅਸੀਂ ਆਲਵੇਜ਼ ਨਾਲ ਖੜੇ ਹਾਂ। ਜੋ ਕਰਾਂਗੇ ਬਿਲਕੁਲ ਤੁਹਾਨੂੰ ਵੀ ਉਸ ਗੱਲ ਦਾ ਪਤਾ ਲੱਗ ਜਾਏਗਾ। ਕਾਫੀ ਪਲਾਨਸ ਹੈਗੇ ਨੇ ਜਿਹੜੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇੰਪਲੀਮੈਂਟ ਕਰਨੇ ਨੇ ਜੀ। ਔਰ ਤੁਸੀਂ ਆਪਣਾ ਸਮਾਂ ਦਿੱਤਾ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਤੇ COVID-19 ਨੂੰ ਲੈ ਕੇ ਤੁਸੀਂ ਪੂਰੀ ਕਮਿਊਨਿਟੀ ਨੂੰ ਆਪਣੇ ਵੱਲੋਂ ਕੈਨੇਡਾ ਵਾਈਡ, ਕਿਉਂਕਿ ਇਸ ਵਕਤ ਤੁਹਾਨੂੰ ਪੂਰੇ ਕੈਨੇਡਾ ਦੇ ਵਿੱਚ, ਪੂਰੇ USA ਦੇ ਵਿੱਚ ਦੇਖਿਆ ਜਾ ਰਿਹਾ ਔਰ ਦੁਨੀਆ ਦੇ ਹੋਰਾਂ ਕੋਨਿਆਂ 'ਚ ਵੀ ਲੋਕੀ ਸਾਡੇ ਨਾਲ ਜੁੜੇ ਹੋਏ ਨੇ। ਸੋ COVID-19 ਨੂੰ ਲੈ ਕੇ, ਕਰੋਨਾ ਵਾਇਰਸ ਦੇ ਲਈ ਤੁਸੀਂ ਕੀ ਮੈਸੇਜ ਆਪਣੇ ਵੱਲੋਂ ਲੋਕਾਂ ਨੂੰ ਦੇਣਾ ਚਾਹੁੰਦੇ ਹੋ? ਇੱਕ ਪੋਜ਼ਿਟਿਵ ਮੈਸੇਜ ਮੈਂ ਚਾਹੂੰਗੀ ਜ਼ਰੂਰ ਤੁਸੀਂ ਦਿਓ। ਹਾਂਜੀ ਬਿਲਕੁਲ। ਮੈਂ ਕੱਲ ਵੀ ਇੱਕ ਟਿਮ ਸਟੋਰੀ ਹੈਗੇ ਨੇ ਜਿਹੜੇ ਵਰਲਡ ਨੋਨ ਸਪੀਕਰ ਨੇ, ਓਪਰਾ ਵਿਨਫਰੀ ਦੇ ਨਾਲ ਉਹਨਾਂ ਦਾ TV ਸ਼ੋਅ ਆਉਂਦਾ, ਉਹਦੇ ਤੇ ਮੈਨੂੰ ਉਹਨਾਂ ਨੇ ਇੰਟਰਵਿਊ ਕੀਤਾ ਸੀ। ਸੋ ਉੱਥੇ ਵੀ ਗੱਲਬਾਤ ਇਹੀ ਕੀਤੀ ਗਈ ਸੀ ਬਈ ਜਿਹੜੀ ਸਭ ਕੁਝ ਜੋ ਹੈਗਾ ਸਟੇਟ ਆਫ ਮਾਈਂਡ ਦੇ ਵਿੱਚ ਹੈ ਜੀ। ਜਿਹੜੇ 6 ਇੰਚ ਨੇ ਤੁਹਾਡੇ ਇੱਥੇ ਤੋਂ ਇੱਥੇ ਲੈ ਕੇ ਸਭ ਕੁਝ ਇਹਦੇ ਵਿੱਚ ਹੀ ਹੋ ਰਿਹਾ। ਜਿੱਦਾਂ ਇਹ ਸੋਚ ਬਦਲੇਗੀ ਉਦਾਂ ਕੰਮ ਸੈੱਟ ਹੋ ਜਾਏਗਾ। ਹੁਣ ਜੇ COVID-19 ਆ, ਇਸ ਚੀਜ਼ ਨੂੰ ਅਸੀਂ ਕੰਟਰੋਲ ਨਹੀਂ ਕਰਦੇ ਜੀ, ਪਰ ਅਸੀਂ ਕੁਝ ਚੀਜ਼ਾਂ ਨੂੰ ਕੰਟਰੋਲ ਕਰਦੇ ਹਾਂ ਵੀ ਅਸੀਂ ਸੋਚਣਾ ਕੀ ਹੈ, ਅਸੀਂ ਰਿਐਕਟ ਕਿਹੜੇ ਥਾਟ ਨੂੰ ਕਰਨਾ ਹੈ,
ਅਸੀਂ ਆਪਦੀ ਡੇਲੀ ਬੇਸਿਸ ਤੇ ਹੈਬਿਟਸ ਨਵੇਂ ਡਿਵੈਲਪ ਕਰਨੇ ਆ, ਕਿਉਂਕਿ ਜੋ ਆਦਤਾਂ ਸਾਨੂੰ ਪਹਿਲਾਂ ਸੀਗੀਆਂ ਉਹਦਾ ਜੀਵਨ ਅਸੀਂ ਕੋਵਿਡ-19 ਤੋਂ ਪਹਿਲਾਂ ਜਿਉ ਰਹੇ ਸੀ। ਹੁਣ ਅਸੀਂ ਚਾਹੁੰਦੇ ਆ ਵੀ ਜੀਵਨ ਸਾਡਾ ਬਿਹਤਰ ਹੋਵੇ, ਬੈਟਰ ਹੋਵੇ, ਪਰ ਉਸ ਕੇਸ ਦੇ ਵਿੱਚ ਸਾਨੂੰ ਆਪਣੀਆਂ ਹੈਬਿਟਸ ਨੂੰ, ਆਦਤਾਂ ਨੂੰ ਬਦਲਣਾ ਪਏਗਾ। ਤੇ ਕਹਿੰਦੇ ਨੇ ਆਦਤ ਬਦਲਦੀ ਹੈ ਜੇ ਕਿਸੇ ਚੀਜ਼ ਨੂੰ ਪ੍ਰੋਪਰ ਫੋਕਸ ਦੇ ਕੇ 21 ਦਿਨ ਤੁਸੀਂ ਪ੍ਰੈਕਟਿਸ ਕਰੋ ਤਾਂ ਉਹ ਇੱਕ ਨਵੀਂ ਆਦਤ ਬਣ ਜਾਂਦੀ ਹੈ। ਸੋ ਮੈਨੂੰ ਇਹ ਲੱਗਦਾ ਵੀ ਜਿਹੜਾ ਕੋਵਿਡ-19 ਆ ਇਹਦੇ ਵਿੱਚ ਮਹਾਰਾਜ ਨੇ ਮੈਸੇਜ ਦਿੱਤਾ ਵੀ ਅੰਦਰ ਵੜ ਜਾਓ, ਪਹਿਲਾਂ ਘਰੇ ਵਾੜਿਆ, ਫਿਰ ਜਿਹੜੇ ਘਰ 'ਚ ਅਸੀਂ ਬੈਠੇ ਆ ਇੱਥੇ ਅੰਦਰ ਜਾਣ ਦੀ ਲੋੜ ਹੈਗੀ ਹੈ। ਸੋ ਇੱਥੇ ਅੰਦਰ ਜਾ ਕੇ ਜੇ ਇੱਕ ਤਾਂ ਮਹਾਰਾਜ ਵਾਲੇ ਪਾਸੇ ਧਿਆਨ ਲਾਇਆ ਜਾਵੇ ਥੋੜਾ ਬਹੁਤਾ ਜੋ ਲਾ ਸਕਦੇ ਆ ਜਿਹੜਾ ਵੀ, ਤੇ ਦੂਸਰੇ ਪਾਸੇ ਇਹ ਆ ਵੀ ਆਪਣੀ ਆਦਤਾਂ ਦੇ ਉੱਤੇ ਕੰਮ ਕੀਤਾ ਜਾਵੇ ਤੇ ਨਾਲ ਦੀ ਨਾਲ ਜਿਹੜਾ ਸੋਚ ਦੇ ਵਿੱਚ ਵਿਚਾਰ ਆਉਂਦੇ ਨੇ ਉਹਨਾਂ ਨੂੰ ਬੈਟਰ ਦੇਖਿਆ ਜਾਵੇ। ਪਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਤੁਸੀਂ ਇਸ ਵਕਤ ਪ੍ਰੈਕਟਿਸ ਇੰਟਰਨਲੀ ਕਰੋਗੇ ਜੀ ਉਹ ਐਕਸਟਰਨਲੀ ਅਸੀਂ ਐਕਸਪੀਰੀਅੰਸ ਕਰਦੇ ਆ। ਜੋ ਸਾਡਾ ਐਕਸਟਰਨਲ ਵਰਲਡ ਆ ਉਹ ਰਿਫਲੈਕਸ਼ਨ ਆ ਸਾਡੇ ਇੰਟਰਨਲ ਵਰਲਡ ਦੀ, ਸਾਡੀ ਇੰਟਰਨਲ ਦੁਨੀਆ ਦੀ। ਸੋ ਜਿੱਦਾਂ ਇੰਟਰਨਲ ਦੁਨੀਆ ਦਾ ਗੱਲ ਲੋਕਾਂ ਦੇ ਸਮਝ ਪੈ ਗਈ ਜੀ, ਉਦੋਂ ਕੋਵਿਡ-19 ਤਾਂ ਐਕਸਟਰਨਲ ਹੈ। ਇੰਟਰਨਲ ਜਿਹੜਾ ਹੈਗਾ ਉਹ ਮਹਾਰਾਜ ਦੀ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ। ਸੋ ਕੀ ਪਤਾ ਕਿੰਨੇ ਕਰੋਨੇ ਪਹਿਲਾਂ ਹੀ ਅੰਦਰ ਬੈਠੇ ਨੇ। ਸੋ ਸਾਨੂੰ ਵਿਸ਼ਵਾਸ, ਫੇਥ ਨੂੰ ਵਧਾਉਣ ਦੀ ਲੋੜ ਆ ਇਸ ਵਕਤ। ਸਾਨੂੰ ਆਪਣਾ ਜਿਹੜਾ ਹੈਗਾ ਪੋਜ਼ਿਟਿਵ ਸੋਚ ਦੀ ਲੋੜ ਆ। ਸਾਨੂੰ ਨਵੀਆਂ ਆਦਤਾਂ ਜਿਹੜੀਆਂ ਸਾਨੂੰ ਸਕਸੈਸ ਦੇ ਪਰਥਾਏ ਲਿਜਾ ਸਕਦੀਆਂ ਨੇ ਉਹਨਾਂ ਨੂੰ ਡਿਵੈਲਪ ਕਰਨ ਦੀ ਲੋੜ ਆ। ਇਸ ਸਮੇਂ ਦੇ ਵਿੱਚ ਇੱਕ ਟਫ ਟਾਈਮ ਵੀ ਹੈ ਪਰ ਇੱਕ ਪ੍ਰੈਸ਼ੀਅਸ ਟਾਈਮ ਵੀ ਆ। ਜਿਹੜਾ ਟਫ ਟਾਈਮ ਤੇ ਪ੍ਰੈਸ਼ੀਅਸ ਟਾਈਮ ਸੇਮ ਟਾਈਮ ਤੇ ਹੈ। ਸੋ ਹੁਣ ਕਹਿਣ ਦਾ ਭਾਵ ਇਹ ਆ ਵੀ ਅਸੀਂ ਦੇਖ ਕੀ ਰਹੇ ਆ ਤੇ ਜੀਵਨ ਸਾਡਾ ਸਿਰਫ ਦੇਖਣ ਦਾ ਨਜ਼ਰੀਆ ਹੈ ਜੀ। ਜੋ ਅਸੀਂ ਦੇਖਦੇ ਆ ਸੰਸਾਰ ਨੂੰ ਜਿਹੜੇ ਢੰਗ ਦੇ ਨਾਲ ਉਹੀ ਸਾਨੂੰ ਦਿਖ ਜਾਂਦਾ ਹੈ। ਸੋ ਹੋਰ ਕੁਝ ਵੀ ਨਹੀਂ ਹੈ। ਪਰ ਇਸ ਸਮੇਂ ਦੇ ਉੱਤੇ ਸਾਨੂੰ ਜੋ ਸਮਾਂ ਦਿੱਤਾ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਉਹ ਸਾਨੂੰ ਆਪਣੇ ਆਪ ਤੇ ਕੰਮ ਕਰਨ ਦੀ ਲੋੜ ਆ, ਕਿਉਂਕਿ ਅਸੀਂ ਕਿਸੇ ਨੂੰ ਨਹੀਂ ਬਦਲ ਸਕਦੇ। ਪਰ ਜਿੱਦੇ ਤੁਸੀਂ ਆਪਣੇ ਆਪ ਨੂੰ ਬਦਲਣ ਵਾਲੇ ਜਿਹੜਾ ਡਿਸੀਜਨ ਬਣਾ ਲਿਆ ਉਹਦੇ ਸੰਸਾਰ ਆਪਣੇ ਆਪ ਬਦਲਣਾ ਸ਼ੁਰੂ ਹੋ ਜਾਂਦਾ। ਸੋ ਇਹੀ ਮੇਰਾ ਮੈਸੇਜ ਰਹੇਗਾ ਜੀ ਵੀ ਇਹ ਕੋਵਿਡ-19 ਜਿਹੜਾ ਹੈ ਪਰਮਾਨੈਂਟ ਨਹੀਂ, ਪਰ ਜਿਹੜੇ ਤੁਸੀਂ ਹੁਣ ਐਕਸ਼ਨਸ ਕਰ ਰਹੇ ਹੋ ਉਹਦੇ ਜਿਹੜੇ ਨਤੀਜੇ ਆਉਣਗੇ ਉਹ ਪਰਮਾਨੈਂਟ ਨੇ ਜੀ। ਥੈਂਕ ਯੂ ਜੀ, ਤੁਸੀਂ ਸਾਨੂੰ ਸਮਾਂ ਦਿੱਤਾ ਆਪਣਾ ਔਰ ਤੁਸੀਂ ਆ ਕੇ ਇੰਨੀ ਵਧੀਆ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ। ਸੋ ਬਹੁਤ ਬਹੁਤ ਤੁਹਾਡਾ ਧੰਨਵਾਦ। ਤੇ ਅਸੀਂ ਚਾਹਾਂਗੇ ਕਿ ਆਉਣ ਵਾਲੇ ਸਮੇਂ 'ਚ ਵੀ ਜ਼ਰੂਰ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਗੱਲਬਾਤ ਜ਼ਰੂਰ ਕਰਦੇ ਰਿਹਾ ਕਰੋ ਤਾਂ ਕਿ ਸਾਨੂੰ ਤੇ ਪੂਰੀ ਕਮਿਊਨਿਟੀ ਨੂੰ ਪਤਾ ਲੱਗ ਸਕੇ ਕਿ ਸਾਡੇ ਆਲੇ ਦੁਆਲੇ ਕੀ ਹੋ ਰਿਹਾ। ਸੋ ਥੈਂਕ ਯੂ ਰਾਜਾ ਜੀ ਤੁਹਾਡਾ, ਔਰ ਮੇਰੇ ਵੱਲੋਂ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਬਲਜਿੰਦਰ ਕੌਰ ਜੀ, ਤੁਹਾਡਾ ਇਹ ਪ੍ਰੋਗਰਾਮ ਬੜਾ ਵਧੀਆ ਲੱਗਿਆ। ਤੇ ਹੋਰ ਵੀ ਜੇ ਕਿਸੇ ਸੱਜਣ ਮਿੱਤਰ, ਮੈਂ ਪਹਿਲਾਂ ਸੁਣ ਰਿਹਾ ਸੀ ਕਿਸੇ ਦਾ ਸਵਾਲ ਸੀ ਐਡਮਿੰਟਨ ਤੋਂ, ਜੇ ਹੋਏਗਾ ਤਾਂ ਮੇਰਾ ਫੋਨ ਨੰਬਰ ਹੈਗਾ 780 945 0301, ਮੈਨੂੰ ਫੋਨ ਕਰ ਲੈਣ ਤੇ ਉਸ ਸਿਚੁਏਸ਼ਨ ਨੂੰ ਆਪਾਂ ਦੇਖਾਂਗੇ ਵੀ ਕੀ ਕਾਰਨ ਸੀ। ਪਰ ਉਹਨਾਂ ਨੂੰ ਪਤਾ ਜਿਹੜੇ ਗੱਲਬਾਤ ਕਰਕੇ ਗਏ ਨੇ ਵੀ ਕੀ ਕਾਰਨ ਸੀ। ਸੋ ਧੰਨਵਾਦ ਜੀ, ਬਹੁਤ ਬਹੁਤ ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਬਿਲਕੁਲ ਜੀ, ਇਹ ਸਨ ਸਾਡੇ ਨਾਲ ਰਾਜਾ ਧਾਲੀਵਾਲ ਜੀ ਐਡਮਿੰਟਨ ਤੋਂ, ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਤੇ ਦੱਸਿਆ ਕਿ ਜਿਹੜੀ ਅੱਜ ਇਹਨਾਂ ਨੇ ਆਨਲਾਈਨ ਕਾਨਫਰੰਸ WFG ਨੇ ਕੀਤੀ ਸੀ, $2,80,000 ਜਿਹੜਾ ਇਹਨਾਂ ਨੇ ਫਰੰਟ ਲਾਈਨ ਵਰਕਰਸ ਵੱਖ-ਵੱਖ ਹਸਪੀਟਲ ਜਿਵੇਂ ਓਨਟਾਰੀਓ ਦੇ ਵਿੱਚ 1 ਲੱਖ ਦਿੱਤਾ ਗਿਆ ਤੇ ਹੋਰ ਅਲਬਰਟਾ ਦੇ ਵਿੱਚ ਸਰੀ ਮੈਮੋਰੀਅਲ ਹਸਪੀਟਲ 'ਚ ਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਪਹਿਲਾਂ ਸਾਡੇ ਨਾਲ ਜੱਸਾ ਸਰਾਂ ਜੀ, ਜਸਵੀਰ ਸਿੰਘ ਸਰਾਂ ਜਿਹੜੇ ਸਾਨੂੰ ਦੱਸ ਕੇ ਗਏ ਆ, ਔਰ ਸਾਡੇ ਗੈਸਟ ਕਮਲਦੀਪ ਸਿੰਘ ਸੰਧੂ ਜਿਨ੍ਹਾਂ ਨੇ ਆ ਕੇ ਬਹੁਤ ਇਸ ਕੰਪਨੀ ਬਾਰੇ ਡੀਟੇਲ ਦੇ ਵਿੱਚ ਦੱਸਿਆ। ਸੋ ਬਹੁਤ ਸਾਰੇ ਲੋਕ ਆਉਣਾ ਚਾਹੁੰਦੇ ਨੇ, ਜੁਆਇਨ ਕਰਨਾ ਚਾਹੁੰਦੇ ਨੇ। ਸੋ ਤੁਹਾਡੇ ਕੋਈ ਵੀ ਸਵਾਲ ਹੋਣ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਜਿਵੇਂ ਰਾਜਾ ਧਾਲੀਵਾਲ ਜੀ ਆਪਣਾ ਨੰਬਰ ਛੱਡ ਕੇ ਗਏ ਆ, ਕਈ ਵਾਰੀ ਸਾਡੇ ਕੋਲ ਬਹੁਤ ਸਾਰੀਆਂ ਮਿਸਅੰਡਰਸਟੈਂਡਿੰਗ ਹੁੰਦੀਆਂ, ਕਈ ਵਾਰੀ ਅਸੀਂ ਪਾਲਿਸੀ ਨੂੰ ਪ੍ਰੋਪਰ ਸਮਝ ਨਹੀਂ ਸਕਦੇ ਹੁੰਦੇ ਜਾਂ ਸਾਡੇ ਹੋਰ ਕਈ ਤਰ੍ਹਾਂ ਦੇ ਸਵਾਲ ਹੁੰਦੇ ਆ। ਸੋ ਜਿਹੜੇ ਸਾਡੇ ਕਾਲਰ ਸੀ ਵਿਦ ਰਿਸਪੈਕਟ ਤੁਸੀਂ ਸਾਨੂੰ ਫੋਨ ਕੀਤਾ, ਆਪਣਾ ਸਵਾਲ ਰੱਖਿਆ। ਸੋ ਬੜਾ ਪ੍ਰਾਊਡ ਫੀਲ ਹੁੰਦਾ ਕਿ ਸਾਂਝਾ TV ਦੇ ਪਲੇਟਫਾਰਮ ਦੇ ਉੱਤੇ ਆ ਕੇ ਤੁਸੀਂ ਆਪਣੇ ਸਵਾਲ ਜਵਾਬ, ਆਪਣੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰਦੇ ਹੋ ਔਰ ਤੁਸੀਂ ਆ ਕੇ ਆਪਣੀ ਗੱਲ ਸਾਡੇ ਨਾਲ ਸਾਂਝੀ ਕੀਤੀ। ਸੋ ਰਾਜਾ ਧਾਲੀਵਾਲ ਹੋਣਾ ਦੀ ਬਹੁਤ ਸ਼ਲਾਘਾਯੋਗ ਕਦਮ ਆ। ਉਹਨਾਂ ਨੇ ਖੁਦ ਇਸ ਗੱਲ ਨੂੰ ਜਿਹੜਾ ਸੁਣਿਆ ਔਰ ਉਹਨਾਂ ਨੇ ਆਪਣਾ ਨੰਬਰ ਛੱਡਿਆ। ਸੋ ਤੁਸੀਂ ਇਹਨਾਂ ਨੂੰ ਫੋਨ ਕਰਕੇ ਤੇ ਇਹਨਾਂ ਦੇ ਨਾਲ ਬੈਠ ਕੇ ਜੋ ਵੀ ਤੁਹਾਡੇ ਸਵਾਲ ਜਵਾਬ ਆ ਤੁਸੀਂ ਇਹਨਾਂ ਦੇ ਨਾਲ ਕਰ ਸਕਦੇ ਹੋ। ਕਈ ਵਾਰੀ ਸਾਡੇ ਸੋਚ ਨਹੀਂ ਮਿਲਦੀ ਹੁੰਦੀ, ਕਈ ਇਹੋ ਜਿਹੀਆਂ ਹੁੰਦੀਆਂ ਪਾਲਿਸੀ ਦੇ ਵਿੱਚ ਗੱਲਾਂ। ਸੋ ਮੈਨੂੰ ਇਹਨਾਂ ਪਾਲਿਸੀਜ਼ ਦੇ ਬਾਰੇ ਇੰਨਾ ਨਹੀਂ ਪਤਾ, ਪਰ ਤੁਸੀਂ ਜ਼ਰੂਰ ਇਹਨਾਂ ਦੇ ਦਿੱਤੇ ਹੋਏ ਨੰਬਰ 'ਤੇ ਫੋਨ ਕਰਕੇ ਇਹਨਾਂ ਦੇ ਨਾਲ ਗੱਲਬਾਤ ਕਰਕੇ ਜੋ ਵੀ ਤੁਹਾਡੀਆਂ ਮਿਸਅੰਡਰਸਟੈਂਡਿੰਗ ਆ ਜਾਂ ਜੋ ਵੀ ਪ੍ਰੋਬਲਮਸ ਆ ਤੁਸੀਂ ਇਹਨਾਂ ਦੇ ਨਾਲ ਸੋਲਵ ਕਰ ਸਕਦੇ ਹੋ। ਸੋ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਸਾਡਾ ਅੱਜ ਦਾ ਪ੍ਰੋਗਰਾਮ ਜ਼ਰੂਰ ਪਸੰਦ ਕੀਤਾ ਹੋਵੇਗਾ। ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਆ ਕਿ ਬੁੱਧਵਾਰ ਨੂੰ ਅਸੀਂ ਕੁਝ ਇਹੋ ਜਿਹਾ ਸ਼ੋਅ ਤੁਹਾਡੇ ਲਈ ਲੈ ਕੇ ਆਈਏ ਜਿਹਦੇ ਵਿੱਚ ਅਸੀਂ ਕੁਝ ਨਾ ਕੁਝ ਕਮਿਊਨਿਟੀ ਦੇ ਲਈ ਕਰ ਸਕੀਏ ਰਲ ਕੇ। ਸੋ ਇਸੇ ਲਈ ਅਸੀਂ ਇੱਕ ਦੂਜੇ ਦਾ ਸਾਥ ਦਿੰਦੇ ਆ।
ਪਰ ਸਾਡੇ ਆਪਣੇ FYI ਮੀਡੀਆ, ਸਾਂਝਾ TV, BNB ਟਰੱਸਟ, ਬਿਲ ਸੰਧੂ, ਇਸ ਦੇ ਨਾਲ ਖਾਲਸਾ ਲਾਇਬ੍ਰੇਰੀ ਵੱਲੋਂ ਵੀ ਉਪਰਾਲਾ ਕੀਤਾ ਜਾ ਰਿਹਾ ਕਿ ਜ਼ਰੂਰਤਮੰਦਾਂ ਤੱਕ ਗਰੋਸਰੀ ਪਹੁੰਚਦੀ ਕੀਤੀ ਜਾ ਰਹੀ ਹੈ। ਗਲੈਮਰਸ ਲੇਡੀਜ਼ ਟੇਲਰ ਔਰ ਮਨਜੀਤ ਕੌਰ ਜੀ, ਬਲਵੀਰ ਕੌਰ ਢਿੱਲੋਂ ਔਰ ਹੋਰ ਬਹੁਤ ਸਾਰੀਆਂ ਭੈਣਾਂ ਜਿਹੜੀਆਂ ਘਰਾਂ ਤੋਂ ਮਾਸਕ ਤਿਆਰ ਕਰਕੇ ਸਾਡੇ ਤੱਕ ਸੇਵਾ ਕਰ ਰਹੀਆਂ ਨੇ, ਪਹੁੰਚਦੇ ਕਰ ਰਹੀਆਂ ਨੇ। ਉਹ ਮਾਸਕ ਤੁਹਾਨੂੰ ਚਾਹੀਦੇ ਆ ਫ੍ਰੀ ਆਫ ਕਾਸਟ, ਤੁਸੀਂ ਸਾਨੂੰ ਫੋਨ ਕਰ ਸਕਦੇ ਹੋ। ਸਾਂਝਾ TV ਦੇ ਆਫਿਸ 'ਚੋਂ ਆ ਕੇ ਲਿਆ ਸਕਦੇ ਹੋ। ਤੁਸੀਂ ਮੈਨੂੰ ਸੋਸ਼ਲ ਮੀਡੀਆ ਦੇ ਰਾਹੀਂ ਮੇਰੇ ਪੇਜ ਤੇ ਮੇਰੀ ਫੇਸਬੁੱਕ ਬਲਜਿੰਦਰ ਕੌਰ ਕਿਸੇ ਪਾਸਿਓਂ ਵੀ ਤੁਸੀਂ ਕੰਟੈਕਟ ਕਰਕੇ ਸਾਂਝਾ TV ਦੇ ਨਾਲ ਵੀ ਕੰਟੈਕਟ ਕਰਕੇ ਤੁਸੀਂ ਉਹ ਪ੍ਰਾਪਤ ਕਰ ਸਕਦੇ ਹੋ। ਸੋ ਅਗਲੀ ਵਾਰ ਫੇਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਸੋ ਉਮੀਦ ਹੈ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਅਗਲੀ ਵਾਰ ਤੱਕ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ। ਹੱਸਦੇ ਵਾਸਤੇ ਰਹੋ। ਸਤਿ ਸ਼੍ਰੀ ਅਕਾਲ ਜੀ। YouTube ਦੀ ਇਸ ਵੀਡੀਓ ਤੋਂ ਆਉਣ ਵਾਲਾ ਰੈਵਨਿਊ ਕਰੋਨਾ ਪੀੜਤਾਂ ਦੀ ਮਦਦ ਲਈ ਵਰਤਿਆ ਜਾਵੇਗਾ। ਇਸ ਕਰਕੇ ਤੁਸੀਂ ਵੀ ਇਸ ਦੇ ਹਿੱਸੇਦਾਰ ਬਣੋ। ਇਸ ਖਬਰ ਨੂੰ ਵੱਧ ਤੋਂ ਵੱਧ ਲਾਈਕ ਕਰੋ, ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਦੇਸ਼ ਜਿੱਤੇ ਅਤੇ ਕਰੋਨਾ ਹਾਰੇ।